ਸੋ ਉਹ ਨੌਜਵਾਨ ਦੇ ਅੰਦਰ ਵੀ ਇੱਕ ਪ੍ਰਸ਼ਨ ਸੀ ਜੋ ਕਾਫੀ ਸਮੇਂ ਤੋਂ ਉਸ ਨੂੰ ਪਰੇਸ਼ਾਨ ਕਰ ਰਿਹਾ ਸੀ, ਪਰ ਉਹਨੂੰ ਸਮਝ ਨਹੀਂ ਆਉਂਦੀ ਸੀ ਕਿਸ ਤੋਂ ਮੈਨੂੰ ਇਹ ਤਸੱਲੀ ਬਖਸ਼ ਉੱਤਰ ਮਿਲੇਗਾ। ਇਸ ਲਈ ਇੱਕ ਦਿਨ ਉਸਨੇ ਦੇਖਿਆ ਸਵਾਮੀ ਰਾਮ ਨੂੰ ਬੈਠਿਆ ਹੋਇਆ, ਤਾਂ ਮਨ 'ਚ ਆਪਣੇ ਆਪ ਖਿਆਲ ਆਇਆ ਕਿ ਸ਼ਾਇਦ ਇਹਨਾਂ ਦੇ ਕੋਲੋਂ ਮੇਰੇ ਉਹ ਪ੍ਰਸ਼ਨ ਦਾ ਉੱਤਰ ਮਿਲ ਜਾਵੇ ਜੋ ਇੰਨੇ ਸਮੇਂ ਤੋਂ ਮੈਨੂੰ ਪਰੇਸ਼ਾਨ ਕਰ ਰਿਹਾ ਹੈ। कि पूजा भी करते हैं भगवान के नाम पर, जोत भी जगाते हैं, फिर भी मुझे समझ नहीं आता कि लोग इतना दुख क्यों पाते हैं। क्योंकि ਜਿਹੜਾ ਬਾਹਰਲੇ ਕਰਮ ਕਾਂਡਾਂ ਵਿੱਚ ਹੀ ਫਸਿਆ ਉਹਨੇ ਕੀ ਕਹਿਣਾ, ਭਾਈ ਜੋਤ ਕਾਦੀ ਜਗਾਉਂਦਾ ਹੈ, ਮੈਂ ਜੀ ਤੇਲ ਦੀ ਜਗਾਉਂਦਾ, ਫਿਰ ਦੇਸੀ ਘੀ ਦੀ ਜਗਾਣੀ ਸ਼ੁਰੂ ਕਰ ਦੇ। ਅੱਛਾ ਮੈਂ ਜੀ ਘੀ ਦੀ ਜਗਾਉਂਦਾ, ਕਿਹੜੇ ਘੀ ਦੀ ਜਗਾਉਂਦਾ ਆ, ਮੈਂ ਜੀ ਮੱਝ ਦੇ ਘੀ ਦੀ, ਗਾਉਂ ਦੇ ਘੀ ਦੀ ਜਗਾ। ਫਿਰ ਅੱਛਾ ਗਾਉਂ, ਮੈਂ ਜੀ ਗਾਉਂ ਦੇ ਘੀ ਦੀ ਜਗਾਉਂਦਾ, ਕਿਹੜੇ ਗਾਉਂ ਦੇ, ਦੇਸੀ ਗਾਉਂ ਦੇ ਘੀ ਦੀ ਜਗਾ, ਆਮ ਗਾਉਂ ਨਹੀਂ ਚਾਹੀਦੀ। ਜੇ ਕੋਈ ਕਹੇ ਮੈਂ ਦੇਸੀ ਗਾਉਂ ਦੀ, ਉਹ ਗੀਰ ਗਾਉਂ, ਇਹ ਦੇਸੀ ਗਾਉਂ ਤੋਂ ਵੀ ਉੱਪਰ ਹੈ ਗੀਰ ਗਾਉਂ, ਉਹਦੀ ਜਗ੍ਹਾ ਉਹ ਵਿਚਾਰਾ ਗੀਰ ਗਾਉਂ ਲੱਭੀ ਜਾਵੇ। ਉਹ ਬਾਹਰ ਹੀ ਉਲਝਾ ਕੇ ਰੱਖਦੇ ਆ। ਧਰਮਾਂ ਵਿੱਚ ਕੀ ਕੀਤਾ ਜਾਂਦਾ, ਪਹਿਰਾਵੇ ਬਦਲੇ ਜਾਂਦੇ ਕਿ ਨਹੀਂ। ਅਸੀਂ ਕਈ ਵਾਰ ਕਿਹਾ ਹੈ ਕਿ ਜਦੋਂ ਧਰਮ ਦੀ ਗੱਲ ਆਉਂਦੀ ਹੈ ਪਹਿਰਾਵੇ ਹੀ ਬਦਲੇ ਹੈ, ਇਨਸਾਨ ਤਾਂ ਇਨਸਾਨ ਹੀ ਹੈ, ਖੂਨ ਤਾਂ ਲਾਲ ਹੀ ਹੈ, ਹੱਡੀਆਂ ਵੀ ਉਨੀਆਂ ਹੀ ਹੈ। ਕਿੰਨੀਆਂ ਹੱਡੀਆਂ ਹੁੰਦੀਆਂ ਇਨਸਾਨ ਦੇ ਅੰਦਰ, ਸ਼ਾਇਦ 200, ਯਾਦ ਆ ਕਿ ਨਹੀਂ ਤੁਹਾਨੂੰ, 206। ਹੁਣ ਇਹ ਤਾਂ ਹੈ ਨਹੀਂ ਕਿ ਮੁਸਲਮਾਨ ਅੰਦਰ 300 ਹੋ ਗਈਆਂ, ਸਿੱਖ ਅੰਦਰ 250 ਹੋ ਗਈਆਂ, ਤਾਂ ਜਾਂ ਕਿਸੇ ਹੋਰ ਅੰਦਰ 400 ਹੋ ਗਈਆਂ, ਤਾਂ ਕੋਈ ਹੋਰ ਹੈ ਤਾਂ ਉਹਦੇ ਅੰਦਰ 100 ਹੋ ਗਈ। ਉਹ ਹੱਡੀਆਂ ਵੀ ਉਨੀਆਂ, ਖੂਨ ਵੀ ਉਹੀ। ਇੱਕ ਸੱਚੀ ਘਟਨਾ ਦੱਸਣ ਲੱਗੇ ਅਮਰੀਕਾ ਦੀ ਕਿ ਦੋ ਭਰਾ ਸੀ ਜੋ ਸਕੂਲ 'ਚ ਪੜ੍ਹਦੇ ਸੀ। ਇੱਕ ਦੀ ਉਮਰ 8 ਸਾਲ ਦੀ ਸੀ ਜਿਹਦਾ ਨਾਮ ਗਲੇਨ ਸੀ, ਤੇ ਇੱਕ ਉਹਦਾ ਭਰਾ ਸੀ ਫਲਾਈਡ। ਇਹ ਦੋਨੇ ਸਕੂਲ ਦੇ ਵਿੱਚ ਸਨ 1917 ਦੀ ਗੱਲ, ਮਿੱਟੀ ਦੇ ਤੇਲ ਦੀ ਜਗ੍ਹਾ ਪੈਟਰੋਲ ਦੀ ਉਹ ਪੀਪੀ ਲੈ ਗਏ। ਜਦੋਂ ਪਾਈ ਤਾਂ ਅੱਗ ਇਦਾਂ ਭੜਕੀ ਕਿ ਅੱਗ ਲੱਗ ਗਈ। ਉੱਥੇ ਅੱਗ ਇੰਨੀ ਲੱਗੀ ਕਿ ਜਿਹੜਾ ਇੱਕ ਭਰਾ ਸੀ ਫਲਾਈਡ, ਉਹਦੀ ਤਾਂ ਇੰਨਾ ਸੜ ਗਿਆ ਕਿ ਉਹਦੀ ਡੈਥ ਹੋ ਗਈ, ਤਾਂ ਜਿਹੜਾ ਦੂਸਰਾ ਸੀ ਗਲੇਨ, ਉਹਦੀਆਂ ਕਮਰ ਤੋਂ ਥੱਲੇ ਸਾਰਾ ਹਿੱਸਾ ਸੜ ਗਿਆ। ਤਾਂ ਡਾਕਟਰਾਂ ਨੇ ਉਹਦੀ ਮਾਂ ਨੂੰ ਕਿਹਾ ਕਿ ਇਹ ਥੱਲੇੋਂ ਹਿੱਸਾ ਸਾਨੂੰ ਕੱਟਣਾ ਪੈਣਾ ਹੈ, ਕਿਉਂਕਿ ਇਹ ਸਾਰਾ ਹਿੱਸਾ ਸਖਤ ਹੋ ਚੁੱਕਾ ਲੱਕੜ ਦੀ ਤਰ੍ਹਾਂ ਸੜ ਕੇ। ਯਾਨੀ ਘਰ 'ਚ ਦੱਸਦੇ ਆ ਕਿ ਜਿਹੜਾ ਸੱਸਾਂ ਕਹਿੰਦੀ ਮੈਂ ਨੌ ਦੀ ਬੇਇੱਜ਼ਤੀ ਕਰਾਂ ਪਰ ਮੈਨੂੰ ਇੱਜ਼ਤ ਮਿਲੇ, ਉਹ ਨਹੀਂ ਮਿਲਣੀ। ਕਈ ਵੇਲੇ ਨੌ ਸੋਚਦੀ ਹੈ ਮੈਂ ਸੱਸ ਨੂੰ ਨਫ਼ਰਤ ਕਰਾਂ, ਸੱਸ ਮੈਨੂੰ ਮਾਂ ਦੀ ਤਰ੍ਹਾਂ ਪਿਆਰ ਕਰੇ, ਨਹੀਂ ਮਿਲੇਗਾ ਕਦੀ ਵੀ। ਕਿਉਂਕਿ ਜੋ ਵੰਡਣਾ ਹੈ, ਜੋ ਦੇਣਾ ਹੈ, ਮਿਲਣਾ ਵੀ। ਹਜ਼ੂਰ ਮੁਹੰਮਦ ਸਾਹਿਬ ਦੇ ਨਾਲ ਉਹਨਾਂ ਦੇ ਪਿਆਰਿਆਂ ਨੇ ਜੋ ਜੰਗ ਲੜੀ, ਉਹਦੇ 'ਚ ਹੋਵੇ ਕਿ ਇੱਕ ਸਹਾਬੀ ਦੇ ਤਨ ਤੇ 72 ਜ਼ਖਮ ਸੀ, ਪਰ ਫਿਰ ਵੀ ਉਹ ਤਲਵਾਰ ਲੈ ਕੇ ਡਟਿਆ ਰਿਹਾ। ਕਹਿੰਦੇ ਐਸਾ ਜਿਸਮ ਦਾ ਕਿਹੜਾ ਅੰਗ ਸੀ ਜਿੱਥੋਂ ਲਹੂ ਨਹੀਂ ਵਗ ਰਿਹਾ ਸੀ, ਪਰ ਉਹ ਰੱਬ ਦੇ ਪਿਆਰੇ ਨੇ ਇੱਕ ਵਾਰ ਨਹੀਂ ਕਿਹਾ ਹਾਏ ਮੇਰੇ ਦਰਦ ਹੁੰਦੀ। ਔਰ ਉਹਨੇ ਜਾ ਕੇ ਉਹਨੂੰ ਸਵਾਲ ਪਤਾ ਕੀ ਕੀਤਾ, ਕਹਿੰਦਾ ਬੇਟਾ ਕੀ ਤੂੰ ਪਲੇ ਸਟੇਸ਼ਨ ਵੀ ਖੇਡਦਾ ਹੈ। ਤਾਂ ਬੱਚੇ ਨੇ ਹੈਰਾਨ ਕਰ ਦਿੱਤਾ ਯਾਰ ਰਹਿਮਾਨ ਨੂੰ। ਉਹ ਕਹਿੰਦਾ ਮਾਰੇ ਪਲੇ ਸਟੇਸ਼ਨ ਹੁੰਦਾ ਕੀ ਹੈ, ਮੈਨੂੰ ਤਾਂ ਪਤਾ ਹੀ ਨਹੀਂ। ਉਹ ਕਹਿੰਦਾ ਬੇਟਾ ਤਾਂ ਹੀ ਮੈਨੂੰ ਸਮਝ ਨਹੀਂ ਆ ਰਹੀ ਸੀ ਇੰਨੀ ਛੋਟੀ ਉਮਰ 'ਚ ਤੂੰ ਇੰਨੀ ਤਰੱਕੀ ਕਿੱਦਾਂ ਕਰ ਗਿਆ। ਹੁਣ ਮੈਨੂੰ ਪਤਾ ਲੱਗਾ ਕਿਉਂਕਿ ਤੂੰ ਡਿਸਟਰੈਕਟ ਨਹੀਂ ਹੋਇਆ, ਜਾਨੀ ਤੂੰ ਗੇਮਾਂ ਵੱਲ ਜਾਂ ਕਿਸੇ ਉਹਨਾਂ ਚੀਜ਼ਾਂ ਫਾਲਤੂ ਦੀਆਂ ਚੀਜ਼ਾਂ ਵੱਲ ਨਹੀਂ ਗਿਆ, ਆਪਣਾ ਟਾਈਮ ਨਹੀਂ ਖਰਾਬ ਕੀਤਾ, ਤੂੰ ਮਿਹਨਤ ਕੀਤੀ ਤਾਂ ਅੱਜ 14 ਸਾਲ ਦੀ ਉਮਰ 'ਚ ਇੱਥੇ ਪਹੁੰਚ ਗਿਆ। ਇਸ ਵੇਲੇ ਉਹਦੀ ਉਮਰ 19-20 ਸਾਲ ਦੀ। ਕਿਉਂਕਿ ਕ੍ਰਿਸ਼ਨ ਕਥਾਵਾਂ ਬਹੁਤ ਸੁਣ ਲਈਆਂ, ਰਾਮ ਕਥਾਵਾਂ ਬਹੁਤ ਸੁਣ ਲਈਆਂ, ਹੋਰ ਦੇਵੀ ਦੇਵਤੇ ਦੀ ਕਥਾਵਾਂ ਬਹੁਤ ਸੁਣ ਲਈਆਂ। ਹੁਣ ਆਪਣੇ ਜੀਵਨ ਨੂੰ ਐਸਾ ਬਣਾਉਣਾ ਕਿ ਸਾਡੀ ਕਥਾ ਬਣੇ, ਸਾਡੀ ਕਹਾਣੀ ਬਣੇ, ਦੁਨੀਆ ਸਾਨੂੰ ਯਾਦ ਕਰੇ। ਇਹ ਤਾਂ ਸੁਣ ਲਿਆ ਸ਼੍ਰੀ ਕ੍ਰਿਸ਼ਨ ਨੇ ਕੀ ਕੀਤਾ ਸੀ, ਸ਼੍ਰੀ ਰਾਮ ਨੇ ਕੀ ਕੀਤਾ ਸੀ, ਪਰ ਹੁਣ ਇਹ ਦੱਸੋ ਤੁਸੀਂ ਕੀ ਕੀਤਾ। ਸਿਰਫ ਸੁਣਿਆ ਹੀ ਹੈ, ਕੁਝ ਬਿਹਤਰ ਕੀਤਾ ਤੁਸੀਂ। ਉਹ ਸ਼੍ਰੀ ਰਾਮ ਨੇ ਆਪਣੇ ਭਰਾ ਦੀ ਖਾਤਰ 14 ਸਾਲ ਦਾ ਬਨਵਾਸ ਕਬੂਲ ਕਰ ਲਿਆ, ਸਭ ਕੁਝ ਛੱਡ ਦਿੱਤਾ। ਤੁਸੀਂ ਆਪਣੇ ਭਰਾ ਦੀ ਖਾਤਰ ਕੀ ਕਰਦੇ ਹੋ? 1 ਇੰਚ ਜ਼ਮੀਨ ਛੱਡਣ ਨੂੰ ਤਿਆਰ ਨਹੀਂ, ਇੱਕ ਮੋਟਰਸਾਈਕਲ ਦੇਣ ਨੂੰ ਤਿਆਰ ਨਹੀਂ। ਤਾਂ ਕਥਾਵਾਂ ਅਸੀਂ ਰਾਮ ਦੀਆਂ ਸੁਣਦੇ ਆ। ਉਹ ਸ਼੍ਰੀ ਕ੍ਰਿਸ਼ਨ ਨੇ ਕਿਹੜਾ ਦੁੱਖ ਨਹੀਂ ਚੱਲਿਆ, ਮਾਤਾ ਪਿਤਾ ਤੋਂ ਦੂਰ ਹੋਏ, ਹਰ ਤਕਲੀਫ ਚੱਲੀ, ਪਰ ਫਿਰ ਵੀ ਕਦੀ ਹਾਏ ਤੱਕ ਨਹੀਂ ਕੀਤੀ, ਮੁਸਕਰਾਉਂਦੇ ਰਹੇ ਔਰ ਆਪਣੇ ਬਲ ਨਾਲ, ਆਪਣੇ ਹਿੰਮਤ ਨਾਲ, ਹੌਸਲੇ ਨਾਲ ਇੱਕ ਗਵਾਲੇ ਤੋਂ ਸਮਰਾਟ ਬਣੇ। ਤਾਂ ਤੁਸੀਂ ਕੀ ਕੀਤਾ? ਉਦੋਂ ਵੀ ਉੱਥੇ ਹੀ ਬੈਠੇ ਸੀ, ਅੱਜ ਵੀ ਉੱਥੇ ਹੀ ਬੈਠੇ ਆ। ਇਹਲੇ ਕਰਮ ਬਦਲਦੇ ਆ ਤਾਂ ਕਿਸਮਤ ਵੀ। ਉਹ ਮੂਰਖ ਹੈ ਜਿਹੜੇ ਕਹਿੰਦੇ ਕਰਮ ਨਹੀਂ ਬਦਲੇ ਜਾ ਸਕਦੇ। ਇਹਨੂੰ ਇਦਾਂ ਕਹਾਣੀ ਨੂੰ ਸਮਝ ਲਈਏ ਕਿ ਇੱਕ ਨੌਜਵਾਨ ਸੀ, ਕਿਸੇ ਨਾਲ ਪਿਆਰ ਕਰਦਾ ਸੀ, ਉਹਨੇ ਦਿਲ ਤੋੜ ਦਿੱਤਾ, ਮੈਂ ਤੇਰੇ ਨਾਲੋਂ ਬ੍ਰੇਕਅਪ ਕੀਤਾ, ਛੱਡਿਆ। ਨੌਜਵਾਨ ਕਹਿੰਦਾ ਹੁਣ ਤਾਂ ਮਰ ਜਾਣਾ, ਜ਼ਹਿਰ ਪਾ ਕੇ ਬਹਿ ਗਿਆ, ਹਾਲੇ ਪੀਣੇ ਲੱਗਾ ਸੀ ਕਿ ਜਦ ਉਹਨੂੰ ਫੋਨ ਆ ਗਿਆ, ਸੌਰੀ ਮੈਂ ਤੈਨੂੰ ਬਹੁਤ ਪਿਆਰ ਕਰਦੀ ਆ ਜਾਂ ਕਰਦਾ। ਉਹ ਕਹਿੰਦਾ ਹੈ, ਛੱਡਿਆ ਜ਼ਹਿਰ, ਜੂਸ ਪੀਣ ਲੱਗ ਪਿਆ। ਹੁਣ ਦੇਖੋ ਬਦਲਿਆ ਕੀ, ਗਲਾਸ ਦਾ ਜੂਸ ਬਦਲਿਆ ਤਾਂ ਜ਼ਿੰਦਗੀ ਵੀ। ਆ ਬੇਨਤੀ ਕਰਦੇ ਮਾਲਕੋ, ਕਿਸੇ ਨੇ ਦੀਵਾ ਰੱਖ ਦਿੱਤਾ ਸਾਡੇ ਘਰ ਮੋਰੇ, ਆ ਕਿਸੇ ਨੇ ਜੀ ਆ ਟੂਣਾ ਜਿਹਾ ਕਰਤਾ। ਹੁਣ ਉਹਨਾਂ ਨੂੰ ਇੱਕ ਗੱਲ ਕਹਿਣੀ ਚਾਹਾਂਗੇ ਅਸੀਂ, ਸ਼ੁਰੂ ਕਰਦੇ ਹਾਂ ਉਸ ਦੋ ਜਹਾਨ ਦੇ ਪਾਲਨਹਾਰ ਦਾ ਨਾਮ ਲੈ ਕੇ, ਜੋ ਸਭ ਤੇ ਬਹੁਤ ਹੀ ਰਹਿਮਤਾਂ ਔਰ ਬਖਸ਼ਿਸ਼ਾਂ ਕਰਨੇ ਵਾਲਾ ਹੈ। ਅੱਜ ਦੇ ਸਤਸੰਗ ਦੀ ਸ਼ੁਰੂਆਤ ਅਸੀਂ ਸਵਾਮੀ ਰਾਮ ਇੱਕ ਬਹੁਤ ਬੜੇ ਫਕੀਰ ਕਹਿ ਲਓ, ਸੰਤ ਕਹਿ ਲਓ, ਮਹਾਤਮਾ ਕਹਿ ਲਓ, ਜਿਨ੍ਹਾਂ ਨੇ ਸੰਸਾਰ ਨੂੰ ਆਪਣੇ ਗਿਆਨ ਦੇ ਜ਼ਰੀਏ ਬੜੇ ਵਹਿਮਾਂ, ਬੜੇ ਭਰਮਾਂ ਚੋਂ ਕੱਢਿਆ। ਸੋ ਅੱਜ ਦੇ ਸਤਸੰਗ ਦੀ ਸ਼ੁਰੂਆਤ ਅਸੀਂ ਸਵਾਮੀ ਰਾਮ ਦੇ ਜੀਵਨ ਦੀ ਇੱਕ ਬੜੀ ਪਿਆਰੀ ਘਟਨਾ ਤੋਂ ਕਰਾਂਗੇ। ਇਹ ਘਟਨਾ ਹੈ ਉਸ ਸਮੇਂ ਦੀ ਜਦੋਂ ਉਹ ਇੱਕ ਵਾਰ ਬੈਠੇ ਹੋਏ ਸੀ ਔਰ ਇੱਕ ਨੌਜਵਾਨ ਉਹਨਾਂ ਦੇ ਕੋਲ ਆਇਆ ਔਰ ਆ ਕੇ ਉਸਨੇ ਇੱਕ ਪ੍ਰਸ਼ਨ ਪੁੱਛਿਆ ਸਵਾਮੀ ਰਾਮ ਨੂੰ। ਔਰ ਜਰਾ
ਇਹ ਧਿਆਨ ਦੇਣ ਵਾਲੀ ਗੱਲ ਹੈ ਕਿ ਪ੍ਰਸ਼ਨ ਕੀ ਪੁੱਛਿਆ, ਔਰ ਅਸੀਂ ਕਹਾਂਗੇ ਕਿ ਐਸਾ ਪ੍ਰਸ਼ਨ ਪੁੱਛਿਆ ਜੋ ਕਿਤੇ ਨਾ ਕਿਤੇ ਸਾਡੇ ਸਾਰਿਆਂ ਦੇ ਜੀਵਨ ਨਾਲ ਕੀ ਹੈ, ਜੁੜਿਆ ਹੋਇਆ ਹੈ। ਕਿਉਂਕਿ ਇਨਸਾਨ ਦੇ ਮਨ 'ਚ ਵੀ ਕਈ ਪ੍ਰਸ਼ਨ ਉੱਠਦੇ ਹੈ, ਕਈ ਸਵਾਲ ਉੱਠਦੇ ਹੈ, ਪਰ ਕਈ ਵਾਰ ਇਨਸਾਨ ਨੂੰ ਸਮਝ ਨਹੀਂ ਆਉਂਦੀ ਕਿ ਸਵਾਲ ਦਾ ਜਵਾਬ ਮੈਨੂੰ ਮਿਲੇਗਾ ਕਿੱਥੋਂ, ਇਹ ਪ੍ਰਸ਼ਨ ਦਾ ਹੱਲ ਕਿੱਦਾਂ ਹੋਏਗਾ। ਫਿਰ ਉਹ ਪ੍ਰਸ਼ਨਾਂ ਦੇ ਹੱਲ, ਉਹ ਸਵਾਲਾਂ ਦੇ ਜਵਾਬ ਇਨਸਾਨ ਨੂੰ ਮਿਲਦੇ ਆ ਸੰਤਾਂ, ਮਹਾਤਮਾ, ਪੀਰਾਂ, ਫਕੀਰਾਂ ਦੇ ਕੋਲ ਜਾ ਕੇ। ਕਿਉਂਕਿ ਜਿੱਦਾਂ ਦੱਸੀਦਾ ਨਾ ਕਿ ਹਰ ਸਵਾਲ ਦੀ ਚਾਬੀ, ਹਰ ਮੁਸ਼ਕਿਲ ਦੀ ਕੁੰਜੀ, ਹਰ ਸਵਾਲ ਦਾ ਜਵਾਬ ਇਨਸਾਨ ਨੂੰ ਫਕੀਰਾਂ, ਗੁਰੂਆਂ, ਰਹਿਬਰਾਂ ਦੇ ਕੋਲੋਂ ਹੀ ਮਿਲਦਾ ਹੈ। ਸੋ ਉਹ ਨੌਜਵਾਨ ਦੇ ਅੰਦਰ ਵੀ ਇੱਕ ਪ੍ਰਸ਼ਨ ਸੀ ਜੋ ਕਾਫੀ ਸਮੇਂ ਤੋਂ ਉਸ ਨੂੰ ਪਰੇਸ਼ਾਨ ਕਰ ਰਿਹਾ ਸੀ, ਪਰ ਉਹਨੂੰ ਸਮਝ ਨਹੀਂ ਆਉਂਦੀ ਸੀ ਕਿਸ ਤੋਂ ਮੈਨੂੰ ਇਹ ਤਸੱਲੀ ਬਖਸ਼ ਉੱਤਰ ਮਿਲੇਗਾ। ਇਸ ਲਈ ਇੱਕ ਦਿਨ ਉਸਨੇ ਦੇਖਿਆ ਸਵਾਮੀ ਰਾਮ ਨੂੰ ਬੈਠਿਆ ਹੋਇਆ, ਤਾਂ ਮਨ 'ਚ ਆਪਣੇ ਆਪ ਖਿਆਲ ਆਇਆ ਕਿ ਸ਼ਾਇਦ ਇਹਨਾਂ ਦੇ ਕੋਲੋਂ ਮੇਰੇ ਉਹ ਪ੍ਰਸ਼ਨ ਦਾ ਉੱਤਰ ਮਿਲ ਜਾਵੇ ਜੋ ਇੰਨੇ ਸਮੇਂ ਤੋਂ ਮੈਨੂੰ ਪਰੇਸ਼ਾਨ ਕਰ ਰਿਹਾ ਹੈ। ਹੁਣ ਗਿਆ ਸਵਾਮੀ ਰਾਮ ਦੇ ਕੋਲ, ਔਰ ਜਾ ਕੇ ਉਸਨੇ ਸਵਾਮੀ ਰਾਮ ਜੀ ਦੇ ਅੱਗੇ ਹੱਥ ਜੋੜੇ ਕਿ ਸਵਾਮੀ ਜੀ, ਮੇਰੇ ਅੰਦਰ ਇੱਕ ਸਵਾਲ ਹੈ ਜੋ ਕਾਫੀ ਸਮੇਂ ਤੋਂ ਮੈਨੂੰ ਪਰੇਸ਼ਾਨ ਕਰ ਰਿਹਾ ਹੈ, ਮੈਨੂੰ ਉਹਦਾ ਜਵਾਬ ਦਿਓ। ਤਾਂ ਸਵਾਮੀ ਜੀ ਨੇ ਪੁੱਛਿਆ, ਕਹਿੰਦੇ ਬੋਲ ਬੇਟਾ, ਕੀ ਸਵਾਲ ਹੈ ਤੇਰੇ ਅੰਦਰ, ਕੀ ਸਵਾਲ ਹੈ ਤੇਰੇ ਅੰਦਰ ਜੋ ਤੈਨੂੰ ਪਰੇਸ਼ਾਨ ਕਰ ਰਿਹਾ ਹੈ, ਬੋਲ, ਪੁੱਛ। ਤਾਂ ਉਸਨੇ ਦੇਖੋ ਸਵਾਲ ਕੀ ਕੀਤਾ। ਉਹ ਨੌਜਵਾਨ ਨੇ ਆਪਣੇ ਸਵਾਲ ਨੂੰ ਜਦੋਂ ਪੁੱਛਿਆ ਤਾਂ ਉਹਨੂੰ ਇੱਕ ਸ਼ਲੋਕ ਦੇ ਜ਼ਰੀਏ, ਇੱਕ ਸ਼ਬਦ ਦੇ ਜ਼ਰੀਏ ਇਹ ਲਿਖਿਆ ਗਿਆ ਹੈ कि उसने सवाल की पूछा स्वामी राम नू, जरा गौर करना, कि पूजा भी करते हैं भगवान के नाम की, ज्योत भी जगाते हैं। जरा गौर करना कि पूजा भी करते हैं भगवान के नाम पर, ज्योत भी जगाते हैं, फिर भी मुझे समझ नहीं आता कि लोग इतना दुख क्यों पाते हैं। जरा समझना, देखो सवाल किसी एक दा नहीं है। ਅੱਜ ਬਹੁਤ ਇਨਸਾਨ ਐਸੇ ਹੈ ਜਿਹੜੇ ਘਰ ਦੇ ਵਿੱਚ ਭਗਵਾਨ ਦੀ, ਪਰਮਾਤਮਾ ਦੀ, ਪ੍ਰਭੂ ਦੀ ਕਿਸੇ ਨਾ ਕਿਸੇ ਰੂਪ ਵਿੱਚ ਪੂਜਾ ਕਰਦੇ ਆ ਕਿ ਨਹੀਂ। ਕਿਸੇ ਨੇ ਘਰ 'ਚ ਮੰਦਿਰ ਛੋਟਾ ਜਿਹਾ ਬਣਾਇਆ, ਉਹਦੀ ਪੂਜਾ ਕਰ ਰਹੇ ਹੈ, ਕੋਈ ਜੋਤ ਜਗਾਉਂਦਾ ਹੈ, ਕੋਈ ਪਾਠ ਕਰਦਾ ਹੈ, ਕੋਈ ਆਪਣੇ ਢੰਗ ਨਾਲ ਕੁਛ ਕਰ ਰਿਹਾ, ਕੋਈ ਆਪਣੇ ਤਰੀਕੇ ਨਾਲ ਕੁਛ ਕਰ ਰਿਹਾ ਹੈ। ਹੁਣ ਇੱਥੇ ਉਹਨੇ ਗੱਲ ਪੂਜਾ ਦੀ ਕੀਤੀ, ਪਰ ਅਗਰ ਅਸੀਂ ਅਲੱਗ-ਅਲੱਗ ਧਰਮਾਂ 'ਚ ਦੇਖੀਏ, ਕਿਤੇ ਨਮਾਜ਼ ਪੜ੍ਹੀ ਜਾਂਦੀ ਹੈ, ਕਿਤੇ ਪੂਜਾ ਕੀਤੀ ਜਾਂਦੀ ਹੈ, ਕਿਤੇ ਜਪ ਕੀਤਾ ਜਾਂਦਾ, ਕਿਤੇ ਤਪ ਕੀਤਾ ਜਾਂਦਾ ਹੈ, ਪਰ ਫਿਰ ਵੀ ਇਨਸਾਨ ਦੇ ਜੀਵਨ 'ਚ ਦੁੱਖ ਕਿਉਂ ਹੈ? ਕਿਉਂਕਿ ਜੇ ਇਨਸਾਨ ਭਗਵਾਨ ਦੀ ਪੂਜਾ ਵੀ ਕਰ ਰਿਹਾ ਹੈ, ਜਿਸਨੇ ਸਾਰੀ ਸ੍ਰਿਸ਼ਟੀ ਨੂੰ ਬਣਾਇਆ ਹੈ, ਜਿਸਨੇ ਸਾਰੀ ਦੁਨੀਆ ਨੂੰ ਬਣਾਇਆ ਹੈ, ਜੋ ਖੁਦ ਸੁੱਖਾਂ ਦਾ ਦਾਤਾ ਹੈ, ਜਰਾ ਸੋਚ ਕੇ ਦੇਖੋ ਕਿ ਬੰਦਾ ਕਹਿੰਦਾ ਇਹ ਸੁੱਖਾਂ ਦਾ ਦਾਤਾ ਹੈ ਔਰ ਮੈਂ ਇਹਦੀ ਪੂਜਾ ਕਰ ਰਿਹਾ, ਫਿਰ ਵੀ ਮੈਂ ਦੁਖੀ, ਤੇ ਕਮੀ ਕਿੱਥੇ ਹੈ? ਕਾਰਨ ਕੀ ਹੈ ਦੁੱਖਾਂ ਦਾ? ਹੁਣ ਜਦੋਂ ਉਸਨੇ ਪੁੱਛਿਆ ਕਿ पूजा भी करते हैं भगवान के नाम की, ज्योत भी जगाते हैं, फिर भी मुझे समझ नहीं आता कि लोग इतना दुख क्यों उठाते हैं, क्यों पाते हैं, इतना दुख क्यों पा रहा है इंसान, क्यों इंसान के जीवन च दुख? सुखां दे दाते की पूजा करके तो इंसान के जीवन च की होना चाहिए है? सुख ही सुख, आनंद ही आनंद, खुशी ही खुशी, पर फिर भी दुख है। ਹੁਣ ਜੇ ਤੁਹਾਨੂੰ ਹੀ ਪੁੱਛੀਏ ਤਾਂ ਫਿਰ ਇਨਸਾਨ ਕਹੇਗਾ ਹਾਂਜੀ ਅਸੀਂ ਵੀ ਘਰ 'ਚ ਪੂਜਾ ਕਰਦੇ ਹਾਂ, ਚਾਹੇ ਅਗਰਬੱਤੀ ਲਾਉਂਦੇ ਹਾਂ, ਚਾਹੇ ਧੂਫ ਲਾਉਂਦੇ ਹਾਂ, ਪਰ ਫਿਰ ਵੀ ਦੁਖੀ, ਫਿਰ ਵੀ ਜੀਵਨ 'ਚ ਦੁੱਖ, ਫਿਰ ਵੀ ਪਰੇਸ਼ਾਨੀਆਂ। ਕਹਿੰਦਾ ਮੈਨੂੰ ਬਸ ਇਹੀ ਸਵਾਲ, ਇਹੀ ਸੋਚ ਮੇਰੇ ਅੰਦਰ ਦਿਨ ਰਾਤ ਮੈਨੂੰ ਪਰੇਸ਼ਾਨ ਕਰਦੀ ਹੈ ਕਿ ਜੇ ਪੂਜਾ ਕਰਨ ਦੇ ਬਾਵਜੂਦ, ਭਗਵਾਨ ਦੇ ਨਾਮ ਤੇ ਜੋਤਾਂ ਜਗਾਉਣ ਦੇ ਬਾਵਜੂਦ ਵੀ ਇਨਸਾਨ ਦੇ ਜੀਵਨ 'ਚ ਦੁੱਖ ਹੈ, ਤਾਂ ਇਹ ਕਾਰਨ ਕੀ ਹੈ? ਫਿਰ ਸਾਨੂੰ ਇਹ ਪੂਜਾ ਕਰਨੀ ਚਾਹੀਦੀ ਹੈ ਜਾਂ ਨਹੀਂ? ਇਹ ਉਹਦੇ ਨਾਮ ਤੇ ਜੋਤ ਜਗਾਣੀ ਚਾਹੀਦੀ ਹੈ ਜਾਂ ਨਹੀਂ? ਜਦੋਂ ਨੌਜਵਾਨ ਨੇ ਇੱਕ ਪ੍ਰਸ਼ਨ ਸਵਾਮੀ ਰਾਮ ਨੂੰ ਪੁੱਛਿਆ ਤਾਂ ਦੇਖੋ ਅੱਗੇ ਉਹਨਾਂ ਦਾ ਜਵਾਬ ਕੀ ਸੀ। ਇਹੀ ਗੱਲ ਸਮਝਣ ਵਾਲੀ ਹੈ ਕਿ ਜਿਹੜੇ ਵਾਕਈ ਉਸ ਆਨੰਦ ਨੂੰ, ਉਸ ਪਰਮਾਤਮਾ ਪ੍ਰਭੂ ਨੂੰ ਜਾਣ ਚੁੱਕੇ ਹੈ, ਉਸ ਪ੍ਰਭੂ ਨੂੰ ਸਮਝ ਚੁੱਕੇ ਹੈ, ਉਹੀ ਇਦਾਂ ਦਾ ਜਵਾਬ ਦੇ ਸਕਦੇ ਹੈ। ਸਮਝਦੇ ਹੋ ਕਿ ਨਹੀਂ? ਨਹੀਂ ਤਾਂ ਦੂਸਰੇ ਨੇ, ਜਿਹੜਾ ਬਾਹਰਲੇ ਕਰਮ ਕਾਂਡਾਂ ਵਿੱਚ ਹੀ ਫਸਿਆ, ਉਹਨੇ ਕੀ ਕਹਿਣਾ, ਭਾਈ ਜੋਤ ਕਾਹਦੀ ਜਗਾਉਂਦਾ ਹੈ? ਮੈਂ ਜੀ ਤੇਲ ਦੀ ਜਗਾਉਂਦਾ, ਫਿਰ ਦੇਸੀ ਘੇ ਦੀ ਜਗਾਣੀ ਸ਼ੁਰੂ ਕਰ ਦੇ। ਅੱਛਾ ਜੀ ਮੈਂ ਜੀ ਘੇ ਦੀ ਜਗਾਉਂਦਾ, ਕਿਹੜੇ ਘੇ ਦੀ ਜਗਾਉਂਦਾ ਆ? ਮੈਂ ਜੀ ਮੱਝ ਦੇ ਘੇ ਦੀ, ਗਾਉਂ ਦੇ ਘੇ ਦੀ ਜਗਾ ਫਿਰ। ਅੱਛਾ ਗਾਉਂ, ਮੈਂ ਜੀ ਗਾਉਂ ਦੇ ਘੇ ਦੀ ਜਗਾਉਂਦਾ, ਕਿਹੜੇ ਗਾਉਂ ਦੇ? ਦੇਸੀ ਗਾਉਂ ਦੇ ਘੇ ਦੀ ਜਗਾ, ਆਮ ਗਾਉਂ ਨਹੀਂ ਚਾਹੀਦੀ। ਜੇ ਕੋਈ ਕਹੇ ਮੈਂ ਦੇਸੀ ਗਾਉਂ ਦੀ, ਉਹ ਗੀਰ ਗਾਉਂ, ਇਹ ਦੇਸੀ ਗਾਉਂ ਤੋਂ ਵੀ ਉੱਪਰ ਹੈ, ਗੀਰ ਗਾਉਂ, ਉਹਦੀ ਜਗ੍ਹਾ।
ਉਹ ਵਿਚਾਰਾ ਗੀਤ ਗਾਉਣ ਲੱਭੀ ਜਾਵੇ। ਹੁਣ ਉਹ ਬਾਹਰ ਹੀ ਉਲਝਾ ਕੇ ਰੱਖਦੇ ਆ ਜੀ, ਮੈਂ ਆਹ ਕੱਪੜਾ ਪਾ ਕੇ ਦੁਖੀ ਆ, ਤੂੰ ਭਾਈ ਰੰਗ ਚੇਂਜ ਕਰ ਦੇ। ਮੈਂ ਆਹ ਪਹਿਰਾਵਾ ਦੁਖੀ ਆ, ਤੂੰ ਪਹਿਰਾਵਾ ਚੇਂਜ ਕਰ ਦੇ। ਧਰਮਾਂ ਵਿੱਚ ਕੀ ਕੀਤਾ ਜਾਂਦਾ? ਪਹਿਰਾਵੇ ਬਦਲੇ ਜਾਂਦੇ ਕਿ ਨਹੀਂ? ਅਸੀਂ ਕਈ ਵਾਰ ਕਿਹਾ ਹੈ ਕਿ ਜਦੋਂ ਧਰਮ ਦੀ ਗੱਲ ਆਉਂਦੀ ਹੈ ਪਹਿਰਾਵੇ ਹੀ ਬਦਲੇ ਹੈ। ਇਨਸਾਨ ਤਾਂ ਇਨਸਾਨ ਹੀ ਹੈ, ਖੂਨ ਤਾਂ ਲਾਲ ਹੀ ਹੈ, ਹੱਡੀਆਂ ਵੀ ਉਨੀਆਂ ਹੀ ਹੈ। ਕਿੰਨੀਆਂ ਹੱਡੀਆਂ ਹੁੰਦੀਆਂ ਇਨਸਾਨ ਦੇ ਅੰਦਰ? ਸ਼ਾਇਦ 200, ਯਾਦ ਆ ਕਿ ਨਹੀਂ ਤੁਹਾਨੂੰ? 206। ਹੁਣ ਇਹ ਤਾਂ ਹੈ ਨਹੀਂ ਕਿ ਮੁਸਲਮਾਨ ਅੰਦਰ 300 ਹੋ ਗਈਆਂ, ਸਿੱਖ ਅੰਦਰ 250 ਹੋ ਗਈਆਂ, ਤਾਂ ਜਾਂ ਕਿਸੇ ਹੋਰ ਅੰਦਰ 400 ਹੋ ਗਈਆਂ, ਤਾਂ ਕੋਈ ਹੋਰ ਹੈ ਤਾਂ ਉਹਦੇ ਅੰਦਰ 100 ਹੋ ਗਈ। ਉਹ ਹੱਡੀਆਂ ਵੀ ਉਨੀਆਂ, ਖੂਨ ਵੀ ਉਹੀ। ਸਮਝਦੇ ਹੋ ਕਿ ਨਹੀਂ? ਹਰ ਚੀਜ਼, ਅੱਖਾਂ, ਨੱਕ, ਯਾਨੀ ਪੂਰੇ ਬਾਡੀ ਦਾ ਸਟਰਕਚਰ ਦੇਖਿਆ ਜਾਵੇ ਤਾਂ ਸਭ ਦਾ ਵੈਸਾ ਹੀ ਹੈ। ਫਰਕ ਕਿੱਥੋਂ ਪਤਾ ਲੱਗਦਾ ਹੈ? ਫਰਕ ਕਿੱਥੋਂ ਪਤਾ ਲੱਗਦਾ ਹੈ? ਸਿਰਫ ਬੰਦੇ ਪਹਿਰਾਵੇ ਤੋਂ। ਇਹਦਾ ਪਹਿਰਾਵਾ ਇਦਾਂ ਦਾ ਤਾਂ ਇਹ ਆਹ ਧਰਮ ਹੈ, ਇਹਦਾ ਪਹਿਰਾਵਾ ਇਦਾਂ ਦਾ ਤਾਂ ਇਹ ਕਹਿ ਦਿਓ ਇਹ ਆਹ ਧਰਮ ਦਾ ਹੈ। ਕਿਉਂਕਿ ਬੰਦਾ ਸਿਰਫ ਪਹਿਰਾਵੇ ਨੂੰ ਦੇਖ ਕੇ ਹੀ ਕਹਿ ਸਕਦਾ ਹੈ। ਸੋ ਜਿਨ੍ਹਾਂ ਨੇ ਅੰਦਰ ਦੀ ਸੱਚਾਈ ਨੂੰ ਜਾਣਿਆ ਹੁੰਦਾ, ਜਿਹੜੇ ਦਾ ਪਹਿਰਾਵਿਆਂ 'ਚ ਬਾਹਰਲੇ ਭੇਸ਼ ਭੂਸ਼ਾ 'ਚ ਫਸੇ ਹੋਏ ਹੈ, ਉਹ ਸਾਨੂੰ ਧਰਮਾਂ ਦੇ ਨਾਂ ਤੇ ਲੜਾਈ ਜਾਣਗੇ। ਪਰ ਜਿਨ੍ਹਾਂ ਨੇ ਸੱਚਾਈ ਨੂੰ ਸਮਝਿਆ ਹੈ, ਇੱਕੋ ਹੀ ਗੱਲ ਕਹਿਣਗੇ। ਕਿਹੜੀ ਗੱਲ? ਜਿਹੜੀ स्वामी राम ने कही। ਜਦੋਂ ਪੁੱਛਿਆ कि पूजा भी करते हैं भगवान के नाम पर, जोत भी जगाते हैं, फिर भी समझ नहीं आता कि ये लोग इतना दुख क्यों पाते हैं, इतना दुख क्यों मिल रहा है। तो उस वेले स्वामी राम ने उसी अंदाज में जवाब दिता फिर कि जिन दिलों में भगवान बसता है, जिन दिलों में भगवान बसता है, अगर उन दिलों को दुखाएगा तो जोत पूजा पाठ जप तप करने से भगवान की कृपा कैसे पाएगा? भगवान की कृपा कैसे पाएगा? प्रेम, सबसे प्रेम करने से ही भगवान की कृपा इंसान पाता है, और फिर ही इंसान के जीवन में आनंद सुख आता है। ਹੁਣ ਜਰਾ ਸਮਝੋ ਕੀ ਜਵਾਬ ਦੇ ਰਹੇ ਹੋ। ਹੁਣ ਇੱਥੇ ਉਹਨਾਂ ਨੇ ਕੋਈ ਪੂਜਾ ਦੀ, ਕੋਈ ਪਾਠ ਦੀ, ਕੋਈ ਜਪ ਤਪ ਦੀ ਗੱਲ ਨਹੀਂ ਕੀਤੀ। ਇਸ਼ਾਰਾ ਕੀ ਕੀਤਾ? ਕਹਿੰਦੇ ਜਿਨ ਦਿਲੋਂ में भगवान बसता है, अगर उन दिलों को ही कह दो ਹੁਣ दुखाएगा। ਇਹਦਾ ਮਤਲਬ ਦੱਸਿਆ ਗਿਆ ਹੈ ਕਿ ਅਗਰ ਤੂੰ ਭਗਵਾਨ ਨੂੰ ਖੁਸ਼ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਇਹ ਗੱਲ ਸਮਝ ਲੈ ਕਿ ਸਭ ਦੇ ਅੰਦਰ ਉਹ ਪਰਮਾਤਮਾ, ਉਹ ਭਗਵਾਨ, ਉਹ ਪ੍ਰਭੂ ਹੀ ਕਹਿ ਦਿਓ ਹੁਣ ਬਸਦਾ ਹੈ ਕਿ ਨਹੀਂ। ਹੁਣ ਮੂਰਤੀ ਅੱਗੇ ਜਾਂ ਤਸਵੀਰ ਅੱਗੇ ਤਾਂ ਤੁਸੀਂ ਜੋਤ ਜਗਾ ਦਿੱਤੀ, ਪਰ ਜਿੱਥੇ ਜੀਦਾ ਜਾਗਦਾ ਭਗਵਾਨ, ਪਰਮਾਤਮਾ, ਪ੍ਰਭੂ, ਉਹ ਰੱਬ ਬੈਠਾ ਹੈ, ਉਹਨੂੰ ਤਕਲੀਫ ਦੇਈ ਜਾਓ, ਉਹਨੂੰ ਮਾਰੀ ਜਾਓ, ਉਹਨਾਂ ਝਗੜੇ ਕਰੀ ਜਾਓ। तो जिन दिलों में भगवान बसता है, अगर उन दिलों को दुखाएगा तो फिर तू भगवान की कृपा, कृपा यानी ओदी रहमत, वो कितना पाएगा तू? हुण जरा सोच के देखो, कोई तुहाडी तस्वीर लैके, कोई तुहाडी तस्वीर लैके तस्वीर दी तां पूजा करे, पर जिहड़े घर च तुसीं रहिंदे आ उत्ते बलडोजर लैके आ जावे ढाण वास्ते, तां तुहानूं खुशी होएगी? ਉਹ ਕਹਿੰਦਾ ਇੱਕ ਪਾਸੇ ਤੂੰ ਮੇਰੀ ਪੂਜਾ ਕਰਦਾ, ਦੂਜੇ ਪਾਸੇ ਜਿਹੜਾ ਘਰ ਮੇਰਾ ਜਿੱਥੇ ਮੈਂ ਰਹਿਣਾ ਉਹਨੂੰ ਢਾਣ ਦੀ ਕੋਸ਼ਿਸ਼ ਕਰ ਰਿਹਾ ਆ। ਤਾਂ ਜ਼ਮੀਨ ਦੇ ਤਾਂ ਕਹਿੰਦੇ ਨਾ 1 ਫੁੱਟ ਦੇ ਪਿੱਛੇ ਹੀ ਝਗੜੇ ਹੋ ਜਾਂਦੇ ਆ, ਹੋ ਜਾਂਦੇ ਕਿ ਨਹੀਂ? ਆ ਕਿਤੇ ਗੁਆਂਢੀਆਂ ਨੇ ਦੀਵਾਰ ਕਰਨੀ ਹੋਵੇ ਨਾ, ਝਗੜਾ ਹੋ ਜਾਂਦਾ, ਮਾਰੇ ਉਹ ਦੀਵਾਰ ਨਹੀਂ ਸਾਨੂੰ ਕਰਨ ਦਿੰਦੇ ਕਿ ਅੱਧੀ ਦੀਵਾਰ ਸਾਡੀ ਅੱਧੀ ਤੁਹਾਡੀ ਹੈ। ਉਹ ਨਾਲੀ ਨਹੀਂ ਸਾਨੂੰ ਕੱਢਣ ਦਿੰਦੇ ਘਰ ਦੇ ਮੋਹਰ ਦੀ, ਝਗੜਾ ਹੋ ਗਿਆ, ਕੇਸ ਚੱਲ ਰਿਹਾ ਹੈ। ਉਹ ਇਨਸਾਨ ਤਾਂ 1 ਫੁੱਟ ਜਗ੍ਹਾ ਨਹੀਂ ਛੱਡਦਾ। ਤਾਂ ਜੇ ਅਸੀਂ ਘਰ ਹੀ ਉਹ ਢਾਵਾਂਗੇ ਜਿੱਥੇ ਉਹ ਰੱਬ, ਉਹ ਪਰਮਾਤਮਾ, ਪ੍ਰਭੂ ਰਹਿੰਦਾ, ਤਾਂ ਫਿਰ ਉਹ ਰੱਬ ਦੀ ਰਹਿਮਤ, ਉਹਦੀ ਖੁਸ਼ੀ, ਸਾਨੂੰ ਉਹ ਸੁੱਖਾਂ ਦੇ ਦਾਤੇ ਦੀ ਤਰਫੋਂ ਸੁੱਖ ਮਿਲੇਗਾ ਕਿੱਦਾਂ? ਇਸ ਲਈ ਸਮਝਣਾ ਸਭ ਤੋਂ ਪਹਿਲਾਂ ਇਹਦਾ ਪੁਆਇੰਟ ਕੀ ਹੈ ਕਿ ਸਭ ਤੋਂ ਪਹਿਲਾਂ ਇੰਨੀ ਗੱਲ ਯਾਦ ਰੱਖਣਾ ਹੈ ਕਿ ਮੂਰਤੀ ਅੱਗੇ ਦੀਵਾ ਜਲੇ ਨਾ ਜਲੇ, ਸਾਡੇ ਅੰਦਰ ਪ੍ਰੇਮ ਦਾ ਦੀਪਕ ਜ਼ਰੂਰ ਜਗਣਾ ਚਾਹੀਦਾ ਹੈ। ਕਿਉਂਕਿ ਪਰਮਾਤਮਾ ਇਹ ਦੇਖਦਾ ਹੈ ਕਿ ਤੂੰ ਅੰਦਰ ਪ੍ਰੇਮ ਦਾ ਦੀਪਕ, ਵਿਸ਼ਵਾਸ ਦਾ ਦੀਪਕ ਜਗਾਇਆ ਹੈ ਜਾਂ ਨਹੀਂ। ਜੇ ਤੇਰੇ ਅੰਦਰ ਪ੍ਰੇਮ ਔਰ ਵਿਸ਼ਵਾਸ ਦਾ ਦੀਵਾ ਹੀ ਨਹੀਂ ਜਲਿਆ ਤਾਂ ਬਾਹਰੋਂ ਤੂੰ ਚਾਹੇ ਘੇ ਦੇ ਜਗਾਈ ਜਾ, ਚਾਹੇ ਤੇਲ ਦੇ ਜਗਾਈ ਜਾ, ਉਹ ਸਾਰੇ ਦੀਪਕ ਤੇਰੇ ਵਿਅਰਥ ਹੈ। ਉਹਨਾਂ ਨਾਲ ਪਰਮਾਤਮਾ ਦੀ ਕਿਰਪਾ ਨਹੀਂ ਮਿਲਣੀ। ਇਸ ਲਈ ਅੱਜ ਤੋਂ ਪਹਿਲਾਂ ਸਬਕ ਕੀ ਸਿੱਖਣਾ ਹੈ ਸੀ? ਕਿਉਂਕਿ ਸਤਸੰਗ ਦਾ ਮਤਲਬ ਹੀ ਇਹ ਹੈ, ਸਮਝਦੇ ਹੋ ਕਿ ਨਹੀਂ? ਇੱਥੇ ਅੱਜ ਇਹ ਨਹੀਂ ਤੁਹਾਨੂੰ ਕਹਿਣਾ ਕਿ ਨੀਵੇਂ ਇੰਨੇ ਕੁ ਚਿਰਾਗ ਨੂੰ ਐਡਾ ਕਰ ਦਿਓ ਫਿਰ ਪਰਮਾਤਮਾ ਖੁਸ਼ ਹੋਣਾ ਹੈ। ਬੰਦਾ ਕਹੇ ਰੱਬ ਖੁਸ਼ ਕਿਉਂ ਨਹੀਂ ਹੁੰਦਾ, ਉਹਦੀ ਕਿਰਪਾ ਕਿਉਂ ਨਹੀਂ ਮਿਲਦੀ, ਦੁੱਖ ਕਿਉਂ ਨਹੀਂ ਦੂਰ ਹੁੰਦੇ? ਭਾਈ ਤੂੰ ਜੋਤ ਛੋਟੀ ਜਗ੍ਹਾ ਦਾ ਬੜੀ ਕਰ ਦੇ,
ਇੱਥੇ ਜੋਤਾਂ ਬੜੀਆਂ ਕਰਨ ਨਾਲ ਕੁਝ ਨਹੀਂ ਹੋਣਾ, ਆਪਣੇ ਦਿਲ ਨੂੰ ਬੜਾ ਕਰਨ ਨਾਲ ਸਭ ਕੁਝ ਹੋ ਜਾਣਾ ਹੈ। ਆਪਣੀ ਸੋਚ ਨੂੰ ਬੜਾ ਕਰਨ ਨਾਲ ਸਭ ਕੁਝ ਹੋ ਜਾਣਾ ਹੈ। ਆਪਣੇ ਵਿਸ਼ਵਾਸ ਨੂੰ ਬੜਾ ਕਰਨ ਨਾਲ ਸਭ ਕੁਝ ਹੋ ਜਾਣਾ ਹੈ। ਕਿਉਂਕਿ ਜਿਨ੍ਹਾਂ ਦੇ ਦਿਲਾਂ 'ਚ ਵਿਸ਼ਵਾਸ ਹੈ, ਜਿਨ੍ਹਾਂ ਦੇ ਅੰਦਰ ਯਕੀਨ ਹੈ, ਫਿਰ ਉੱਥੇ ਇਹੀ ਹਮੇਸ਼ਾ ਦੱਸੀਦਾ ਕਿ ਵਿਸ਼ਵਾਸ, ਯਕੀਨ ਦੇ ਅੰਦਰ ਉਹ ਸ਼ਕਤੀ ਹੈ ਜੋ ਨਾਮੁਮਕਿਨ ਨੂੰ ਮੁਮਕਿਨ ਕਰ ਦਿੰਦੀ ਹੈ। ਇੱਕ ਸੱਚੀ ਘਟਨਾ ਦੱਸਣ ਲੱਗੇ ਅਮਰੀਕਾ ਦੀ, ਕਿ ਦੋ ਭਰਾ ਸੀ ਜੋ ਸਕੂਲ 'ਚ ਪੜ੍ਹਦੇ ਸੀ। ਇੱਕ ਦੀ ਉਮਰ 8 ਸਾਲ ਦੀ ਸੀ ਜਿਹਦਾ ਨਾਮ ਗਲੇਨ ਸੀ, ਤੇ ਇੱਕ ਉਹਦਾ ਭਰਾ ਸੀ ਫਲਾਈਡ। ਇਹ ਦੋਨੇ ਸਕੂਲ ਦੇ ਵਿੱਚ ਸਨ 1917 ਦੀ ਗੱਲ, ਜਦੋਂ ਸਕੂਲ ਦੇ ਵਿੱਚ ਇਹਨਾਂ ਦੀ ਡਿਊਟੀ ਲੱਗੀ, ਕਿਉਂਕਿ ਉਸ ਸਮੇਂ ਸਰਦੀ ਪੈਂਦੀ ਸੀ। ਅੱਜ ਕੱਲ ਤਾਂ ਸਿਸਟਮ ਇਦਾਂ ਦਾ ਕਿ ਹੀਟਿੰਗ ਹੀ ਸਿਸਟਮ ਆ ਗਿਆ ਹੈ, ਕਿ ਉੱਥੇ ਬਾਹਰਲੇ ਦੇਸ਼ਾਂ 'ਚ ਜਿੱਥੇ ਠੰਡ ਜ਼ਿਆਦਾ ਹੁੰਦੀ ਹੈ, ਘਰਾਂ ਵਿੱਚ ਜਿੱਦਾਂ ਅੱਜ ਕੱਲ ਤੁਸੀਂ ਦੇਖਦੇ ਹੋ ਠੰਡ ਹੋਈ ਹੀਟਰ ਲਾ ਦਿੰਦੇ ਆ ਅਸੀਂ ਘਰ ਨੂੰ ਗਰਮ ਕਰਨ ਵਾਸਤੇ ਹੀਟਰ, ਪਰ ਇੱਥੇ ਤਾਂ ਇਦਾਂ ਦੇ ਹੀਟਰ ਅੱਜ ਕੱਲ ਬਾਹਰ ਤਾਂ ਉਹਨਾਂ ਨੇ ਦੀਵਾਰਾਂ ਵਿੱਚ ਹੀ ਪਾਈਪ ਫਿੱਟ ਕੀਤੇ ਹੁੰਦੇ ਕਿ ਹੀਟਰ ਔਨ ਕਰ ਦਿਓ, ਪੂਰਾ ਕਮਰਾ ਹੀਟ ਹੋ ਜਾਂਦਾ ਹੈ। ਪਰ ਉਸ ਸਮੇਂ ਜਦੋਂ ਦੀ ਇਹ ਗੱਲ ਹੈ 1917, ਉਸ ਵੇਲੇ ਇਦਾਂ ਦਾ ਸਿਸਟਮ ਨਹੀਂ ਸੀ। ਉਹ ਜਿਹੜੇ ਸਕੂਲ 'ਚ ਪੜ੍ਹਦੇ ਸੀ ਉੱਥੇ ਕਰਦੇ ਕੀ ਸੀ, ਉਹਨਾਂ ਨੂੰ ਮੌਕਾ ਜਾਨੀ ਕਿਹਾ ਗਿਆ ਕਿ ਤੁਸੀਂ ਬਈ ਇਹ ਸਟੋਵ ਬਾਲਣਾ ਹੈ। ਉਹਨੇ ਜਿੱਦਾਂ ਬੱਚਿਆਂ ਨੂੰ ਕਿਹਾ ਜਾਂਦਾ ਨਾ ਆਹ ਕੰਮ ਕਰੋ, ਤਾਂ ਦੱਸਿਆ ਜਾਂਦਾ ਘਟਨਾ ਹੈ ਕਿ ਉਹਨਾਂ ਨੇ ਪੀਪੀ ਚੱਕਣੀ ਸੀ, ਉਹ ਮਿੱਟੀ ਦੇ ਤੇਲ ਦੀ ਜਗ੍ਹਾ ਪੀਪੀ ਚੱਕ ਕੇ ਲੈ ਗਏ ਪੈਟਰੋਲ ਦੀ, ਔਰ ਪੈਟਰੋਲ ਨੂੰ ਅੱਗ ਬੜੀ ਜਲਦੀ ਪੈਂਦੀ ਹੈ। ਕਹਿੰਦੇ ਜਦੋਂ ਉਹਨਾਂ ਨੇ ਸਟੋਵ ਬਾਲਣ ਦੀ ਕੋਸ਼ਿਸ਼ ਕੀਤੀ, ਅੱਗ ਨੂੰ ਬਾਲਣ ਦੀ ਕੋਸ਼ਿਸ਼ ਕੀਤੀ, ਤਾਂ ਜਦੋਂ ਅਸੀਂ ਇਹ ਘਟਨਾ ਪੜ੍ਹ ਰਹੇ ਸੀ ਨਾ, ਤੇ ਇੱਕ ਲੇਖਕ ਨੇ ਲਿਖਿਆ ਕਿ ਸਟੋਵ ਬਾਲਣ ਦੀ ਕੋਸ਼ਿਸ਼ ਕੀਤੀ, ਦੂਜੇ ਨੇ ਲਿਖਿਆ ਹੈ ਕਿ ਕਮਰੇ ਨੂੰ ਗਰਮ ਕਰਨ ਵਾਸਤੇ ਲੱਕੜਾਂ 'ਚ ਅੱਗ ਲਾ ਕੇ ਉਹਨਾਂ ਨੇ ਉਹਨੂੰ ਕੋਲੇ ਤਿਆਰ ਕਰਨੇ ਸੀ, ਉਹ ਕਰਨ ਦੀ ਕੋਸ਼ਿਸ਼ ਕੀਤੀ। ਪਰ ਉੱਥੇ ਮਿੱਟੀ ਦੇ ਤੇਲ ਦੀ ਜਗ੍ਹਾ ਪੈਟਰੋਲ ਦੀ ਉਹ ਜਿਹੜੀ ਸੀਗੀ ਨਾ ਉਹ ਪੀਪੀ ਲੈ ਗਏ। ਜਦੋਂ ਪਾਈ ਤਾਂ ਅੱਗ ਇੱਦਾਂ ਭੜਕੀ ਕਿ ਅੱਗ ਲੱਗ ਗਈ। ਉੱਥੇ ਅੱਗ ਇੰਨੀ ਲੱਗੀ ਕਿ ਜਿਹੜਾ ਇੱਕ ਭਰਾ ਸੀ ਫਲਾਈਡ, ਉਹਦੀ ਤਾਂ ਇੰਨਾ ਸੜ ਗਿਆ ਕਿ ਉਹਦੀ ਡੈਥ ਹੋ ਗਈ। ਤਾਂ ਜਿਹੜਾ ਦੂਸਰਾ ਸੀ ਗਲੇਨ, ਉਹਦੀਆਂ ਕਮਰ ਤੋਂ ਥੱਲੇ ਸਾਰਾ ਹਿੱਸਾ ਸੜ ਗਿਆ। ਜਦੋਂ ਹਸਪੀਟਲ ਗਏ, ਇੱਕ ਦੀ ਡੈਥ ਹੋ ਗਈ ਹਸਪੀਟਲ ਜਾ ਕੇ, ਪਰ ਦੂਜਾ ਜੋ 8 ਸਾਲ ਦਾ ਸੀ ਗਲੇਨ, ਉਹਦਾ ਕਮਰ ਤੋਂ ਥੱਲੇ ਹਿੱਸਾ ਸੜ ਗਿਆ। ਤਾਂ ਡਾਕਟਰਾਂ ਨੇ ਉਹਦੀ ਮਾਂ ਨੂੰ ਕਿਹਾ ਕਿ ਇਹ ਥੱਲੇੋਂ ਹਿੱਸਾ ਸਾਨੂੰ ਕੱਟਣਾ ਪੈਣਾ ਹੈ, ਕਿਉਂਕਿ ਇਹ ਸਾਰਾ ਹਿੱਸਾ ਸਖਤ ਹੋ ਚੁੱਕਾ ਲੱਕੜ ਦੀ ਤਰ੍ਹਾਂ ਸੜ ਕੇ, ਕਿਉਂਕਿ ਸਾਰਾ ਮਾਸ ਸੜ ਚੁੱਕਾ ਹੈ। ਜਦੋਂ ਮਾਂ ਨੇ ਸੁਣਿਆ ਤਾਂ ਮਾਂ ਨੇ ਕਿਹਾ ਜੇ ਇਹਦਾ ਕਮਰ ਤੋਂ ਥੱਲੇ ਦਾ ਹਿੱਸਾ ਕੱਟ ਦਿੱਤਾ ਫਿਰ ਤਾਂ ਬੱਚਾ ਮੇਰਾ ਅਪੰਗ ਹੋ ਜਾਏਗਾ, ਸਾਰੀ ਜ਼ਿੰਦਗੀ ਚੱਲ ਨਹੀਂ ਪਾਏਗਾ। ਤਾਂ ਉਸ ਲਈ ਮਾਂ ਨੇ ਡਾਕਟਰਾਂ ਨੂੰ ਕਿਹਾ, ਕਿਉਂਕਿ ਡਾਕਟਰ ਕਹਿੰਦੇ ਕੱਟਣਾ ਹੀ ਪੈਣਾ, ਨਹੀਂ ਤਾਂ ਜ਼ਹਿਰ ਚੜ ਜਾਣਾ ਹੈ। ਤਾਂ ਉਹਦੀ ਜਿਹੜੀ ਮਾਂ ਸੀ ਨਾ ਗਲੇਨ ਦੀ, ਉਹਦੇ ਅੰਦਰ ਆਪਣੇ ਰੱਬ ਤੇ, ਆਪਣੇ ਪ੍ਰਮਾਤਮਾ ਪ੍ਰਭੂ ਤੇ ਵਿਸ਼ਵਾਸ ਬਹੁਤ ਸੀ। ਜਰਾ ਯਾਦ ਰੱਖਣਾ ਇਹ ਚੀਜ਼ ਨੂੰ, ਕਿਉਂਕਿ ਇਹੀ ਜਿੱਦਾਂ ਜ਼ਿਕਰ ਕਰ ਰਹੇ ਸੀ ਨਾ ਕਿ ਵਿਸ਼ਵਾਸ ਅੰਦਰ ਉਹ ਤਾਕਤ ਹੈ ਜੋ ਸੰਭਵ ਨੂੰ, ਹੁਣ ਐਡਾ ਬੜਾ ਹਾਦਸਾ ਹੋ ਗਿਆ, ਲੱਤਾਂ ਪੂਰੀ ਤਰ੍ਹਾਂ ਕਮਰ ਤੋਂ ਥੱਲੇ ਸੜ ਗਈਆਂ। ਡਾਕਟਰ ਕਹਿ ਰਹੇ ਕੱਟਣੀਆਂ ਪੈਣੀਆਂ ਹੈ, ਯਾਨੀ ਕਮਰ ਤੋਂ ਥੱਲੇ ਦੋਨੀ ਲੱਤਾਂ ਧਾੜੀ ਧੜ ਰਹਿਣਾ ਹੈ, ਥੱਲੇੋਂ ਪੂਰੀ ਤਰ੍ਹਾਂ ਕੱਟਣੀਆਂ ਪੈਣੀਆਂ ਹੈ, ਨਹੀਂ ਤਾਂ ਜ਼ਹਿਰ ਫੈਲ ਸਕਦਾ ਹੈ। ਪਰ ਮਾਂ ਨੇ ਇੱਕੋ ਹੀ ਗੱਲ ਕਹੀ ਕਿ ਮੈਂ ਆਪਣੇ ਬੱਚੇ ਲੱਤਾਂ ਨਹੀਂ ਕੱਟਣ ਦੇਣੀਆਂ। ਉਹ ਕਹਿੰਦੇ ਬੇਕਾਰ ਹੈ, ਇਹ ਕਦੀ ਚੱਲ ਹੀ ਨਹੀਂ ਪਾਏਗਾ, ਹੁਣ ਇਹ ਕਦੀ ਚੱਲ ਹੀ ਨਹੀਂ ਪਾਏਗਾ। ਇਸ ਲਈ ਇਹਦੀ ਜਾਨ ਨੂੰ ਵੀ ਉਹ ਕਹਿੰਦੀ ਕੋਈ ਗੱਲ ਨਹੀਂ, ਜਿਸਨੇ ਉਸ ਅੱਗ ਤੋਂ ਬਚਾਇਆ ਹੈ ਨਾ, ਮੈਨੂੰ ਉਹ ਤੇ ਵਿਸ਼ਵਾਸ ਹੈ ਉਹ ਮੇਰੇ ਬੇਟੇ ਦੀ ਅੱਗੇ ਵੀ ਰੱਖਿਆ ਕਰੇਗਾ, ਕਿਉਂਕਿ ਇੱਕ ਤਾਂ ਗਿਆ, ਹੁਣ ਦੂਜੇ ਨੂੰ ਮੈਂ ਅਪਾਹਿਜ ਨਹੀਂ ਦੇਖ ਸਕਦੀ। ਕਹਿੰਦੇ ਉਹਨਾਂ ਮਨਾ ਕਰ ਦਿੱਤਾ। ਫਿਰ ਉਹਨੇ ਕੀ ਕੀਤਾ, ਆਪਣੇ ਬੇਟੇ ਅੰਦਰ ਕੀ ਭਰਨਾ ਸ਼ੁਰੂ ਕੀਤਾ ਕਿ ਬੇਟਾ 8 ਸਾਲ ਦੇ ਬੱਚੇ ਨੂੰ ਇਹ ਨਹੀਂ ਕਿਹਾ ਕਿ ਹਾਏ ਮੇਰਾ ਬੱਚਾ ਹੁਣ ਕਦੀ ਚੱਲ ਨਹੀਂ ਸਕੇਗਾ, ਹੁਣ ਤੂੰ ਸਾਰੀ ਜ਼ਿੰਦਗੀ ਦਾ ਰੋਗੀ ਹੋ ਗਿਆ, ਹੁਣ ਤੂੰ ਸਾਰੀ ਜ਼ਿੰਦਗੀ ਦਾ ਮਰੀਜ਼ ਹੋ ਗਿਆ, ਹੁਣ ਤੂੰ ਕਦੀ ਖੜਾ ਨਹੀਂ ਹੋ ਪਾਏਗਾ, ਹੁਣ ਤੂੰ ਕਦੀ ਚੱਲ ਨਹੀਂ ਪਾਏਗਾ। ਜਾਂ ਕਈ ਵਾਰ ਅਸੀਂ ਦੇਖਦੇ ਕਿ ਬੱਚਾ ਮਾੜਿਆ ਬਿਮਾਰ ਹੋ ਜਾਵੇ ਨਾ, ਮਾਤਾ ਪਿਤਾ ਕੀ ਕਰਦੇ ਆ, ਕੋਲ ਬਹਿ ਕੇ ਇੰਨਾ ਰੋਂਦੇ ਆ, ਇੰਨਾ ਰੋਂਦੇ, ਬੱਚਾ ਦੇਖਦੇ ਕਿ ਉੱਥੇ ਡਰ ਜਾਂਦਾ, ਪਤਾ ਨਹੀਂ ਮੈਨੂੰ ਕੀ ਹੋ ਗਿਆ, ਮੈਂ ਮਰ ਜਾਣਾ, ਪਤਾ ਨਹੀਂ, ਜਿਹੜਾ ਇੰਨਾ ਰੋ ਰਹੇ ਹੈ। ਇਸ ਲਈ ਸਭ ਤੋਂ ਪਹਿਲਾਂ ਉਹ ਮਾਤਾ ਪਿਤਾ ਰਿਸ਼ਤੇਦਾਰਾਂ ਨੂੰ ਕਹਿਣਾ ਸ਼ੁਰੂ, ਇੱਕ ਗੱਲ ਤੁਹਾਨੂੰ ਕਵਾਂਗੇ ਅਸੀਂ ਕਿ ਅਗਰ ਤੁਹਾਡਾ ਕੋਈ ਰਿਸ਼ਤੇਦਾਰ ਬਿਮਾਰ ਹੈ, ਅਗਰ ਤੁਹਾਡਾ ਬੱਚਾ ਬਿਮਾਰ ਹੈ, ਤਾਂ ਉਹਦੇ ਕੋਲ ਬਹਿ ਕੇ ਰੋਵੋ ਨਾ। ਇਹ ਨੈਗੇਟਿਵ એનર્ਜੀ ਨਾ ਉਹਨੂੰ ਦੇਵੋ, ਬਲਕਿ ਉਹਦੇ ਕੋਲ ਖੁਸ਼ੀ ਨਾ ਬੈਠੋ, ਉਹਦੇ ਅੰਦਰ ਵਿਸ਼ਵਾਸ ਪੈਦਾ ਕਰੋ। ਜੇ ਬਿਮਾਰ ਹੈ ਤਾਂ ਉਹਨੂੰ ਕਹੋ, ਬੇਸ਼ੱਕ ਬੱਚਾ 5 ਸਾਲ ਦਾ ਹੀ ਹੈ, ਸਿਰ ਤੇ ਹੱਥ ਫੇਰ ਕੇ, ਕੋਈ ਨਹੀਂ ਬੇਟਾ ਤੂੰ ਠੀਕ ਹੋ ਜਾਣਾ ਹੈ। ਕਿਉਂਕਿ ਬੱਚਾ ਚਾਹੇ 2 ਸਾਲ ਦਾ ਹੋਵੇ, 5 ਸਾਲ ਦਾ ਹੋਵੇ, ਬੋਲ ਬੇਸ਼ੱਕ ਨਾ ਪਾਵੇ, ਪਰ ਮਾਂ-ਬਾਪ ਦੀ ਭਾਵਨਾ ਨੂੰ ਉਹ ਸਮਝਦਾ ਹੈ।
ਤੁਸੀਂ ਕਦੀ ਗੌਰ ਕਰਨਾ, ਛੋਟੇ ਬੱਚੇ ਨੂੰ ਚੱਕ ਲਓ ਨਾ, ਜੇ ਚੱਕ ਲਓ ਤੁਸੀਂ ਉਹਨੂੰ ਦੇਖ ਕੇ ਅਗਰ ਮਾੜੀ ਜਿਹੀ ਜੀਭ ਬਾਹਰ ਨੂੰ ਕੱਢ ਕੇ ਐ ਵੀ ਕਰੋ ਤਾਂ ਬੱਚਾ ਵੀ ਮੂੰਹ ਖੋਲ ਕੇ ਜੀਭ ਬਾਹਰ ਕੱਢਣ ਦੀ ਕੋਸ਼ਿਸ਼ ਕਰਦਾ ਹੈ। ਕਦੀ ਦੇਖ ਲਿਓ ਜਿਹਨਾਂ ਕੋਈ ਛੋਟਾ ਬੱਚਾ ਹੈ, ਅੱਜ ਦੇਖ ਉਹ ਦੇਖੋ ਬੈਠਾ ਹੈ, ਇਹਨੂੰ ਪਵਾ ਕਰਕੇ ਦੇਖ ਲਿਓ। ਉਹ ਬੱਚੇ ਨੇ ਜੋ ਦੂਜਿਆਂ ਨੂੰ ਕਰਦੇ ਦੇਖਣਾ, ਬੋਲੇ ਬੇਸ਼ੱਕ ਨਾ, ਪਰ ਬੱਚੇ ਨੇ ਉਹੀ ਐਕਟਿੰਗ ਕਰਨ ਦੀ ਕਹਿ ਦਿਓ, ਕਿਉਂਕਿ ਫੀਲਿੰਗ ਨੂੰ, ਭਾਵਨਾ ਨੂੰ ਨਕਲ ਤਾਂ ਬਾਂਦਰ ਵੀ ਕਰ ਲੈਂਦੇ, ਬੱਚਾ ਤਾਂ ਫਿਰ ਵੀ ਬਾਂਦਰ ਤੋਂ ਬਹੁਤ, ਬਾਂਦਰ ਨਕਲ ਕਰ ਲੈਂਦੇ ਕਿ ਨਹੀਂ? ਕਹਿੰਦੇ ਨਕਲਚੀ ਬਾਂਦਰ, ਬਾਂਦਰ ਨੂੰ ਵੀ ਕੁਝ ਕਰੋ ਨਾ ਤਾਂ ਬਾਂਦਰ ਵੀ ਕਈ ਵਾਰ ਬੰਦੇ ਦੀ ਨਕਲ ਕਰਨ ਦੀ ਕੋਸ਼ਿਸ਼ ਕਰਦੇ। ਤਾਂ ਫਿਰ ਪ੍ਰਮਾਤਮਾ ਨੇ ਬੰਦੇ ਅੰਦਰ ਤੋਂ ਉਹ ਸਮਝ ਰੱਖੀ ਹੈ, ਉਹ ਹੁਨਰ ਰੱਖਿਆ, ਉਹ ਗਿਆਨ ਰੱਖਿਆ ਹੈ ਕਿ ਬੰਦਾ ਵੀ ਚਾਹੇ ਜਿਸ ਮਰਜ਼ੀ ਉਮਰ ਦਾ ਹੋਵੇ, ਕਿਉਂਕਿ ਆਖਰ ਸਾਰੇ ਬਚਪਨ ਤੋਂ ਹੀ ਇੱਥੇ ਤੱਕ ਪਹੁੰਚੇ ਔਰ ਬਚਪਨ ਤੋਂ ਸਿੱਖਦੇ ਸਿੱਖਦੇ ਹੀ ਅੱਜ ਇੱਥੇ ਪਹੁੰਚੇ ਕਿ ਨਹੀਂ? ਜੇ ਬੰਦਾ ਕਹੇ ਮੈਂ ਤਾਂ ਜੀ 20 ਸਾਲ ਦੀ ਉਮਰ 'ਚ ਤੁਰਨਾ ਸਿੱਖਿਆ, ਤਾਂ ਨਹੀਂ, ਬਚਪਨ ਤੋਂ ਹੀ ਅਸੀਂ ਤੁਰਨਾ ਸਿੱਖਦੇ ਸਿੱਖਦੇ ਅੱਜ ਦੌੜ ਰਹੇ ਹਾਂ। ਯਾਨੀ ਕੁਝ ਵੀ ਚੀਜ਼ ਹੈ, ਬੋਲਣਾ ਹੋਵੇ, ਖਾਣਾ ਪੀਣਾ ਹੋਵੇ, ਇਹ ਹਰ ਚੀਜ਼ ਬਚਪਨ ਤੋਂ ਹੀ ਬੱਚਾ ਸਿੱਖਦਾ ਚਲਾ ਜਾਂਦਾ ਹੈ। ਹੁਣ ਇਹ ਤੁਹਾਡੇ ਤੇ, ਤੁਸੀਂ ਬੱਚੇ ਨੂੰ ਸਿਖਾਉਣਾ ਕੀ ਹੈ? ਤੁਸੀਂ ਬੱਚੇ ਦੀਆਂ ਅੱਛੀਆਂ ਆਦਤਾਂ ਵੀ ਬਣਾ ਸਕਦੇ ਹੋ, ਤਾਂ ਤੁਸੀਂ ਬੱਚੇ ਦੀਆਂ ਕਹਿ ਦਿਓ ਬੁਰੀਆਂ ਆਦਤਾਂ ਵੀ ਬਣਾ ਸਕਦੇ ਹੋ। ਹੁਣ ਜੇ ਤੁਸੀਂ ਬਹਿ ਕੇ ਬੱਚੇ ਸਾਹਮਣੇ ਫਲ ਫਰੂਟ ਖਾਂਦੇ ਹੋ ਤਾਂ ਬੱਚੇ ਨੂੰ ਪਤਾ ਹੈ ਖਾਣ ਵਾਲੀ ਚੀਜ਼ ਹੈ, ਤਾਂ ਜੇ ਬੱਚਿਆਂ ਸਾਹਮਣੇ ਬਹਿ ਕੇ ਬੀੜੀ ਸਿਗਰਟ ਪੀਵਾਂਗੇ, ਸ਼ਰਾਬ ਪੀਵਾਂਗੇ, ਤਾਂ ਬੱਚਿਆਂ ਨੇ ਕਹਿਣਾ ਆਹੀ ਖਾਣ ਵਾਲੀ ਚੀਜ਼ ਹੈ, ਮੈਂ ਵੀ ਖਾਣੀ ਹੈ। ਕਿਉਂਕਿ ਜਿੱਦਾਂ ਦੇ ਬੱਚਿਆਂ ਨੇ ਸਾਨੂੰ ਕਰਮ ਕਰਦੇ ਦੇਖਣਾ, ਉਹਨਾਂ ਨੇ ਆਦਤਾਂ ਵੀ, ਜੇ ਅਸੀਂ ਬੱਚਿਆਂ ਸਾਹਮਣੇ ਪਿਆਰ ਨਾਲ ਬੋਲਾਂਗੇ, ਘਰ ਦੇ ਵਿੱਚ ਪਿਆਰ ਨਾਲ ਰਵਾਂਗੇ, ਤਾਂ ਬੱਚਿਆਂ ਨੇ ਵੀ ਪਿਆਰ ਕਰਨਾ ਸਿੱਖਣਾ ਹੈ। ਤਾਂ ਜੇ ਬੱਚਿਆਂ ਸਾਹਮਣੇ ਗਾਲੀ ਗਲੋਚ ਕਰਾਂਗੇ, ਝਗੜਾ ਕਰੀ ਜਾਵਾਂਗੇ, ਤਾਂ ਬੱਚਿਆਂ ਨੇ ਵੀ, ਜਰਾ ਸੋਚੋ ਕੀ ਕਰਨਾ ਸਿੱਖਣਾ ਹੈ। ਹੁਣ ਫਰਜ਼ ਕਰੋ, ਕਦੀ ਅਜਮਾ ਕੇ ਦੇਖ ਲਿਓ, ਪਰ ਇਦਾਂ ਦੀ ਗੱਲ ਨਾ ਅਜਮਾਇਓ, ਦੱਸਣ ਲੱਗਿਆ ਸਿਰਫ ਸੋਚ ਕੇ ਦੇਖ ਲਿਓ। ਫਰਜ਼ ਕਰੋ ਬੱਚਾ ਛੋਟਾ ਹੈ, ਪਤੀ ਆਂਦਾ ਹੈ, ਬੱਚਾ ਸਾਹਮਣੇ ਬੈਠਾ ਹੈ, ਪਤੀ ਆ ਕੇ ਆਪਣੀ ਘਰ ਵਾਲੀ ਨੂੰ ਕਹਿੰਦਾ ਓਏ ਕੀ ਕਰਦੀ ਆ, ਚਾਹ ਬਣਾ ਕੇ ਲਿਆ। ਉਹ ਇਹ ਕਹਿ ਕੇ, ਤਾਂ ਬੱਚੇ ਨੇ ਵੀ ਕੱਲ ਨੂੰ ਮਾਂ ਮੰਮੀ ਕੀ ਕਰਦੀ ਆ, ਚਾਹ ਲੈ ਕੇ ਆ। ਕੀ ਸਿੱਖਿਆ, ਕਿਤੋਂ ਸਿੱਖਿਆ? ਫਿਰ ਬਾਅਦ ਚੋਂ ਓਏ ਮਾਂ ਨੇ ਤੈਨੂੰ ਬੋਲਣਾ ਨਹੀਂ ਆਉਂਦਾ, ਤੈਨੂੰ ਪੇ ਨਾਲ ਬੋਲਣਾ ਨਹੀਂ ਆਉਂਦਾ। ਹੁਣ ਬੱਚੇ ਨੇ ਸਿੱਖਿਆ ਕਿੱਥੋਂ ਹੈ? ਤਾਂ ਜੇ ਪਤੀ ਆ ਕੇ ਪਿਆਰ ਨਾ ਕਵੇ, ਇੱਜ਼ਤ ਦੇ ਕੇ ਕਵੇ ਕਿ ਮੇਰੇ ਵਾਸਤੇ ਚਾਹ ਦਾ ਕੱਪ ਲਿਆਓ, ਤੁਸੀਂ ਕਹਿ ਕੇ, ਪਤਨੀ ਵੀ, ਤੁਸੀਂ ਕਹਿ ਕੇ, ਬੱਚਾ ਵੀ, ਯਾਨੀ ਜਦੋਂ ਦੇਖਦਾ ਕਿ ਮਾਂ-ਬਾਪ ਇੱਕ ਦੂਜੇ ਨੂੰ ਇੱਜ਼ਤ ਨਾਲ ਬੁਲਾਉਂਦੇ ਆ, ਤਾਂ ਕੱਲ ਨੂੰ ਬੱਚਾ ਕਦੀ ਡਿਸਰਿਸਪੈਕਟ ਕਰ ਹੀ ਨਹੀਂ ਸਕਦਾ, ਉਹ ਵੀ ਰਿਸਪੈਕਟ ਕਰੇਗਾ, ਇੱਜ਼ਤ ਦੇਗਾ। ਅੱਜ ਅਗਰ ਬੱਚਿਆਂ ਕੋਲੋਂ ਮਾਂ-ਬਾਪ ਨੂੰ ਇੱਜ਼ਤ ਨਹੀਂ ਮਿਲਦੀ, ਤਾਂ ਕਿਤੇ ਨਾ ਕਿਤੇ ਇਹ ਸਾਰਾ ਦੋਸ਼ ਕਿਹਦਾ ਹੈ? ਮਾਂ-ਬਾਪ ਦਾ ਹੀ ਹੈ, ਕਿਉਂਕਿ ਇੱਕ ਦੂਜੇ ਨੂੰ ਇੱਜ਼ਤ ਨਹੀਂ ਦਿੰਦੇ, ਤਾਂ ਬੱਚਿਆਂ ਨੇ ਉਹਨਾਂ ਦੀ ਇੱਜ਼ਤ ਕੀ ਕਰਨੀ? ਤਾਂ ਹੀ ਕਹਿੰਦੇ ਪਿਆਰ ਦੇਵਾਂਗੇ ਪਿਆਰ ਮਿਲੇਗਾ, ਨਫ਼ਰਤ ਦੇਵਾਂਗੇ ਨਫ਼ਰਤ ਮਿਲੇਗੀ, ਇੱਜ਼ਤ ਕਰਾਂਗੇ ਇੱਜ਼ਤ ਮਿਲੇਗੀ, ਬੇਇੱਜ਼ਤੀ ਕਰਾਂਗੇ। ਇਸ ਲਈ ਇੱਕ ਗੱਲ, ਇੱਕ ਪੁਆਇੰਟ ਯਾਦ ਰੱਖਣਾ ਕਿ ਜਦੋਂ ਅਸੀਂ ਕਿਸੇ ਦੀ ਬੇਇੱਜ਼ਤੀ ਕਰਦੇ ਆ ਨਾ, ਤਾਂ ਇਹ ਸਮਝ ਲਓ ਕਿ ਅਸੀਂ ਆਪਣੀ ਇੱਜ਼ਤ ਵੀ ਨਾਲ ਨਾਲ ਗਵਾ ਰਹੇ ਹਾਂ। ਇਹ ਗੱਲ ਯਾਦ ਰੱਖਣਾ। ਇਹ ਨਾ ਕਦੀ ਸੋਚੋ ਕਿਸੇ ਦੀ ਬੇਇੱਜ਼ਤੀ ਕਰਕੇ ਮੇਰੀ ਇੱਜ਼ਤ ਬਣ ਰਹੀ ਹੈ। ਤੁਸੀਂ ਜਦੋਂ ਕਿਸੇ ਦੀ ਬੁਰਾ ਬੋਲਦੇ ਹੋ, ਕਿਸੇ ਦੀ ਬੇਇੱਜ਼ਤੀ ਕਰਦੇ ਹੋ, ਤਾਂ ਉਹਦੀ ਬੇਇੱਜ਼ਤੀ ਦੇ ਨਾਲ ਨਾਲ ਤੁਹਾਡੀ ਖੁਦ ਦੀ ਵੀ ਇੱਜ਼ਤ ਉਹਦੀਆਂ ਨਜ਼ਰਾਂ 'ਚ ਗਿਰ ਰਹੀ ਹੈ। ਜਦੋਂ ਤੁਸੀਂ ਉਹਦੀ ਬੇਇੱਜ਼ਤੀ ਕਰੋਗੇ ਤਾਂ ਉਹ ਵੀ ਪਤਾ ਤੈਨੂੰ ਕੀ ਹੈ, ਮੈਂ ਜੋ ਮਰਜ਼ੀ ਕਰਾਂ, ਉਹ ਵੀ ਤੁਸੀਂ ਤੋਂ ਤੂੰ ਤੇ ਆ ਜਾਏਗਾ, ਉਹ ਵੀ ਪਿਆਰ ਤੋਂ ਨਫ਼ਰਤ ਤੇ ਆ ਜਾਏਗਾ। ਇਸ ਕਰਕੇ ਇਹ ਨਾ ਸੋਚੋ ਮੈਂ ਬੜਾ, ਜਾਂ ਮੈਂ ਇਦਾਂ, ਮੈਂ ਕੋਈ ਅਫਸਰ ਹਾਂ, ਮੈਂ ਕੋਈ ਧਨੀ ਹਾਂ, ਮੈਂ ਕੋਈ ਇਹ, ਮੈਂ ਉਹ, ਅਗਰ ਮੈਂ ਕਿਸੇ ਦੀ ਬੇਇੱਜ਼ਤੀ ਕਰੂੰਗਾ ਤਾਂ ਮੇਰੀ ਇੱਜ਼ਤ ਬਣਨੀ ਹੈ। ਨਹੀਂ, ਇੱਜ਼ਤ ਦੇਣ ਨਾਲ ਇੱਜ਼ਤ ਬਣਦੀ ਹੈ, ਕਿਸੇ ਨੂੰ ਬੇਇੱਜ਼ਤ ਕਰਨ ਨਾਲ ਕਦੀ ਇੱਜ਼ਤ। ਹੁਣ ਜਰਾ ਸੋਚ ਲੈਣਾ, ਨਹੀਂ ਤਾਂ ਕਦੀ ਸੋਚੋ ਤੁਸੀਂ, ਕੋਈ ਅਫਸਰ ਵੀ ਹੋਵੇ ਨਾ ਕੁਰਸੀ ਤੇ ਬੈਠਾ, ਅਗਰ ਤੁਸੀਂ ਉਹਦੇ ਕੋਲ ਜਾਂਦੇ ਹੋ, ਅਗਰ ਉਹ ਤੁਹਾਡੀ ਬੇਇੱਜ਼ਤੀ ਕਰਦਾ, ਤਾਂ ਸਾਹਮਣੇ ਬੇਸ਼ੱਕ ਨਾ ਤੁਸੀਂ ਕੁਝ ਬੋਲੋ, ਪਰ ਪਿੱਛੇ ਜਾਂਦੇ ਹੁੰਦੇ ਗਾਲਾਂ ਤੁਸੀਂ ਵੀ ਉਹਨੂੰ ਕੱਢੋਗੇ। ਵੱਡਾ ਆਇਆ ਅਫਸਰ ਬੈਠਾ ਕੁਰਸੀ ਤੇ, ਕੋਈ ਨਹੀਂ, ਗਾਲਾਂ ਤੁਸੀਂ ਵੀ ਕੱਢੋਗੇ ਉਹਨੂੰ ਜਾਂਦੇ ਜਾਂਦੇ। ਕਿਉਂ? ਕਿਉਂਕਿ ਉਹਨਾਂ ਤੁਹਾਡੀ ਬੇਇੱਜ਼ਤੀ ਕੀਤੀ, ਤਾਂ ਦਿਲ ਵਿੱਚ ਤੁਸੀਂ ਵੀ ਕੀ ਕਰੋਗੇ? ਉਹਨੂੰ ਸਤਿਕਾਰ ਦੋਗੇ। ਤਾਂ ਜੇ ਉਹੀ ਬੰਦਾ ਕੁਰਸੀ ਤੇ ਬਹਿ ਕੇ ਤੁਹਾਨੂੰ ਪਿਆਰ ਨਾਲ ਬੁਲਾਵੇ, ਚਾਹ ਪਾਣੀ ਪੁੱਛੇ, ਇੱਜ਼ਤ ਦੇਵੇ, ਤਾਂ ਜਾਂਦੇ ਜਾਂਦੇ ਤੁਸੀਂ ਉਹਦੀ ਸਿਫਤ ਕਰਨੀ ਹੈ, ਕਹਿੰਦਾ ਅਫਸਰ ਬੜਾ ਵਧੀਆ ਅਫਸਰ ਹੈ ਭਾਈ, ਬੈਠਾ ਕਿੱਡੀ ਕੁਰਸੀ ਤੇ, ਪਰ ਨਿਮਰਤਾ ਦੇਖੋ, ਪਿਆਰ ਦੇਖੋ, ਉਹਦੀ ਇੱਜ਼ਤ ਤੁਹਾਡੇ ਦਿਲ 'ਚ ਕਈ ਗੁਣਾ ਵੱਜੇਗੀ ਕਿ ਨਹੀਂ? ਹੁਣ ਇਹ ਵਧੀ ਕਿੱਦਾਂ? ਕਿਉਂਕਿ ਉਹਨਾਂ ਤੁਹਾਨੂੰ ਇੱਜ਼ਤ ਦਿੱਤੀ, ਤਾਂ ਤੁਹਾਡੀਆਂ ਨਜ਼ਰਾਂ 'ਚ ਉਹਦੀ ਇੱਜ਼ਤ। ਤਾਂ ਜੇ ਕੋਈ ਤੁਹਾਨੂੰ ਬੇਇੱਜ਼ਤ ਕਰੇ, ਚਾਹੇ ਕੋਈ ਅਫਸਰ ਹੋਵੇ ਚਾਹੇ ਕੋਈ ਵੀ ਹੋਵੇ, ਤਾਂ ਤੁਹਾਡੀਆਂ ਨਜ਼ਰਾਂ 'ਚ ਮੂੰਹ ਤੇ ਬੇਸ਼ੱਕ ਕੁਛ ਨਾ ਕਹੋ, ਪਰ ਦਿਲ 'ਚ ਤਾਂ ਹੋ ਜਾਂਦਾ ਕਿ ਨਹੀਂ? ਜਵਾਬ ਦੇ ਦਿਓ, ਹੁੰਦਾ ਕਿ ਨਹੀਂ ਏਦਾਂ? ਹੁਣ ਇੱਥੋਂ ਇੱਕ ਨੁਕਤਾ ਸਮਝ ਲਓ, ਇਹ ਪੁਆਇੰਟ ਦਿੱਤਾ ਹੈ ਤੁਹਾਨੂੰ
ਕਿ ਜੇ ਤੁਸੀਂ ਚਾਹੁੰਦੇ ਹੋ ਕਿ ਲੋਕਾਂ ਦੇ ਦਿਲਾਂ 'ਚ ਤੁਹਾਡੀ ਇੱਜ਼ਤ ਪੈਦਾ ਹੋਵੇ, ਤੁਹਾਡੇ ਵਾਸਤੇ ਪਿਆਰ ਪੈਦਾ ਹੋਵੇ, ਤਾਂ ਕਦੀ ਕਿਸੇ ਨੂੰ ਬੇਇੱਜ਼ਤ ਨਾ ਕਰੋ। ਚਾਹੇ ਸੱਸ ਹੋਵੇ, ਨੂੰਹ ਹੋਵੇ, ਸਹੁਰਾ ਹੋਵੇ। ਯਾਨੀ ਘਰ 'ਚ ਦੱਸਦੇ ਆ, ਕਈ ਵਾਰ ਸੱਸਾਂ ਕਹਿੰਦੀਆਂ ਮੈਂ ਨੂੰਹ ਦੀ ਬੇਇੱਜ਼ਤੀ ਕਰਾਂ ਪਰ ਮੈਨੂੰ ਇੱਜ਼ਤ ਮਿਲੇ। ਉਹ ਨਹੀਂ ਮਿਲਣੀ। ਕਈ ਵੇਲੇ ਨੂੰਹ ਸੋਚਦੀ ਹੈ ਮੈਂ ਸੱਸ ਨੂੰ ਨਫ਼ਰਤ ਕਰਾਂ, ਸੱਸ ਮੈਨੂੰ ਮਾਂ ਦੀ ਤਰ੍ਹਾਂ ਪਿਆਰ ਕਰੇ। ਨਹੀਂ ਮਿਲੇਗਾ ਕਦੀ ਵੀ, ਕਿਉਂਕਿ ਜੋ ਵੰਡਣਾ ਹੈ, ਜੋ ਦੇਣਾ ਹੈ, ਮਿਲਣਾ ਵੀ। ਕਹਿ ਦਿਓ ਸਮਝ ਆ ਰਹੀ ਹੈ? ਇਸ ਕਰਕੇ ਅੱਜ ਤੋਂ ਤੁਸੀਂ ਨਹੀਂ ਬੇਇੱਜ਼ਤੀ ਕਰਨੀ ਕਿਸੇ ਦੀ, ਬਲਕਿ ਤੁਸੀਂ ਜੇ ਚਾਹੁੰਦੇ ਹੋ ਸਭ ਦੇ ਦਿਲਾਂ 'ਚ ਮੇਰਾ ਪਿਆਰ ਪੈਦਾ ਹੋਵੇ, ਮੇਰੀ ਇੱਜ਼ਤ ਬਣੇ, ਸਤਿਕਾਰ ਬਣੇ, ਤਾਂ ਮੈਂ ਸਭ ਦੇ ਬਾਰੇ ਅੱਛਾ ਹੀ ਬੋਲਣਾ ਹੈ। ਮੈਂ ਸਭ ਦੇ ਨਾਲ ਅੱਛਾ ਬਿਹੇਵ ਕਰਨਾ ਹੈ। ਮੈਂ ਸਭ ਦੀ ਇੱਜ਼ਤ ਸਤਿਕਾਰ ਕਰਨ ਦੀ ਕੋਸ਼ਿਸ਼ ਕਰਨੀ ਹੈ, ਕਿਉਂਕਿ ਇਹੀ ਇੱਕ ਐਸੀ ਚੀਜ਼ ਹੈ ਕਿ ਜਦੋਂ ਤੁਸੀਂ ਸਭ ਨਾਲ ਪਿਆਰ ਕਰੋਗੇ, ਸਭ ਦਾ ਸਤਿਕਾਰ ਕਰੋਗੇ, ਤਾਂ ਅਗਲੇ ਦੇ ਦਿਲਾਂ 'ਚ ਵੀ ਤੁਹਾਡੇ ਵਾਸਤੇ, ਤੁਸੀਂ ਸਮਝ ਲਓ ਫਿਰ ਇਹ ਇਦਾਂ ਹੀ ਹੈ ਕਿ ਜਿੱਦਾਂ ਕਿਸਾਨ ਬੀਜ ਬੋ ਰਿਹਾ ਹੈ, ਤਾਂ ਜੋ ਬੀਜ ਬੋ ਰਿਹਾ ਇੱਕ ਦਿਨ ਉਹ ਫਸਲ ਉਹਨੂੰ ਮਿਲਣੀ ਵੀ। ਜਦੋਂ ਤੁਸੀਂ ਸਤਿਕਾਰ ਕਰਦੇ ਹੋ, ਪਿਆਰ ਕਰਦੇ ਹੋ, ਤਾਂ ਸਮਝ ਲਓ ਫਿਰ ਕਿ ਦੂਜਿਆਂ ਦੇ ਦਿਲਾਂ 'ਚ ਤੁਸੀਂ ਉਹ ਬੀਜ ਬੋ ਰਹੇ ਹੋ ਜਿਹੜਾ ਇੱਕ ਦਿਨ ਤੁਹਾਨੂੰ ਰਿਟਰਨ ਵਿੱਚ ਫਸਲ ਬਣ ਕੇ ਮਿਲਣਾ ਹੈ, ਕਈ ਗੁਣਾ ਹੋ ਕੇ ਮਿਲਣਾ ਹੈ। ਇਹ ਸਮਝ ਲੈਣਾ ਸਾਰਿਆਂ ਨੇ। ਇਸ ਲਈ ਇਨਸਾਨ ਦੇ ਅੰਦਰ ਪਿਆਰ ਔਰ ਵਿਸ਼ਵਾਸ ਦਾ ਹੋਣਾ ਬਹੁਤ ਜ਼ਰੂਰੀ ਹੈ। ਸੋ ਗੱਲ ਕਰ ਰਹੇ ਸੀ ਉਹ ਬੱਚੇ ਦੀ ਕਿ 8 ਸਾਲ ਦੀ ਉਮਰ 'ਚ ਜਿੰਨੇ ਹਾਦਸਾ ਹੋ ਗਿਆ, ਲੱਤਾਂ ਥੱਲੀਆਂ ਸੜ ਗਈਆਂ, ਪਰ ਮਾਂ ਨੇ ਇਨਕਾਰ ਕਰ ਦਿੱਤਾ ਕਿ ਨਹੀਂ, ਇਹਦੀਆਂ ਲੱਤਾਂ ਨਹੀਂ ਮੈਂ ਕੱਟਣ ਦੇਣੀਆਂ, ਕਿਉਂਕਿ ਮੈਨੂੰ ਵਿਸ਼ਵਾਸ ਹੈ ਆਪਣੇ ਰੱਬ ਤੇ, ਆਪਣੇ ਪ੍ਰਮਾਤਮਾ ਪ੍ਰਭੂ ਤੇ ਯਕੀਨ ਹੈ ਕਿ ਮੇਰਾ ਬੇਟਾ ਇੱਕ ਦਿਨ ਚਲੇਗਾ। ਡਾਕਟਰ ਕਹਿੰਦੇ ਪੋਸੀਬਲ ਹੈ, ਕਦੀ ਚੱਲ ਹੀ ਨਹੀਂ ਸਕਦਾ, ਹੋ ਹੀ ਨਹੀਂ ਸਕਦਾ ਚਲੇ, ਕਿਉਂਕਿ ਨਸਾਂ ਸਾਰੀਆਂ ਡੈਡ ਹੋ ਚੁੱਕੀਆਂ ਹੈ। ਕਿਉਂਕਿ ਅੱਗ ਦੇ ਵਿੱਚ ਤੁਸੀਂ ਦੇਖਦੇ ਹੋ ਨਾ ਲੱਕੜ ਕਿੱਦਾਂ ਸੜ ਕੇ ਕਿੱਦਾਂ ਸਖਤ ਸੁੱਕ ਜਾਂਦੀ ਹੈ, ਉਹਦੀਆਂ ਲੱਤਾਂ ਦੀ ਹਾਲਤ ਵੀ ਉਹ ਸੁੱਕੀ ਹੋਈ ਲੱਕੜੀ ਤਰ੍ਹਾਂ ਹੋ ਗਈ ਸੀ। ਪਰ ਮਾਂ ਨੇ ਆਪਣਾ ਪਿਆਰ, ਆਪਣਾ ਵਿਸ਼ਵਾਸ ਜਿਹੜਾ ਸੀ ਨਾ ਰੱਬ ਤੇ, ਉਹ ਰੋ ਕੇ ਆਪਣੀ એનર્ਜੀ ਵੇਸਟ ਨਹੀਂ ਕੀਤੀ। ਨਹੀਂ ਤਾਂ ਬੰਦਾ ਰੋਣ ਵਿੱਚ ਹਾਏ ਹਾਏ ਕਰਨ 'ਚ ਮੇਰੇ ਨਾਲ ਕਿਉਂ ਹੋ ਗਿਆ, ਮੈਂ ਤਾਂ ਰੱਬ ਨੂੰ ਮੰਨਣ ਵਾਲਾ, ਮੇਰੇ ਤੇ ਦੁੱਖ ਕਿਉਂ ਆ ਗਿਆ। ਜਰਾ ਸਮਝਣਾ। ਹੁਣ ਇਹਦਾ ਮਤਲਬ ਇਹ ਨਹੀਂ ਕਿ ਰੱਬ ਨੂੰ ਮੰਨਾਂਗੇ ਤਾਂ ਦੁੱਖ ਨਹੀਂ ਆਏਗਾ, ਪਰ ਜਿਹੜੇ ਰੱਬ ਨੂੰ ਮੰਨਦੇ ਐ, ਜੇ ਦੁੱਖ ਆਵੇ ਵੀ ਤਾਂ ਰੋਂਦੇ ਨਹੀਂ ਐ, ਚਿੰਤਾ ਨਹੀਂ ਕਰਦੇ, ਕਿਉਂਕਿ ਉਹਨਾਂ ਨੂੰ ਵਿਸ਼ਵਾਸ ਹੈ ਜੇ ਦੁੱਖ ਆਇਆ ਹੈ ਤਾਂ ਮੇਰਾ ਮਾਲਿਕ, ਮੇਰਾ ਪ੍ਰਮਾਤਮਾ ਮੈਨੂੰ ਦੂਰ ਵੀ, ਬਸ ਉਹ ਟਾਈਮ ਦਾ ਇੰਤਜ਼ਾਰ ਕਰਨਾ ਪੈਣਾ, ਔਰ ਜੋ ਮੇਰੇ ਵੱਲੋਂ ਮਿਹਨਤ ਕਰਨ ਵਾਲੀ ਹੈ ਉਹ ਮੈਂ ਆਪ ਕੋਸ਼ਿਸ਼ ਕਰਨੀ ਹੈ। ਤਾਂ ਮੈਨੂੰ ਯਕੀਨ ਹੈ ਰਹਿਮਤ ਮੇਰਾ ਮਾਲਿਕ ਜ਼ਰੂਰ, ਕਿਉਂਕਿ ਰੋਣ ਨਾਲ ਮਸਲੇ ਹੱਲ ਨਹੀਂ ਹੁੰਦੇ, ਰੋਣ ਨਾਲ ਹੱਲ ਹੋ ਜਾਂਦੇ ਮਸਲੇ। ਇੱਕ ਗੱਲ ਦਾ ਜਵਾਬ ਦਿਓ, ਬਿਮਾਰੀ ਹੈ ਰੋਈ ਜਾਵੋ, ਬਿਮਾਰੀ ਘਟਣੀ ਹੈ ਕਿ ਵਧਣੀ ਹੈ? ਜਵਾਬ ਦੇਣਾ ਤੁਸੀਂ, ਅੱਧੇ ਤਾਂ ਬੋਲਦੇ ਹੀ ਨਹੀਂਗੇ। ਵਧਣੀ ਹੈ ਨਾ, ਤਾਂ ਹੁਣ ਇਹਨੂੰ ਉਲਟਾ ਕਰ ਦਈਏ। ਜੇ ਬਿਮਾਰੀ ਹੈ ਅਸੀਂ ਖੁਸ਼ ਰਹੀਏ, ਹੱਸੀਏ, ਥੋੜਾ ਮੁਸਕਰਾਈਏ, ਤਾਂ ਫਿਰ ਬਿਮਾਰੀ ਘਟ ਜਾਣੀ ਹੈ। ਔਰ ਜਿਹੜੀ ਬਿਮਾਰੀ ਮਹੀਨੇ 'ਚ ਠੀਕ ਹੋਣ ਵਾਲੀ ਹੈ, ਖੁਸ਼ ਰਹਿਣਾ ਸ਼ੁਰੂ ਕਰ ਦਿਓ। ਤਾਂ ਡਾਕਟਰਾਂ ਨੇ ਰਿਸਰਚ ਕੀਤੀ ਹੈ ਕਿ ਜਿਹੜੀ 30 ਦਿਨ ਨੂੰ ਤੱਕ ਜਿਹੜੀ ਇੱਕ ਦੁੱਖ ਨੂੰ ਉਹਨਾਂ ਨੇ ਇਦਾਂ ਨਾਪਿਆ ਹੈ ਕਿ ਜਿਹੜਾ ਦੁੱਖ 30 ਦਿਨਾਂ 'ਚ ਠੀਕ ਹੋਣ ਵਾਲਾ ਅਗਰ ਬੰਦਾ ਖੁਸ਼ ਰਹੇ ਤਾਂ 10 ਦਿਨਾਂ 'ਚ ਠੀਕ ਹੋ ਜਾਂਦਾ ਹੈ। 20 ਦਿਨ ਬੰਦਾ ਜਲਦੀ ਆਰਾਮ ਪਾ ਲੈਂਦਾ ਹੈ ਸਿਰਫ ਖੁਸ਼ ਰਹਿਣ ਨਾਲ, ਵਿਸ਼ਵਾਸ ਕਰਨਾ ਕਿ ਮੈਂ ਠੀਕ ਹੋ ਜਾਣਾ ਹੈ, ਮੈਂ ਠੀਕ ਹੋ ਜਾਣਾ ਹੈ। ਅੱਜ ਅਗਰ ਤੁਹਾਡੇ ਜੀਵਨ 'ਚ ਕੋਈ ਦੁੱਖ ਹੈ ਤਾਂ ਕਦੀ ਨਾ ਸੋਚੋ ਪਤਾ ਨਹੀਂ ਠੀਕ ਹੋਣਾ ਕਿ ਨਹੀਂ, ਇਹ ਕਹਿ ਕੇ ਤੁਸੀਂ ਆਪਣੇ ਦੁੱਖ ਨੂੰ ਵਧਾਉਂਦੇ ਹੀ ਹੋ। ਹੁਣ ਜੇ ਤੁਸੀਂ ਠੀਕ ਹੋਣਾ ਚਾਹੁੰਦੇ ਹੋ, ਯਕੀਨ ਰੱਖੋ ਕਿ ਠੀਕ ਹੈ ਦਰਦ ਹੈ, ਠੀਕ ਹੈ ਪੀੜਾ ਹੈ, ਪਰ ਮੈਨੂੰ ਯਕੀਨ ਹੈ ਇਹ ਮੇਰਾ ਦੁੱਖ ਦੂਰ ਜ਼ਰੂਰ ਹੋਏਗਾ, ਮੇਰੀ ਮੁਸ਼ਕਿਲ ਦਾ ਹੱਲ ਜ਼ਰੂਰ, ਕਿਉਂਕਿ ਮੇਰੀ ਹਰ ਮੁਸ਼ਕਿਲ ਦਾ ਹੱਲ ਕਰਨ ਵਾਲਾ ਮੇਰਾ ਮਾਲਿਕ ਮੇਰੇ, ਮੈਨੂੰ ਹਰ ਮੁਸ਼ਕਿਲ ਚੋਂ ਬਚਾਉਣ ਵਾਲਾ ਮੇਰਾ ਮਾਲਿਕ ਮੇਰੇ। ਦੇਖੋ ਆ ਵਿਸ਼ਵਾਸ ਨਾਲ ਉਦੋਂ ਹੀ ਬੰਦੇ ਨੂੰ ਹਿੰਮਤ ਮਿਲ ਜਾਂਦੀ ਹੈ, ਮਿਲਦੀ ਹੈ ਕਿ ਨਹੀਂ? ਫਿਰ ਕਹਿ ਦਿਓ ਮੈਨੂੰ ਆਪਣੇ ਮਾਲਿਕ ਤੇ ਪੂਰਾ, ਮੈਨੂੰ ਆਪਣੇ ਮਾਲਿਕ ਤੇ ਪੂਰਾ, ਮੈਨੂੰ ਆਪਣੇ ਮਾਲਿਕ ਤੇ ਪੂਰਾ। ਤਾਂ ਸੋਚ ਕੇ ਦੇਖੋ ਅੰਦਰ ਅਹਿਸਾਸ ਕੀ ਹੁੰਦਾ ਹੈ, ਕਿ ਖੁਸ਼ੀ ਮਿਲਦੀ ਹੈ, ਕਿ ਸ਼ਾਂਤੀ ਮਿਲਦੀ ਹੈ। ਤਾਂ ਜੇ ਬੰਦਾ ਕਹਿੰਦਾ ਹੈ ਮੈਨੂੰ ਹੈ ਨਹੀਂ ਵਿਸ਼ਵਾਸ, ਮੈਨੂੰ ਹੈ ਨਹੀਂ ਯਕੀਨ, ਮੈਂ ਨਹੀਂ ਠੀਕ ਹੋਣਾ, ਤਾਂ ਭਾਈ ਠੀਕ ਹੈ, ਫਿਰ ਤੇਰੀ ਜਗ੍ਹਾ ਸ਼ਮਸ਼ਾਨ 'ਚ ਹੀ ਹੈ। ਜਿਹੜਾ ਤੂੰ 10-15 ਸਾਲ ਜੀ ਸਕਦਾ ਸੀ ਉਹ ਤੂੰ ਜਲਦੀ ਚਲਾ ਜਾਣਾ ਦੁਨੀਆ ਤੋਂ, ਕਿਉਂਕਿ ਇਹ ਜਲਦੀ ਜਾਣ ਦਾ ਕਾਰਨ ਕੋਈ ਹੋਰ ਨਹੀਂ, ਇਹ ਤੇਰੀ ਸ਼ੰਕਾ ਹੀ ਹੈ। ਰੱਬ ਤੇ ਯਕੀਨ ਕਰਾਂਗੇ, ਆਪਣੇ ਰੱਬ ਦੀ ਰਹਿਮਤ ਤੇ ਵਿਸ਼ਵਾਸ ਕਰਾਂਗੇ, ਤਾਂ ਦੁੱਖਾਂ ਚੋਂ ਨਿਕਲਣ ਦਾ ਬਲ ਮਿਲੇਗਾ, ਹਿੰਮਤ ਮਿਲੇਗੀ। ਤਾਂ ਹੀ ਤਾਂ ਸ਼੍ਰੀ ਕ੍ਰਿਸ਼ਨ ਨੇ ਵੀ ਕਿਹਾ, ਵਿਵੇਕਾਨੰਦ ਜੀ ਨੇ ਵੀ ਕਿਹਾ ਕਿ ਕੋਈ ਵੀ ਯੁੱਧ ਜਿੱਤਣ ਵਾਸਤੇ ਹਥਿਆਰਾਂ ਨਾਲੋਂ ਜ਼ਿਆਦਾ ਸਾਹਸ, ਹਿੰਮਤ ਔਰ ਵਿਸ਼ਵਾਸ ਦੀ ਲੋੜ ਹੁੰਦੀ ਹੈ। ਹਿੰਮਤ ਲੜਨ ਦੀ ਔਰ ਵਿਸ਼ਵਾਸ ਇਹ ਕਿ ਮੈਨੂੰ ਜਿੱਤ ਜ਼ਰੂਰ, ਕਹਿੰਦੇ ਜਿੱਤ ਉਹਦੀ ਹੁੰਦੀ ਹੈ। ਫਿਰ ਤਾਂ ਜੇ ਬੰਦੇ ਅੰਦਰ ਹਿੰਮਤ ਹੀ ਨਾ ਹੋਵੇ, ਪਹਿਲੀ ਬੰਦਾ ਹਿੰਮਤ ਢੇਰੀ ਢਾ ਕੇ ਬਹਿ ਜਾਵੇ, ਮੇਰੇ ਤੋਂ ਨਹੀਂ ਹੋਣਾ, ਮੈਂ ਨਹੀਂ ਕਰ ਸਕਦਾ, ਤਾਂ ਫਿਰ ਤੂੰ ਕਦੀ ਮੰਜ਼ਿਲ ਤੱਕ
जरा सोचो कौन जाएगा। हुण दूजे पासे जे बंदे नूं विश्वास ही ना होवे मेरी जित होएगी तो फिर उहदे हारन दे चांस पूरे 100% है, वो हारेगा क्योंकि उन्हें विश्वास ही नहीं मैं जितना है। सो पहला साहस कि सामने शत्रु जिन्ना मर्जी बड़ा है, इहदे नाल टक्कर लैण दी, इहदे नाल लड़न दी ताकत मेरे अंदर, मैं टकराऊंगा इस दे नाल। और फिर दूजा विश्वास कि इहदे नाल टकरा के मैनू यकीन है मैनू कामयाबी देना मेरे मालिक मेरे नाल है, मेरी जित जरूर। हुण इत्थे ਇਹ ਸ਼ਤਰੂ मतलब ਇਹ ਨਹੀਂ ਕਿ ਬਾਹਰੀ ਕੋਈ ਸ਼ਤਰੂ, ਇਹ ਸ਼ਤਰੂ ਹੈ ਸਾਡੇ ਦੁੱਖਾਂ ਦਾ, ਸਾਡੀਆਂ ਬਿਮਾਰੀਆਂ ਦਾ, ਸਾਡੀਆਂ ਚਿੰਤਾਵਾਂ ਦਾ। ਕਿ ਅਗਰ ਕੋਈ ਵੀ ਕਹਿ ਦੇਵੇ ਤੈਨੂੰ ਆਹ ਪ੍ਰੋਬਲਮ ਇਹਦਾ ਹੱਲ ਹੈ ਨਹੀਂ, ਤੂੰ ਕਹ ਤੇਰੇ ਵਾਸਤੇ ਨਹੀਂ ਹੋਏਗਾ, ਮੇਰੇ ਵਾਸਤੇ ਹਰ ਮੁਸ਼ਕਿਲ ਦਾ, ਜਿੱਦਾਂ ਹੀ ਦੱਸੀ ਦੇ ਨਾ, ਜਦ ਮੇਰਾ ਮਾਲਿਕ ਮੇਰੇ ਬਲ ਹੈ ਫਿਰ ਮੇਰੀ ਹਰ ਮੁਸ਼ਕਿਲ ਦਾ। ਤਾਂ ਜੇ ਮਾਲਿਕ ਸਾਡੇ ਬਲ ਹੈ ਤਾਂ ਮੁਸ਼ਕਿਲ ਦਾ ਹੱਲ ਵੀ ਉਹਨਾਂ ਦੇ ਹੱਲ ਨਹੀਂ ਹੁੰਦੇ ਜਿਨ੍ਹਾਂ ਵੱਲ ਕੋਈ ਇਦਾਂ ਦਾ ਸਤਿਗੁਰ ਨਾ ਹੋਵੇ, ਕੋਈ ਐਸਾ ਫਕੀਰ ਨਾ ਹੋਵੇ ਜਿਹੜਾ ਸਾਡੇ ਅੰਦਰ ਨਾ ਹੌਸਲਾ ਵਿਸ਼ਵਾਸ ਉਹਦੀ ਰਹਿਮਤ ਭਰਨ ਵਾਲਾ ਹੋਵੇ। ਜਿਹੜੇ ਆਪ ਹੀ ਡਰੇ ਹੋਏ ਉਹਨਾਂ ਦੂਜਿਆਂ ਨੂੰ ਕੀ ਹਿੰਮਤ ਦੇਣੀ ਹੈ। ਇਸ ਲਈ ਸਭ ਤੋਂ ਬੜੀ ਗੱਲ ਹੈ ਬਲ। ਜ਼ਰਾ ਹੁਣ ਗੌਰ ਕਰਨਾ ਕਿ ਹਰ ਮੁਸ਼ਕਿਲ ਦਾ ਹੱਲ ਉਦੋਂ ਮਿਲਦਾ ਹੈ। ਹੁਣ ਬਲ ਦੋ ਤਰੀਕੇ ਨਾਲ ਹੁੰਦਾ, ਇੱਕ ਹੁੰਦਾ ਮੇਰਾ ਮਾਲਿਕ ਮੇਰੇ ਬਲ ਹੈ, ਬਲ ਮਤਲਬ ਮੇਰੇ ਨਾਲ ਹੈ, ਔਰ ਦੂਜਾ ਬਲ ਯਾਨੀ ਸ਼ਕਤੀ, ਕਿਉਂਕਿ ਮੇਰੇ ਅੰਦਰ ਮੇਰੇ ਮਾਲਿਕ ਦੀ ਸ਼ਕਤੀ ਆਪਣਾ ਕੰਮ ਕਰ ਰਹੀ ਹੈ, ਕਿਉਂਕਿ ਮੈਨੂੰ ਬਣਾਇਆ ਉਸਨੇ, ਮੈਨੂੰ ਪੈਦਾ ਉਸਨੇ ਕੀਤਾ, ਮੈਨੂੰ ਜ਼ਿੰਦਗੀ ਉਸਨੇ ਦਿੱਤੀ ਹੈ, ਤਾਂ ਮੇਰੀ ਸੰਭਾਲ ਵੀ ਉਹ ਕਰੇਗਾ। ਮੈਨੂੰ ਯਕੀਨ ਹੈ ਆਪਣੇ ਮਾਲਿਕ ਤੇ। ਸੋ ਕਹਿੰਦੇ ਗਲਿਨ ਦੀ ਮਾਂ ਨੇ ਵਿਸ਼ਵਾਸ ਰੱਖਿਆ, ਫਿਰ ਉਹਨੇ ਕੀ ਕੀਤਾ, ਤੇਲ ਲੈ ਕੇ ਆਪਣੇ ਬੱਚੇ ਦੀ ਲੱਤਾਂ ਦੀ ਮਾਲਿਸ਼ ਕਰਨੀ, ਆਪਣੇ ਬੱਚੇ ਦੇ ਅੰਦਰ ਪਾਣਾ, ਬੇਟਾ ਕੋਸ਼ਿਸ਼ ਕਰ, ਰੋਣਾ ਨਹੀਂ। ਨਾ ਉਹ ਆਪ ਰੋਈ ਤਾਂ ਨਾ ਉਹਨੇ ਆਪਣੇ ਬੱਚੇ ਨੂੰ ਕਹਿ ਦਿਓ। ਨਹੀਂ ਤਾਂ ਜਿੱਦਾਂ ਦੱਸਿਆ ਨਾ, ਬੱਚਾ ਮਾੜਾ ਬਿਮਾਰ ਹੋ ਜਾਵੇ, ਬੱਚਾ ਰੋਂਦਾ ਤਾਂ ਮਾਂ-ਬਾਪ ਵੀ ਰੋਂਦੇ ਆ, ਬੱਚਾ ਹੋਰ ਜ਼ਿਆਦਾ ਰੋਣਾ ਸ਼ੁਰੂ ਕਰ ਦਿੰਦਾ ਹੈ। ਪਰ ਜੇ ਉਸਲੇ ਮਾਤਾ ਪਿਤਾ ਚਾਹੁੰਦੇ ਮੇਰਾ ਬੱਚਾ ਜਲਦੀ ਠੀਕ ਹੋਵੇ ਤਾਂ ਉਹਨੂੰ ਕਦੀ ਵੀ ਜਰਾ ਇਹ ਸਮਝ ਲੈਣਾ। ਹੁਣ ਰਾਤੀ ਹੁਣ ਸੱਚੀ ਗੱਲ ਦੱਸਣ ਲੱਗੇ, ਰੂਹਾਨੀ ਨੂੰ ਬੁਖਾਰ ਸੀ, ਕਹਿੰਦੀ ਫੋਨ ਆਇਆ, ਜੈ ਜੀ ਮੈਨੂੰ ਬੁਖਾਰ ਹੈ, ਦਵਾਈ ਲੈ ਆਇਓ। ਇਹ ਕਿਹਾ ਬੇਟਾ ਦਵਾਈ ਨਹੀਂ ਖਾਣੀ, ਫਿਕਰ ਨਾ ਕਰ, ਬੈਠ ਅੰਦਰ, ਕਹਿ ਮਾਲਕ ਦੀ ਰਹਿਮਤ ਨਾਲ ਮੈਂ ਠੀਕ ਆ। ਐਸੀ ਦਵਾਈ ਨਹੀਂ ਉਸਨੂੰ ਦਿੱਤੀ, ਸਮਝਦੇ ਹੋ ਕਿ ਨਹੀਂ। ਹੁਣ ਸਵੇਰੇ ਰਾਤੀ ਬੁਖਾਰ ਸੀ, ਸੌ ਗਈ, ਸਵੇਰੇ ਉੱਠੀ ਖੇਡ ਰਹੀ ਸੀ, ਕਹਿੰਦੀ ਹੁਣ ਮੈਂ ਠੀਕ ਆ। ਜਰਾ ਗੌਰ ਕਰਨ ਵਾਲੀ ਗੱਲ ਹੈ, ਕਿਉਂਕਿ ਅਸੀਂ ਇਹ ਨਹੀਂ ਤੁਹਾਨੂੰ ਕਹਿੰਦੇ ਕਿ ਤੁਹਾਨੂੰ ਕਹੀਏ ਕਿ ਬੱਚਿਆਂ ਨੂੰ ਇਦਾਂ ਕਰੋ ਤਾਂ ਆਪਣੇ ਬੱਚਿਆਂ ਨੂੰ ਅਸੀਂ, ਸਮਝਦੇ ਹੋ ਕਿ ਨਹੀਂ। ਅਸੀਂ ਉਹਨਾਂ ਨੂੰ ਅੱਜ ਤੋਂ ਹੀ ਇਹ ਸਿਖਾ ਰਹੇ ਹਾਂ ਕਿ ਠੀਕ ਹੈ, ਜਿੱਥੇ ਬਹੁਤ ਜ਼ਿਆਦਾ ਜ਼ਰੂਰੀ ਹੈ, ਕੋਈ ਐਮਰਜੈਂਸੀ, ਉੱਥੇ ਤਾਂ ਦਵਾਈ ਲਈਏ, ਪਰ ਸਿਰ ਦਰਦ ਹੋਵੇ, ਬੁਖਾਰ ਹੋਵੇ, ਜ਼ੁਕਾਮ ਹੋਵੇ, ਸਾਨੂੰ ਦਵਾਈਆਂ ਦੂਈਆਂ ਲੈਣ ਦੀ ਜ਼ਰੂਰਤ ਨਹੀਂ ਹੈ। ਅੱਜ ਤੋਂ ਹੀ ਸਟਰੋਂਗ ਬਣਾਉਣਾ ਉਹਨਾਂ ਨੂੰ ਅਸੀਂ, ਜਰਾ ਸਮਝਣਾ ਸਾਰਿਆਂ ਨੇ, ਕਿਉਂਕਿ ਸਭ ਤੋਂ ਬੜੀ ਸ਼ਕਤੀ ਤਾਂ ਸਾਡੇ ਅੰਦਰ ਬੈਠੀ ਹੈ। ਪਰ ਜਦੋਂ ਇਹ ਦਵਾਈਆਂ ਨਹੀਂ, ਮਾੜੀ ਮਾੜੀ ਗੱਲ ਤੇ ਇੰਨੀ ਕੁ ਦਰਦ ਹੁੰਦੀ ਨਹੀਂ ਤਾਂ ਦਵਾਈ ਖਾਣ ਤੁਰ ਪੈਂਦੇ ਆ, ਇਹਦਾ ਮਤਲਬ ਹੈ ਅਸੀਂ ਆਪਣੇ ਆਪ ਨੂੰ ਇੰਨਾ ਮਜ਼ਬੂਤ ਬਣਾ ਹੀ ਨਹੀਂ ਰਹੇ ਕਿ ਅਸੀਂ ਦਰਦ ਨੂੰ ਬਰਦਾਸ਼ਤ, ਸਮਝਦੇ ਹੋ ਕਿ ਨਹੀਂ। ਹਾਲਾਂਕਿ ਪ੍ਰਮਾਤਮਾ ਇੱਕ ਗੱਲ ਤਾਂ ਸਾਫ਼ ਕਹੀ ਗਈ ਹੈ ਕਿ ਕਦੀ ਵੀ ਪ੍ਰਮਾਤਮਾ ਕਿਸੇ ਨੂੰ ਉਨਾ ਦਰਦ ਦਿੰਦਾ ਹੀ ਨਹੀਂ ਜਿੰਨਾ ਉਹ ਬਰਦਾਸ਼ਤ ਨਾ ਕਰ ਸਕੇ। ਹਰੇਕ ਨੂੰ ਦਰਦ ਉਨਾ ਕੀ ਮਿਲ ਸਕਦਾ ਜਿੰਨਾ ਕੋ ਬਰਦਾਸ਼ਤ ਕਰ ਸਕਦਾ ਹੈ। ਪਰ ਅੱਜ ਇਨਸਾਨ ਦੇ ਅੰਦਰ ਕੀ ਹੈ ਕਿ ਇਨਸਾਨ ਨੇ ਆਪਣੀ ਆਪ ਨੂੰ ਇੰਨਾ ਕਮਜ਼ੋਰ ਸਮਝ ਲਿਆ ਹੈ ਕਿ ਮਾੜੀ ਜਿਹੀ ਦਰਦ ਹੁੰਦੀ ਹੈ ਤਾਂ ਬੰਦਾ ਹਾਏ ਹਾਏ ਕਰਨੀ ਸ਼ੁਰੂ ਕਰ ਦਿੰਦਾ ਹੈ। ਜਿਹੜਾ ਪਹਿਲੇ ਸਮੇਂ ਅੰਦਰ ਉਹ ਵੀ ਯੋਧਾ ਸੀ ਕਿ ਜਿਹੜੇ ਬੜੇ ਬੜੇ ਜ਼ਖਮ ਸਰੀਰਾਂ ਤੇ ਹੋ ਜਾਂਦੇ ਸੀ, ਫਿਰ ਵੀ ਯੋਧੇ ਮੈਦਾਨ 'ਚ ਡਟੇ ਰਹਿੰਦੇ ਸੀ, ਸਮਝਦੇ ਹੋ ਕਿ ਨਹੀਂ। ਇਤਿਹਾਸ ਵਿੱਚ ਅਸੀਂ ਕਈ ਇਦਾਂ ਦੀਆਂ ਪੜ੍ਹੀਆਂ ਹੈ ਕਿ ਚਾਹੇ ਉਹ ਮਹਾਭਾਰਤ ਦੀ ਯੁੱਧ ਹੋਵੇ, ਚਾਹੇ ਹਜ਼ੂਰ ਮੁਹੰਮਦ ਸਾਹਿਬ ਦੇ ਨਾਲ ਉਹਨਾਂ ਦੇ ਪਿਆਰਿਆਂ ਨੇ ਜੋ ਜੰਗ ਲੜੀ, ਉਹਦੇ 'ਚ ਹੋਵੇ ਕਿ ਇੱਕ ਸਹਾਬੀ ਦੇ ਤਨ ਤੇ 72 ਜ਼ਖਮ ਸੀ, ਪਰ ਫਿਰ ਵੀ ਉਹ ਤਲਵਾਰ ਲੈ ਕੇ ਡਟਿਆ ਰਿਹਾ। ਕਹਿੰਦੇ ਐਸਾ ਜਿਸਮ ਦਾ ਕਿਹੜਾ ਅੰਗ ਸੀ ਜਿੱਥੋਂ ਲਹੂ ਨਹੀਂ ਵਗ ਰਿਹਾ ਸੀ, ਪਰ ਉਹ ਰੱਬ ਦੇ ਪਿਆਰੇ ਨੇ ਇੱਕ ਵਾਰ ਨਹੀਂ ਕਿਹਾ ਹਾਏ ਮੇਰੇ ਦਰਦ ਹੁੰਦੀ ਹੈ। ਕਿਉਂਕਿ ਜਿਨ੍ਹਾਂ ਦੀ ਨਜ਼ਰ ਆਪਣੀ ਮੰਜ਼ਿਲ ਤੇ ਹੁੰਦੀ ਹੈ, ਜਿੱਤ ਤੇ ਹੁੰਦੀ ਹੈ, ਉਹ ਦਰਦ ਦੀ ਪਰਵਾਹ, ਤਾਂ ਜਿਹੜੇ ਮਾੜੀ ਮਾੜੀ ਦਰਦ ਨੂੰ ਲੈ ਕੇ ਬਹਿ ਜਾਂਦੇ, ਇਹਦਾ ਮਤਲਬ ਇਹਨਾਂ ਦੇ ਅੱਗੇ ਕੋਈ ਟਾਰਗੇਟ ਹੈ ਹੀ ਨਹੀਂ, ਕੋਈ ਮੰਜ਼ਿਲ ਹੈ ਹੀ ਨਹੀਂ ਇਹਨਾਂ ਦੀ। ਇਹ ਗੱਲ ਹਮੇਸ਼ਾ ਯਾਦ ਰੱਖਣੀ। ਇਹ ਤਾਂ ਸੋਚ ਕੇ ਦੇਖੋ, ਜਵਾਬ ਦੇਣਾ ਸਾਨੂੰ। ਤੁਸੀਂ ਉੱਦਾਂ ਹੀ ਘੁੰਮ ਰਹੇ ਹੋ, ਉੱਦਾਂ ਹੀ ਘੁੰਮ ਰਹੇ ਹੋ, ਅਚਾਨਕ ਪੈਰ ਨੂੰ ਮੋਚ ਆ ਜਾਂਦੀ ਹੈ, ਤੁਸੀਂ ਪੱਟੀ ਬੰਨ੍ਹ ਕੇ ਘਰ ਕੁਰਸੀ ਤੇ ਬਹਿ ਜਾਂਦੇ ਹੋ। ਕਿਉਂ? ਕਿਉਂਕਿ ਅੱਗੇ ਕੋਈ ਟਾਰਗੇਟ, ਕੋਈ ਗੋਲ ਹੈ ਨਹੀਂ। ਪਰ ਹੁਣ ਤੁਹਾਡੀ ਫਲਾਈਟ ਹੈ, ਤੁਸੀਂ ਜਾਣਾ ਕੈਨੇਡਾ ਨੂੰ, ਅਮਰੀਕਾ ਨੂੰ, ਜਾਂ ਕਿਤੇ ਬਾਹਰ। ਹੁਣ ਤੁਰੇ ਤੁਰੇ ਜਾਂਦੇ ਤੁਹਾਡੇ ਪੈਰ 'ਚ ਮੋਚ ਆ ਜਾਂਦੀ ਹੈ, ਤੁਸੀਂ ਕਹਿੰਦੇ ਹੋ ਪੱਟੀ ਬੰਨ੍ਹ ਕੇ ਮੈਨੂੰ ਘਰ ਦੇ ਟੀਵੀ ਮੋਰੇ ਬਿਠਾ ਦਿਓ। ਤੁਹਾਨੂੰ ਪਤਾ ਮੇਰੀ ਫਲਾਈਟ ਉੜ ਜਾਣੀ ਹੈ,
ਚਾਹੇ ਮੇਰੇ ਇੱਕ ਪੈਰ ਨੂੰ ਮੋਚ ਹੈ ਚਾਹੇ ਦੋਹਾਂ ਨੂੰ ਮੋਚ ਹੈ, ਭਾਈ ਗੱਡੀ ਬਿਠਾ ਕੇ ਮੈਨੂੰ ਪਲੇਨ ਤੱਕ ਛੱਡ ਕੇ ਆਓ, ਕਿਉਂਕਿ ਮੇਰਾ ਜਾਣਾ ਮੰਜ਼ਿਲ ਅੱਗੇ ਨਜ਼ਰ ਆ ਰਹੀ ਹੈ, ਜਾਣਾ ਕਿੱਥੇ ਹੈ। ਸਮਝਦੇ ਹੋ ਕਿ ਨਹੀਂ? ਅੱਜ ਬੰਦਾ ਮਾੜੇ ਮਾੜੇ ਦੁੱਖਾਂ ਨੂੰ ਲੈ ਕੇ ਕਿਉਂ ਰੋਣ ਲੱਗ ਜਾਂਦਾ ਹੈ? ਕਿਉਂਕਿ ਦੇਖਿਆ ਕਿ ਬੰਦੇ ਦੇ ਜੀਵਨ 'ਚ ਕੋਈ ਗੋਲ, ਬਸ ਬੰਦੇ ਦਾ ਇੰਨਾ ਹੀ ਗੋਲ ਆ, ਖਾ ਲਿਆ ਪੀ ਲਿਆ ਸੌ ਲਿਆ ਖੇਲ ਲਿਆ, ਠੀਕ ਹੈ। ਸਮਝਦੇ ਹੋ ਕਿ ਨਹੀਂ? ਕੋਈ ਹੈ ਸਾਡਾ ਗੋਲ ਕਿ ਮੈਂ ਇਸ ਮੰਜ਼ਿਲ ਤੇ ਪਹੁੰਚਾਂ, ਮੈਂ ਇਨਸਾਨ ਤੋਂ ਭਗਵਾਨ ਹੋਣਾ ਹੈ, ਮੈਂ ਬਿਹਤਰ ਇਨਸਾਨ ਬਣਨਾ ਹੈ, ਉਹ ਮੈਂ ਜੀਵਨ 'ਚ ਕੁਝ ਬਿਹਤਰ ਕਰਨਾ ਹੈ ਤਾਂ ਕਿ ਕੱਲ ਮੈਂ ਮਰ ਵੀ ਜਾਵਾਂ ਤਾਂ ਦੁਨੀਆ ਮੈਨੂੰ ਫਿਰ ਵੀ ਯਾਦ ਰੱਖੇ। ਜਿਨ੍ਹਾਂ ਦੇ ਗੋਲ ਇਦਾਂ ਦੇ ਹੁੰਦੇ ਆ ਉਹ ਬੜੇ ਬੜੇ ਦਰਦ, ਬੜੀਆਂ ਬੜੀਆਂ ਪੀੜਾਂ ਝੱਲਣ ਨੂੰ ਤਿਆਰ ਹੋ ਜਾਂਦੇ ਆ। ਤਾਂ ਜਿਨ੍ਹਾਂ ਦਾ ਗੋਲ ਹੀ ਕੋਈ ਨਾ ਹੋਵੇ, ਮਾੜੀ ਤਕਲੀਫ ਆਉਂਦੀ ਹੈ ਤਾਂ ਬੈਠ ਜਾਓ ਟੀਵੀ ਮੂਹਰੇ, ਆਹ ਫਿਲਮ ਲਾ ਦਿਓ ਕੋਈ, ਹੁਣ ਕਰਨਾ ਕੀ ਹੈ ਹੋਰ। ਸਮਝਦੇ ਹੋ ਕਿ ਨਹੀਂ? ਸਾਨੂੰ ਤਾਂ ਬੜੀ ਹੈਰਾਨੀ ਹੁੰਦੀ ਹੈ। ਹੁਣ ਆ ਇੱਕ ਬੱਚੇ ਦਾ ਨਾਮ ਨਹੀਂ ਯਾਦ ਆ ਰਿਹਾ, ਸਨ 2019 ਚ ਨਾ ਉਹਨੂੰ ਮਿਊਜ਼ਿਕ ਵਿੱਚ ਅਵਾਰਡ ਮਿਲਿਆ 14 ਸਾਲ ਦੀ ਉਮਰ 'ਚ। ਤਾਂ ਜਿਹੜਾ ਸੰਗੀਤਕਾਰ ਹੈ AR ਰਹਿਮਾਨ, ਉਹਦੇ ਘਰ ਗਿਆ ਉਹਨੂੰ ਮਿਲਣ ਵਾਸਤੇ। 14 ਸਾਲ ਦੇ ਬੱਚੇ ਨੂੰ $1 ਮਿਲੀਅਨ ਦਾ ਇਨਾਮ ਮਿਲਿਆ ਪਹਿਲਾ ਨੰਬਰ ਤੇ 2019 ਦੇ ਵਿੱਚ। ਔਰ AR ਰਹਿਮਾਨ ਮਿਊਜ਼ਿਕ ਨਾ ਬਣਾਉਣ ਵਾਲਾ, ਇੱਕ ਬਹੁਤ ਬੜਾ ਮਿਊਜ਼ਿਕ ਬਣਾਉਣ ਵਾਲਾ ਨਾ ਮਿਊਜ਼ਿਕ ਡਾਇਰੈਕਟਰ ਹੈ। ਉਹ ਬੱਚੇ ਨੂੰ ਘਰ ਮਿਲਣ ਗਿਆ ਔਰ ਉਹਨੇ ਜਾ ਕੇ ਉਹਨੂੰ ਸਵਾਲ ਪਤਾ ਕੀ ਕੀਤਾ? ਕਹਿੰਦਾ ਬੇਟਾ ਕੀ ਤੂੰ ਪਲੇ ਸਟੇਸ਼ਨ ਵੀ ਖੇਡਦਾ ਹੈ? ਤਾਂ ਬੱਚੇ ਨੇ ਹੈਰਾਨ ਕਰ ਦਿੱਤਾ AR ਰਹਿਮਾਨ ਨੂੰ। ਉਹ ਕਹਿੰਦਾ ਮਾਰੇ ਪਲੇ ਸਟੇਸ਼ਨ ਹੁੰਦਾ ਕੀ ਹੈ, ਮੈਨੂੰ ਤਾਂ ਪਤਾ ਹੀ ਨਹੀਂ। ਕਹਿੰਦੇ AR ਰਹਿਮਾਨ ਨੇ ਉਹ ਬੱਚੇ ਨੂੰ ਗੱਲ ਨਾਲ ਲਾ ਲਿਆ, ਕਹਿੰਦੇ ਬੇਟਾ ਸ਼ਾਬਾਸ਼, ਤਾਂ ਹੀ ਅੱਜ ਤੂੰ 14 ਸਾਲ ਦੀ ਉਮਰ 'ਚ ਪਹਿਲੇ ਨੰਬਰ ਦਾ ਮਿਊਜ਼ੀਸ਼ੀਅਨ, ਯਾਨੀ ਉਹ ਉੱਥੇ ਨਾ ਮੁਕਾਬਲਾ ਹੋਇਆ ਸੀ। ਉਹਦਾ ਨਾਮ ਵੀ ਆ ਜਾਏਗਾ ਨੈਟ ਤੇ ਜੇ ਤੁਸੀਂ ਪਾਓਗੇ। 14 ਸਾਲ ਦੇ ਨਾ 2019 ਚ ਨਾਮ ਵੀ ਇੱਕ ਨਾ ਤਾਮਿਲ ਇੱਧਰ ਜਿਹਦਾ, ਉਹ ਨਾਮ ਵੀ ਕੁਝ ਅਜੀਬ ਜਿਹਾ ਹੈ। ਉਹ ਕਹਿੰਦਾ ਮੈਨੂੰ ਖੁਸ਼ੀ ਹੈ ਕਿ ਤੂੰ ਤਾਂ ਹੀ 14 ਸਾਲ ਦੀ ਉਮਰ ਚ ਅੱਜ $1 ਮਿਲੀਅਨ, $1 ਮਿਲੀਅਨ ਕਿੰਨਾ ਹੁੰਦਾ ਹੈ? 10 ਲੱਖ। $10 ਲੱਖ ਦਾ ਇਨਾਮ 14 ਸਾਲ ਦੀ ਉਮਰ ਜਿੱਤਿਆ ਹੋਣਾ। ਜੇ $10 ਲੱਖ ਹੈ ਤਾਂ ਇੰਡੀਆ ਦੇ ਸੋਚ ਲਓ ਕਿੰਨਾ ਬਣਦੇ ਆ। ਸਮਝਦੇ ਹੋ ਕਿ ਨਹੀਂ? ਜੇ ਆਪਾਂ ਕਹਿੰਦੇ ਨਾ $1 ਲੱਖ ਹੈ, ਜੇ ਇਸ ਵੇਲੇ 74 ਲੱਖ 1 ਰੁਪਏ ਦਾ $1 ਦਾ 74 ਰੁਪਏ ਰੇਟ ਹੈ ਜਾਂ 80 ਰੁਪਏ ਰੇਟ ਹੈ, ਤੇ 1 ਲੱਖ ਦਾ 80 ਲੱਖ ਦਾ ਉਦੋਂ ਹੀ ਬਣ ਗਿਆ। ਤੇ $10 ਲੱਖ ਦਾ ਦੇਖ ਲਓ 14 ਸਾਲ ਦੀ ਉਮਰ 'ਚ ਕੀ ਉਹਨੇ ਇੱਕ ਛੋਟੇ ਬੱਚੇ ਨੇ ਜਿੱਤ ਲਿਆ 2019 ਚ। 2005 ਚ ਉਹਦਾ ਜਨਮ ਹੋਇਆ, 2005 ਚ। 2019 ਚ ਉਹਨੇ ਅਵਾਰਡ ਜਿੱਤਿਆ। ਤਾਂ ਕਹਿੰਦੇ ਪਲੇ ਸਟੇਸ਼ਨ ਕੀ ਹੁੰਦਾ ਹੈ? ਮੈਂ ਕਦੀ ਕੋਈ ਗੇਮ ਨਾ ਹੀ ਦੇਖੀ ਹੈ ਤੇ ਨਾ ਹੀ ਖੇਲੀ ਹੈ। ਮੈਂ ਤਾਂ ਬਚਪਨ ਤੋਂ ਪਿਆਨੋ ਵਜਾਉਣ ਵਿੱਚ ਉਹ ਮਾਹਿਰ, ਪਿਆਨੋ। ਔਰ ਉਹਨੇ ਇੱਕ ਫਿਲਮ ਨੂੰ ਬਚਪਨ 'ਚ ਸੰਗੀਤ ਵੀ ਦਿੱਤਾ, ਤਾਮਿਲ ਦੀ ਫਿਲਮ ਹੈ। ਤਾਂ ਜਰਾ ਗੌਰ ਕਰਨ ਵਾਲੀ ਗੱਲ ਹੈ। ਉਹ ਕਹਿੰਦਾ ਬੇਟਾ ਤਾਂ ਹੀ ਮੈਨੂੰ ਸਮਝ ਨਹੀਂ ਆ ਰਹੀ ਸੀ ਇੰਨੀ ਛੋਟੀ ਉਮਰ 'ਚ ਤੂੰ ਇੰਨੀ ਤਰੱਕੀ ਕਿੱਦਾਂ ਕਰ ਗਿਆ। ਹੁਣ ਮੈਨੂੰ ਪਤਾ ਲੱਗਾ ਕਿਉਂਕਿ ਤੂੰ ਡਿਸਟਰੈਕਟ ਨਹੀਂ ਹੋਇਆ, ਜਾਨੀ ਤੂੰ ਗੇਮਾਂ ਵੱਲ ਜਾਂ ਕਿਸੇ ਉਹਨਾਂ ਚੀਜ਼ਾਂ ਫਾਲਤੂ ਦੀਆਂ ਚੀਜ਼ਾਂ ਵੱਲ ਨਹੀਂ ਗਿਆ, ਆਪਣਾ ਟਾਈਮ ਨਹੀਂ ਖਰਾਬ ਕੀਤਾ, ਤੂੰ ਮਿਹਨਤ ਕੀਤੀ ਤਾਂ ਅੱਜ 14 ਸਾਲ ਦੀ ਉਮਰ 'ਚ ਤੂੰ ਇੱਥੇ ਪਹੁੰਚ ਗਿਆ। ਔਰ ਇਸ ਵੇਲੇ ਉਹਦੀ ਉਮਰ 19-20 ਸਾਲ ਦੀ ਹੈ, ਕਿਉਂਕਿ 2019 'ਚ 14 ਸਾਲ ਸੀ। ਤਾਂ ਹੁਣ ਦੇਖ ਲਓ 2023 ਚੱਲ ਰਿਹਾ ਹੈ, ਉਹਦੇ ਹਿਸਾਬ ਨਾਲ ਲਾ ਲਓ 19 ਤੋਂ 23 ਯਾਨੀ 4 ਸਾਲ ਪਾ ਲਈਏ, 14 4 18 ਸਾਲ ਦੀ ਉਮਰ ਉਹਦੀ। ਤੇਰਾ ਸਮਝਣਾ ਸਾਰਿਆਂ ਨੇ। ਅੱਜ ਅਸੀਂ ਬੱਚਿਆਂ ਨੂੰ ਕਾਮਯਾਬੀ ਤਾਂ ਦੇਣਾ ਚਾਹੁੰਦੇ, ਪਰ ਬੱਚੇ ਤਾਂ ਮੋਬਾਈਲਾਂ ਤੋਂ ਨਹੀਂ ਨਿਕਲਦੇ ਬਾਹਰ, ਫਿਲਮਾਂ 'ਚੋਂ ਨਹੀਂ ਬਾਹਰ ਨਿਕਲਦੇ। ਤਾਂ ਬੱਚਿਆਂ ਨੇ ਉਹ ਮਾਈਂਡ ਜੇ ਇਦਾਂ ਦੀਆਂ ਬੇਕਾਰ ਦੇ ਕੰਮਾਂ 'ਚ ਲੱਗਾ ਰਿਹਾ ਤਾਂ ਜੀਵਨ 'ਚ ਕਾਮਯਾਬੀ ਕਿੱਦਾਂ ਮਿਲੇਗੀ ਸਾਨੂੰ? ਅੱਜ ਤੁਸੀਂ ਵੀ ਦੇਖੋ ਕਿੰਨਾ ਟਾਈਮ ਤੁਸੀਂ ਮੋਬਾਈਲਾਂ 'ਤੇ ਲੱਗੇ ਰਹਿੰਦੇ ਹੋ। ਸਮਝਦੇ ਹੋ ਕਿ ਨਹੀਂ? ਇਸ ਕਰਕੇ ਸਾਨੂੰ ਤਾਂ ਉਦੋਂ ਬੜੀ ਪਰੇਸ਼ਾਨੀ ਹੁੰਦੀ ਜਦੋਂ ਸਾਨੂੰ ਇੱਕ ਵੀ ਮੈਸੇਜ ਦਾ ਜਵਾਬ ਦੇਣਾ ਪਵੇ। ਇਹ ਕਹਿੰਦੇ ਯਾਰ ਅਸੀਂ ਆਹ ਕਰ ਸਕਦੇ ਹਾਂ, ਆਹ ਲਿਖ ਸਕਦੇ ਹਾਂ, ਮੁਸ਼ਕਿਲ ਹੈ। ਮੋਬਾਈਲ ਰੱਖਣਾ ਵੀ ਅਸੀਂ ਇੱਕ ਪਾਸੇ ਕਰ ਦਿੰਦੇ ਹਾਂ ਫਿਰ, ਕਿਉਂਕਿ ਸਾਨੂੰ ਹੁੰਦਾ ਬਿਹਤਰ ਹੋਈਏ, ਹੋਰ ਬਿਹਤਰ ਹੋਈਏ। ਕਿਉਂਕਿ ਜੇ ਆਪ ਬਿਹਤਰ ਹੋਵਾਂਗੇ ਤਾਂ ਤੁਹਾਨੂੰ ਹੋਰ ਵੀ ਬਿਹਤਰ ਬਣਾਉਂਦੇ ਜਾਵਾਂਗੇ ਅਸੀਂ, ਕਿਉਂਕਿ ਤੁਹਾਨੂੰ ਅਸੀਂ ਬਹੁਤ ਅੱਗੇ ਲੈ ਕੇ ਜਾਣਾ ਚਾਹੁੰਦੇ ਹਾਂ। ਔਰ ਉਹਦੇ ਵਾਸਤੇ ਮਿਹਨਤ, ਕਿਉਂਕਿ ਬਿਨਾਂ ਮਿਹਨਤ ਤੋਂ ਹਾਸਿਲ ਹੋ ਜਾਏਗਾ ਕੁਛ। ਇਸ ਲਈ ਆਪ ਵੀ ਬੇਕਾਰ ਦੇ ਚੀਜ਼ਾਂ ਤੋਂ ਬਚੋ, ਇਹ ਦੁੱਖਾਂ ਦਰਦਾਂ ਦੀ ਪਰਵਾਹ ਨਾ ਕਰੋ। ਬੰਦਾ ਸੋਚੇ ਮੇਰੀ ਮੰਜ਼ਿਲ ਬਹੁਤ, ਤਾਂ ਜਿਹਦੀ ਮੰਜ਼ਿਲ ਹੀ ਇੰਨੀ ਕੁ ਹੁੰਦੀ ਬਸ ਆਹੀ ਕੰਮ ਕਰਨਾ ਨਿੱਕਾ ਜਿਹਾ, ਖਾ ਲਿਆ ਪੀ ਲਿਆ ਸੌ ਲਿਆ ਆਹ ਖੇਡ ਲਿਆ, ਤਾਂ ਉਹਨੂੰ ਮਾੜਾ ਦਰਦ ਆਏਗਾ ਤਾਂ ਬਹਾਨਾ ਬਣਾ ਕੇ ਬਹਿ ਜਾਏਗਾ ਕਿ ਇਹ ਵੀ ਕੰਮ ਨਾ ਮੈਨੂੰ ਕਰਨਾ ਪਵੇ, ਕੋਈ ਦੂਜਾ ਕਰੇ ਮੇਰੀ ਜਗ੍ਹਾ। ਤਾਂ ਜਿਹਨਾਂ ਦੀ ਮੰਜ਼ਿਲ ਬੜੀ ਹੁੰਦੀ ਹੈ ਉਹ ਦਰਦਾਂ ਦੁਰਦਾਂ ਦੀ ਪਰਵਾਹ, ਜਿੱਦਾਂ ਦੱਸਿਆ ਫਲਾਈਟ ਫੜਨੀ ਹੈ ਨਾ ਤਾਂ ਬੰਦੇ ਇੱਕ ਪੈਰ ਕੀ ਦੋਨਾਂ ਪੈਰਾਂ 'ਚ ਮੋਚ ਆਈ ਹੋਈ, ਬੰਦਾ ਕਹਿੰਦਾ ਵੀਲ ਚੇਅਰ ਤੇ ਬਿਠਾ ਕੇ ਛੱਡਿਓ ਪਰ ਮੇਰੀ ਫਲਾਈਟ ਮਿਸ ਨਹੀਂ ਹੋਣੀ ਚਾਹੀਦੀ, ਕਿਉਂਕਿ ਪਤਾ ਮੈਂ ਪਹੁੰਚਣਾ ਹੈ ਕਿਤੇ। ਉਹ ਜਿਹਨਾਂ ਨੂੰ ਪਤਾ ਹੈ ਅਸੀਂ ਕਿਤੇ ਪਹੁੰਚਣਾ ਹੈ ਉਹ ਦਰਦਾਂ ਦੀ ਪਰਵਾਹ। ਇਸ ਲਈ ਅੱਜ ਤੋਂ ਕੀ ਕਰਨਾ ਹੈ? ਆਪਣੀ ਹਿੰਮਤ ਨੂੰ, ਆਪਣੇ ਹੌਸਲੇ ਨੂੰ। ਵੈਸੇ ਇਦਾਂ ਦੀਆਂ ਗੱਲਾਂ ਸਮਝ ਵੀ ਆਉਂਦੀਆਂ ਕਿ ਨਹੀਂ?
ਕਿਉਂਕਿ ਕਈ ਵਾਰ ਅਸੀਂ ਸੋਚੀਦਾ ਜਦੋਂ ਹਿਮਾਚਲ 'ਚ ਆਉਂਦੇ ਆ ਨਾ ਵੀ ਸ਼ਾਇਦ ਇੱਥੇ ਗੱਲ ਕੀ ਹੁੰਦੀ ਹੈ ਜ਼ਿਆਦਾ, ਸਮਝਦੇ ਹੋ ਕਿ ਨਹੀਂ? ਪਰ ਮਾਲਕ ਤੁਸੀਂ ਤਾਂ ਮੋਟੀਵੇਸ਼ਨਲ ਸਪੀਕਰ ਹੋ, ਤੁਸੀਂ ਤਾਂ ਮੋਟੀਵੇਟ ਕਰਦੇ ਹੋ। ਸੋ ਅੱਜ ਤੁਹਾਨੂੰ ਮੋਟੀਵੇਟ ਹੋਣ ਦੀ ਲੋੜ ਹੈ, ਕਿਉਂਕਿ ਕ੍ਰਿਸ਼ਨ ਕਥਾਵਾਂ ਬਹੁਤ ਸੁਣ ਲਈਆਂ, ਰਾਮ ਕਥਾਵਾਂ ਬਹੁਤ ਸੁਣ ਲਈਆਂ, ਹੋਰ ਦੇਵੀ ਦੇਵਤੇ ਦੀ ਕਥਾਵਾਂ ਬਹੁਤ ਸੁਣ ਲਈਆਂ। ਹੁਣ ਆਪਣੇ ਜੀਵਨ ਨੂੰ ਐਸਾ ਬਣਾਉਣਾ ਕਿ ਸਾਡੀ ਕਥਾ ਬਣੇ, ਸਾਡੀ ਕਹਾਣੀ ਬਣੇ, ਦੁਨੀਆ ਸਾਨੂੰ ਯਾਦ ਕਰੇ। ਇਹ ਤਾਂ ਸੁਣ ਲਿਆ ਸ਼੍ਰੀ ਕ੍ਰਿਸ਼ਨ ਨੇ ਕੀ ਕੀਤਾ ਸੀ, ਸ਼੍ਰੀ ਰਾਮ ਨੇ ਕੀ ਕੀਤਾ ਸੀ, ਪਰ ਹੁਣ ਇਹ ਦੱਸੋ ਤੁਸੀਂ ਕੀ ਕੀਤਾ? ਸਿਰਫ ਸੁਣਿਆ ਹੀ ਹੈ, ਕੁਝ ਬਿਹਤਰ ਕੀਤਾ ਤੁਸੀਂ? ਉਹ ਸ਼੍ਰੀ ਰਾਮ ਨੇ ਆਪਣੇ ਭਰਾ ਦੀ ਖਾਤਰ 14 ਸਾਲ ਦਾ ਬਨਵਾਸ ਕਬੂਲ ਕਰ ਲਿਆ, ਸਭ ਕੁਝ ਛੱਡ ਦਿੱਤਾ। ਤੁਸੀਂ ਆਪਣੇ ਭਰਾ ਦੀ ਖਾਤਰ ਕੀ ਕਰਦੇ ਹੋ? 1 ਇੰਚ ਜ਼ਮੀਨ ਛੱਡਣ ਨੂੰ ਤਿਆਰ ਨਹੀਂ, ਇੱਕ ਮੋਟਰਸਾਈਕਲ ਦੇਣ ਨੂੰ ਤਿਆਰ ਨਹੀਂ। ਤਾਂ ਕਥਾਵਾਂ ਅਸੀਂ ਰਾਮ ਦੀਆਂ ਸੁਣਦੇ ਹਾਂ। ਉਹ ਸ਼੍ਰੀ ਕ੍ਰਿਸ਼ਨ ਨੇ ਕਿਹੜਾ ਦੁੱਖ ਨਹੀਂ ਚੱਲਿਆ, ਮਾਤਾ ਪਿਤਾ ਤੋਂ ਦੂਰ ਹੋਏ, ਹਰ ਤਕਲੀਫ ਚੱਲੀ, ਪਰ ਫਿਰ ਵੀ ਕਦੀ ਹਾਏ ਤੱਕ ਨਹੀਂ ਕੀਤੀ, ਮੁਸਕਰਾਉਂਦੇ ਰਹੇ ਔਰ ਆਪਣੇ ਬਲ ਨਾਲ, ਆਪਣੇ ਹਿੰਮਤ ਨਾਲ, ਹੌਸਲੇ ਨਾਲ ਇੱਕ ਗਵਾਲੇ ਤੋਂ ਸਮਰਾਟ ਬਣੇ। ਤਾਂ ਤੁਸੀਂ ਕੀ ਕੀਤਾ? ਉਦੋਂ ਵੀ ਉੱਥੇ ਹੀ ਬੈਠੇ ਸੀ, ਅੱਜ ਵੀ ਉੱਥੇ ਹੀ ਬੈਠੇ ਆ। ਉਦੋਂ ਵੀ ਹਾਏ ਹਾਏ, ਅੱਜ ਵੀ। ਇਸ ਲਈ ਮਜ਼ਾ ਉਦੋਂ ਆਏਗਾ ਜਦੋਂ ਸਾਡੀ ਜ਼ਿੰਦਗੀ ਬਦਲੇ, ਸਾਡਾ ਜੀਵਨ ਬਦਲੇ, ਔਰ ਇਹ ਫਿਰ ਬਦਲੇਗਾ ਜਦੋਂ ਅਸੀਂ ਆਪਣੇ ਅੰਦਰ ਹਿੰਮਤ, ਹੌਸਲਾ, ਵਿਸ਼ਵਾਸ। ਇਸ ਕਰਕੇ ਅੱਜ ਇੱਕ ਗੱਲ ਕਹਿ ਦਈਏ, ਗੁੱਸਾ ਨਾ ਕਰਿਓ, ਅੱਜ ਸ਼੍ਰੀ ਰਾਮ, ਸ਼੍ਰੀ ਕ੍ਰਿਸ਼ਨ ਸਿਰਫ ਇਹਨਾਂ ਦੀ ਜ਼ਿੰਦਗੀ ਨੂੰ ਸੁਣਨ ਦੀ ਗੱਲ ਨਹੀਂ ਹੈ, ਅੱਜ ਇਹਨਾਂ ਦੀ ਜ਼ਿੰਦਗੀ ਤੋਂ ਸਿੱਖਿਆ ਲੈ ਕੇ ਆਪਣੇ ਜੀਵਨ ਨੂੰ ਬਦਲਣ ਦੀ ਗੱਲ ਹੈ। ਕਥਾਵਾਂ ਬਹੁਤ ਸੁਣ ਲਈਆਂ, ਜੇ ਤਾਂ ਫਿਰ ਕਵਾਂਗੇ ਹੁਣ ਤਾਂ ਕੁਝ ਐਸਾ ਕਰੀਏ ਕਿ ਕੱਲ ਨੂੰ ਦੁਨੀਆ ਸਾਡੀ ਕਥਾ ਸੁਣਾਵੇ ਕਿ ਬੰਦਾ ਕੀ ਸੀ ਤਾਂ ਕਿੱਥੋਂ। ਔਰ ਇਹ ਕਥਾਵਾਂ ਉਹਨਾਂ ਦੀਆਂ ਬਣਦੀਆਂ ਜਿਹੜੇ ਬੜੇ ਬੜੇ ਦੁੱਖਾਂ 'ਚ ਵੀ ਯਕੀਨ ਰੱਖਦੇ ਹੈ, ਵਿਸ਼ਵਾਸ ਰੱਖਦੇ ਆਪਣੇ ਮਾਲਿਕ ਤੇ। ਤਾਂ ਜਿਹੜਾ ਹਰ ਵੇਲੇ ਮਾੜੇ ਮਾੜੇ ਦੁੱਖਾਂ ਨੂੰ ਲੈ ਕੇ ਰੋਈ ਜਾਵੇ, ਜਰਾ ਸੋਚ ਕੇ ਦੇਖੋ, ਆਪ ਹੀ ਸੋਚੋ ਕਿ ਜੇ ਸ਼੍ਰੀ ਰਾਮ ਨੂੰ 14 ਸਾਲ ਦਾ ਬਨਵਾਸ ਮਿਲਦਾ, ਸ਼੍ਰੀ ਰਾਮ ਮੱਥੇ ਹੱਥ ਰੱਖ ਕੇ ਰੋਣਾ ਸ਼ੁਰੂ ਕਰ ਦਿੰਦੇ, ਓਏ ਬਾਪ ਨੇ ਮੇਰੇ ਨਾਲ ਅਨਿਆਏ ਕਰ ਦਿੱਤਾ, ਰਾਜ ਮੇਰਾ ਸੀ, ਦੇਤਾ ਭਰਤ ਨੂੰ 14 ਸਾਲ ਦਾ ਬਨਵਾਸ, ਮੈਂ ਤਾਂ ਮਰ ਜਾਣਾ, ਮੈਂ ਨਹੀਂ ਜਾ ਸਕਦਾ। ਜੇ ਇਦਾਂ ਦਾ ਰੋਣਾ ਉਹ ਰੋਂਦੇ ਤਾਂ ਅੱਜ ਉਹਨਾਂ ਨੂੰ ਕਿਸੇ ਨੇ ਕਹਿਣਾ ਸੀ ਭਗਵਾਨ ਸ਼੍ਰੀ ਰਾਮ। ਆਪ ਹੀ ਜਵਾਬ ਦੇ ਦਿਓ, ਭਗਵਾਨ ਵਿੱਚ ਔਰ ਇਨਸਾਨ 'ਚ ਫਰਕ ਇੰਨਾ ਹੀ ਹੈ। ਇਨਸਾਨ ਦੇ ਸਾਹਮਣੇ ਦੁੱਖ ਆਉਂਦੇ ਰੋਣਾ ਸ਼ੁਰੂ ਕਰ ਦਿੰਦਾ ਹੈ ਤਾਂ ਉਹੀ ਇਨਸਾਨ ਭਗਵਾਨ ਬਣ ਜਾਂਦਾ ਜਿਹੜਾ ਦੁੱਖਾਂ ਨੂੰ ਵੀ ਹੱਸ ਕੇ ਸਵੀਕਾਰ ਕਰ ਲੈਂਦਾ ਕਿ ਕੋਈ ਗੱਲ ਨਹੀਂ, ਇਹ ਦੁੱਖ ਵੀ ਆਣਗੇ, ਮੇਰੇ ਨਾਲ ਟਕਰਾਣਗੇ, ਖਤਮ ਹੋ ਜਾਣਗੇ, ਇਹਨਾਂ ਦੁੱਖਾਂ ਨੂੰ ਜਿੱਤ ਕੇ ਮੈਂ ਆਪਣੀ ਮੰਜ਼ਿਲ ਤੇ ਪਹੁੰਚ ਕੇ ਦਿਖਾਊਂਗਾ, ਫੇਰ ਹੀ ਮੈਂ ਇਨਸਾਨ ਤੋਂ ਭਗਵਾਨ ਕਹਿਲਾਊਂਗਾ। ਕਿਉਂਕਿ ਇਨਸਾਨ ਤੋਂ ਭਗਵਾਨ ਬਣਨਾ ਇੰਨਾ ਕੁ ਹੀ ਫਰਕ ਹੈ ਕਿ ਹਾਏ ਹਾਏ ਰੋਣਾ ਛੱਡੀਏ ਔਰ ਹਿੰਮਤ ਨਾਲ ਮੁਕਾਬਲਾ ਕਰਕੇ ਉਹ ਦੁੱਖ ਚੋਂ ਗੁਜ਼ਰ ਕੇ ਮੰਜ਼ਿਲ ਤੇ ਪਹੁੰਚ ਕੇ ਦਿਖਾਈਏ। ਅਗਰ ਤੁਸੀਂ ਵੀ ਇਹ ਗੁਣ ਆਪਣੇ ਅੰਦਰ ਪੈਦਾ ਕਰ ਲਵੋ ਨਾ, ਤਾਂ ਭਗਵਾਨ ਤੁਹਾਡੇ ਅੰਦਰ ਵੀ ਛੁਪਿਆ ਹੈ। ਉਹ ਤਾਂ ਵਿਚਾਰਾ ਬਾਹਰ ਆਣਾ ਚਾਹੁੰਦਾ ਹੀ ਹੈ, ਜਿੱਦਾਂ ਇੱਕ ਪਿੰਜਰੇ ਅੰਦਰ ਪੰਛੀ ਹੁੰਦਾ ਹੈ ਨਾ, ਉਹ ਝਟਪਟਾਉਂਦਾ ਬਾਹਰ ਆਉਣ ਨੂੰ, ਤਾਂ ਕਿਤੇ ਨਾ ਕਿਤੇ ਦੇਖੀਏ ਤੁਹਾਡੇ ਅੰਦਰ ਭਗਵਾਨ ਵੀ ਬਾਹਰ ਆਣਾ ਚਾਹੁੰਦਾ ਹੈ। ਪਰ ਕੀ ਕਰੀਏ, ਤੁਸੀਂ ਕਦੀ ਕੋਸ਼ਿਸ਼ ਹੀ ਨਹੀਂ ਕਰਦੇ, ਤੁਸੀਂ ਕਦੀ ਉਹਨੂੰ ਜਗਾਉਣ ਦੀ, ਉਹਨੇ ਪਿੰਜਰੇ ਨੂੰ ਖੋਲਣ ਦੀ, ਆਪਣੀ ਹਿੰਮਤ ਨੂੰ ਵਧਾਉਣ ਦੀ, ਹੌਸਲੇ ਨੂੰ ਵਧਾਉਣ ਦੀ ਕਦੀ ਕੋਸ਼ਿਸ਼ ਨਹੀਂ ਕਰਦੇ। ਬਸ ਹਰ ਵੇਲੇ ਰੋਣਾ ਰੋਣਾ ਰੋਣਾ। ਸੋ ਕਿਸੇ ਨੂੰ ਕੋਈ ਦੁੱਖ ਆਵੇ, ਰੋਵੋ ਨਾ, ਨਾ ਆਪ ਰੋਵੋ, ਨਾ ਉਸ ਇਨਸਾਨ ਨੂੰ ਰੋਣ ਦਿਓ, ਹਿੰਮਤ ਦਿਓ। ਜਿੱਦਾਂ ਗਲਿੰਨ ਦੀ ਮਾਂ ਨੇ, ਬੇਟਾ ਰੋਣਾ ਨਹੀਂ, ਵਿਸ਼ਵਾਸ ਰੱਖ, ਤੂੰ ਚਲੇਗਾ, ਤੂੰ ਤੁਰੇਗਾ, ਉਹਦੀਆਂ ਲੱਤਾਂ ਦੀ ਮਾਲਿਸ਼ ਕਰਨੀ, ਉਹਨੂੰ ਹਿੰਮਤ ਦੇਣੀ। ਕਹਿੰਦੇ ਉਸ ਬੱਚੇ ਨੇ ਵੀਲ ਚੇਅਰ ਤੇ ਬੈਠੇ ਬੈਠੇ ਨੇ ਜਦੋਂ ਮਾਂ ਨੇ ਲੱਤਾਂ ਦੀ ਮਾਲਿਸ਼ ਕਰਨੀ, ਕਦੀ ਲਟਾ ਕੇ ਮਾਲਿਸ਼ ਕਰਨੀ, ਉਹਨੂੰ ਹਿੰਮਤ ਦੇਣੀ। ਜਦੋਂ ਉਹਦੀ ਉਮਰ 9, 10, 11 ਸਾਲ ਦੀ ਹੋਈ ਤਾਂ 11 ਸਾਲ ਦੀ ਉਮਰ ਦੇ ਵਿੱਚ ਉਹਦੇ ਵਿਸ਼ਵਾਸ ਨੇ, ਉਹਦੀ ਮਾਂ ਦੇ ਵਿਸ਼ਵਾਸ ਨੇ ਉਹਨੂੰ ਹਰਕਤ ਥੋੜੀ ਥੋੜੀ ਪੈਰ ਹਿੱਲਣੇ ਸ਼ੁਰੂ ਹੋ ਗਏ। ਜਿਹੜੇ ਡਾਕਟਰ ਕਹਿੰਦੇ ਸੀ ਕਦੀ ਹਿੱਲਣੇ ਨਹੀਂ ਹੈ, ਇਹ ਸੁੱਕੀ ਲੱਕੜ ਹੈ, ਹੁਣ ਇਹਦੇ ਜਾਨ ਨਹੀਂ ਪੈਣੀ, ਨਸਾਂ ਸੜ ਚੁੱਕੀਆਂ ਹੈ। 2011 ਦੇ ਵਿੱਚ ਉਹਦੇ ਪੈਰਾਂ 'ਚ ਮੂਵਮੈਂਟ ਆਣੀ ਸ਼ੁਰੂ ਹੋ ਗਈ। ਮਾਂ ਨੂੰ ਖੁਸ਼ੀ ਹੋਈ ਕਿ ਇਹ ਦੁੱਖ ਵਿੱਚ ਮੇਰਾ ਵਿਸ਼ਵਾਸ ਜਿੱਤ ਰਿਹਾ ਹੈ। ਕੀ ਹੋ ਰਿਹਾ ਹੈ? ਕਿਉਂਕਿ ਜਦੋਂ ਮੂਵਮੈਂਟ ਨਜ਼ਰ ਆਉਂਦੀ ਇਹਦਾ ਮਤਲਬ 8 ਤੋਂ ਲੈ ਕੇ 11 ਤੱਕ ਸਾਲ 3 ਜ਼ਰੂਰ ਲੱਗੇ, ਪਰ ਮਾਂ ਨੇ ਨਾ ਆਪ ਹਿੰਮਤ ਹਾਰੀ, ਨਾ ਹੀ ਆਪਣੇ ਬੱਚੇ ਨੂੰ। ਅੱਜ ਇਨਸਾਨ ਤੇ ਦੁੱਖ ਆਉਂਦਾ, ਇਨਸਾਨ ਤਾਂ ਜੀ 1 ਮਹੀਨਾ ਹੋ ਗਿਆ ਕਰਦੇ ਨੂੰ, ਆਪ ਇੰਨੇ ਹਫ਼ਤੇ ਹੋ ਗਏ ਕਰਦੇ ਨੂੰ, ਮੇਰੇ ਤੇ ਪਤਾ ਨਹੀਂ ਕਿਉਂ ਨਹੀਂ ਕਿਰਪਾ ਹੋ ਰਹੀ, ਪਤਾ ਨਹੀਂ ਮੈਂ ਠੀਕ ਹੋਣਾ ਜਾਂ ਨਹੀਂ ਹੋਣਾ। ਇਹ ਸ਼ੰਕਾ ਕਰਕੇ ਬੰਦਾ ਉਹ ਜਿਹੜੀ ਰਹਿਮਤ ਆਉਣ ਵਾਲੀ ਵੀ ਹੁੰਦੀ ਨਾ, ਉਹਨੂੰ ਵੀ ਮੋੜ ਦਿੰਦਾ ਹੈ। ਜਰਾ ਸੋਚੋ, ਜੇ 1 ਸਾਲ ਮਾਂ ਮਿਹਨਤ ਕਰਕੇ ਬਾਅਦ ਚੋਂ ਕਹਿੰਦੀ ਲੈ ਸਾਲ ਹੋ ਗਿਆ, 8 ਸਾਲ ਦਾ ਸੀ ਹੁਣ 9ਵਾਂ ਸਾਲ ਹੋ ਗਿਆ, ਯਾਨੀ 1 ਸਾਲ ਹੋ ਗਿਆ ਮੈਨੂੰ ਮਿਹਨਤ ਕਰਦੀ ਨੂੰ, ਕੁਛ ਨਹੀਂ ਹੋਇਆ, ਛੱਡੀਏ, ਡਾਕਟਰ ਸਾਹਿਬ ਕੱਟ ਦਿਓ ਲੱਤਾਂ, ਤਾਂ ਫਿਰ ਕੀ ਹੋਣਾ ਸੀ? ਸਾਰੀ ਜ਼ਿੰਦਗੀ ਵਾਸਤੇ ਕਹਿ ਦਿਓ। ਪਰ ਉਹਨੇ ਹਿੰਮਤ ਨਹੀਂ ਹਾਰੀ, ਲੱਗੀ ਰਹੀ ਵਿਸ਼ਵਾਸ ਨਾਲ।
ਲੱਗੀ ਰਹੀ ਵਿਸ਼ਵਾਸ ਨਾਲ। ਤੁਹਾਨੂੰ ਵੀ ਕਹਾਂਗੇ, ਬੇਨਤੀ ਕਰ ਦਿੱਤੀ ਮਾਲਕ ਦੇ ਘਰ 'ਚ ਨਾ, ਹੁਣ ਵਿਸ਼ਵਾਸ ਰੱਖੋ, ਯਕੀਨ ਰੱਖੋ ਕਿ ਮੈਨੂੰ ਵਿਸ਼ਵਾਸ ਹੈ, ਯਕੀਨ ਹੈ, ਇੱਕ ਦਿਨ ਉਹ ਵਕਤ ਆਏਗਾ ਜਦੋਂ ਮੇਰੇ ਜੀਵਨ 'ਚ ਰਹਿਮਤਾਂ ਦਾ ਫੁੱਲ, ਖੁਸ਼ੀਆਂ ਦਾ ਫੁੱਲ ਜ਼ਰੂਰ ਖਿਲੇਗਾ। ਮੇਰੀ ਹਰ ਮੁਸ਼ਕਿਲ ਦਾ ਹੱਲ ਜ਼ਰੂਰ, ਮੇਰੀ ਝੋਲੀ ਖੁਸ਼ੀਆਂ ਨਾਲ ਜ਼ਰੂਰ, ਮੈਨੂੰ ਆਪਣੇ ਮਾਲਕ ਤੇ ਪੂਰਾ ਇਹ ਵਿਸ਼ਵਾਸ ਚਾਹੀਦਾ। ਨਹੀਂ ਤਾਂ 8 ਸਾਲ ਦੀ ਉਮਰ 'ਚ ਹਾਦਸਾ ਹੋਇਆ, ਬੱਚਾ 8 ਸਾਲ ਦਾ, ਕਿੰਨਾ ਕੁ ਹੁੰਦਾ ਬੱਚਾ, ਛੋਟਾ ਜਿਹਾ ਬੱਚਾ ਹੁੰਦਾ 8 ਸਾਲ ਦਾ। ਫਿਰ 11 ਸਾਲ ਦੀ ਉਮਰ 'ਚ ਮੂਵਮੈਂਟ ਆਣੀ, ਥੋੜੇ ਥੋੜੇ ਪੈਰ ਉਹਦੇ ਹਿੱਲਣੇ ਸ਼ੁਰੂ ਹੋਏ, ਮਾਂ ਨੂੰ ਖੁਸ਼ੀ ਹੋਈ। ਇਹ ਤਾਂ ਇਸੇ ਤਰ੍ਹਾਂ ਸੀ ਜਿੱਦਾਂ ਸੁੱਕਾ ਹੋਇਆ ਪੇੜ ਪਾਣੀ ਦੇ ਦੇ ਕੇ ਖਾਦ ਦੇ ਕੇ ਦੁਬਾਰਾ ਉਹਦੇ ਅੰਦਰ ਥੋੜੀ ਥੋੜੀ ਨਾ ਹਰਿਆਲੀ ਨਜ਼ਰ ਆਉਂਦੀ ਕਿ ਹੁਣ ਕੁੰਬਲਾਂ ਫੁੱਟਣ ਲੱਗੀਆਂ ਹੈ। ਔਰ ਇਹ ਪਾਣੀ ਦੇਣਾ ਹੀ ਪੈਂਦਾ ਹੈ, ਲਗਾਤਾਰ ਖਾਦ ਪਾਣੀ ਪੈਂਦੀ ਹੈ। ਇਸੇ ਤਰ੍ਹਾਂ ਸਮਝ ਲਓ ਤੁਹਾਡਾ ਸਰੀਰ ਵੀ ਨਾ ਉਹ ਪੇੜ ਦੀ ਤਰ੍ਹਾਂ ਹੈ। ਅਗਰ ਇਹਨੂੰ ਪਿਆਰ ਔਰ ਵਿਸ਼ਵਾਸ ਦੀ ਖਾਦ ਪਾਉਂਦੇ ਜਾਓਗੇ, ਪ੍ਰੇਮ ਦਾ ਪਾਣੀ ਦਿੰਦੇ ਜਾਓਗੇ, ਤਾਂ ਫੇਰ ਹੀ ਇਹ ਜੀਵਨ ਦੇ ਬੂਟੇ ਤੇ ਖੁਸ਼ੀਆਂ ਦੇ ਫਲ ਫੁੱਲ ਆਣਗੇ। ਤਾਂ ਜੇ ਨਿਰਾਸ਼ ਹੋ ਕੇ ਪ੍ਰੇਮ ਦਾ, ਵਿਸ਼ਵਾਸ ਦਾ ਪਾਣੀ, ਖਾਦ ਪਾਣਾ ਬੰਦ ਕਰ ਦੇਵਾਂਗੇ ਤਾਂ ਜੀਵਨ ਦਾ ਬੂਟਾ ਕੀ ਹੋ ਜਾਏਗਾ? ਹੁਣ ਤੁਸੀਂ ਜੀਵਨ ਦੇ ਬੂਟੇ ਨੂੰ ਸੁਕਾਉਣਾ ਚਾਹੁੰਦੇ ਹੋ ਜਾਂ ਚਾਹੁੰਦੇ ਹੋ ਖੁਸ਼ੀਆਂ ਦੇ ਫਲ ਫੁੱਲ ਆਣੇ ਤੇ? ਫਿਰ ਕਹਿ ਦਿਓ, ਮੈਨੂੰ ਆਪਣੇ ਮਾਲਿਕ ਤੇ ਪੂਰਾ, ਮੈਨੂੰ ਆਪਣੇ ਮਾਲਿਕ ਨਾਲ ਬਹੁਤ, ਬਸ ਇਹ ਪਿਆਰ ਔਰ ਵਿਸ਼ਵਾਸ ਖਾਦ ਹੈ, ਪਾਣੀ ਹੈ। ਜੀਵਨ ਦੇ ਬੂਟੇ ਨੂੰ ਦਿੰਦੇ ਰਹੋ ਤਾਂ ਖੁਸ਼ੀਆਂ ਦੇ ਫਲ ਫੁੱਲ ਪਾਉਂਦੇ ਰਹੋ। ਸਮਝਦੇ ਹੋ ਕਿ ਨਹੀਂ? ਇਸ ਲਈ ਅੱਜ ਇਹ ਹੁਣ ਇਸ ਪੁਆਇੰਟ ਤੇ 11 ਸਾਲ ਦੀ ਉਮਰ 'ਚ ਹਰਕਤ ਹੋਣੀ ਸ਼ੁਰੂ ਹੋਈ। ਔਰ ਫਿਰ ਜਦੋਂ ਹਰਕਤ ਹੋਣੀ ਸ਼ੁਰੂ ਹੋਈ ਤਾਂ ਮਾਂ ਨੇ ਬੱਚੇ ਨੂੰ ਕਹਿਣਾ, ਬੇਟਾ ਮੈਂ ਮਾਲਿਸ਼ ਕਰ ਸਕਦੀ ਹਾਂ ਆਪਣੇ ਰੱਬ ਤੇ ਵਿਸ਼ਵਾਸ ਨਾਲ, ਕੋਸ਼ਿਸ਼ ਤੈਨੂੰ ਕਰਨੀ ਪੈਣੀ। ਹਿਲਾ ਪੈਰ। ਮਾਂ ਨੇ ਹਿੰਮਤ ਦੇਣੀ ਤਾਂ ਬੱਚੇ ਨੇ ਕੋਸ਼ਿਸ਼ ਕਰਨੀ। ਹੁਣ ਇੱਥੇ ਫਿਰ ਤੁਹਾਨੂੰ ਕਵਾਂਗੇ, ਰਹਿਮਤ ਮਾਲਿਕ ਨੇ ਕਰਨੀ ਹੈ, ਪਰ ਕੋਸ਼ਿਸ਼ ਬੋਲੇ ਨਹੀਂ, ਇਹਨੂੰ ਕਰਨੀ ਪੈਣੀ ਹੈ। ਮਿਹਨਤ ਤੁਹਾਨੂੰ ਕਰਨੀ ਪੈਣੀ। ਜਿੱਦਾਂ ਕਈ ਵਾਰ ਦੱਸੀ ਨਾ, ਮਾਲੀ ਨਾਲ ਮਿਹਨਤ ਕਰਨੀ ਹੈ, ਬੂਟਾ ਬੀਜਣਾ ਹੈ, ਬੀਜ ਪਾਣਾ ਹੈ ਧਰਤੀ 'ਚ, ਇਹ ਮਿਹਨਤ ਕਰਨਾ ਮਾਲੀ ਦਾ ਕੰਮ ਹੈ। ਤਾਂ ਉਹ ਬੀਜ ਨੂੰ ਬ੍ਰਿਕਸ਼ ਬਣਾਉਣਾ, ਫਲ ਲਾਣੇ, ਫੁੱਲ ਲਾਣੇ, ਇਹ ਮਾਲਿਕ ਦਾ ਕੰਮ ਹੈ। ਪਰ ਪਹਿਲਾ ਕੰਮ ਮਾਲੀ ਨੂੰ ਕਰਨਾ ਪੈਣਾ। ਜੇ ਉਹ ਨਹੀਂ ਕਰੇਗਾ ਤਾਂ ਮਾਲਿਕ ਫਲ ਫੁੱਲ ਕਿੱਦਾਂ ਲਾਏਗਾ? ਸਮਝ ਆ ਰਹੀ ਕਿ ਨਹੀਂ? ਹੁਣ ਧਰਤੀ 'ਚੋਂ ਫਲ ਵੀ ਮਿਲਦੇ ਆ, ਫੁੱਲ ਵੀ ਮਿਲਦੇ ਆ, ਪਰ ਉਹਦੇ ਵਾਸਤੇ ਬੀਜ ਤਾਂ ਪਹਿਲਾਂ ਬੋਣਾ ਹੀ ਪੈਂਦਾ ਹੈ। ਇਹਨੂੰ ਕਹਿੰਦੇ ਪਿਆਰ ਦਾ, ਵਿਸ਼ਵਾਸ ਦਾ, ਸ਼ਰਧਾ ਦਾ ਬੀਜ ਅਗਰ ਬੋਵਾਂਗੇ ਤਾਂ ਫਲ ਫੁੱਲ ਵੀ ਆਣਗੇ। ਸੋ ਮਾਂ ਨੇ ਕਿਹਾ, ਬੇਟਾ ਹਿੰਮਤ ਤੈਨੂੰ ਕਰਨੀ ਪੈਣੀ ਹੈ। ਹੁਣ ਬੱਚੇ ਨੇ ਕੋਸ਼ਿਸ਼ ਕਰਨੀ, ਪੈਰ ਹਿਲਾਉਣ ਦੀ ਕੋਸ਼ਿਸ਼ ਕਰਨੀ। ਮਾਂ ਨੇ ਉਹਨੂੰ ਹਿੰਮਤ ਦੇਣੀ, ਹੌਸਲਾ ਦੇਣਾ। ਫਿਰ ਹੌਲੀ ਹੌਲੀ ਜਦੋਂ ਵਕਤ ਗੁਜ਼ਰਨ ਲੱਗਾ, ਉਹਨੇ ਨਾ ਖੜਨ ਦੀ ਕੋਸ਼ਿਸ਼ ਕਰਨੀ, ਆਪਣੇ ਆਪ ਨੂੰ ਵੀਲ ਚੇਅਰ ਤੋਂ ਸਿੱਟ ਲੈਣਾ, ਗਿਰ ਜਾਣਾ, ਪੈਰ ਹਿਲਾਉਣ ਦੀ ਕੋਸ਼ਿਸ਼ ਕਰਨੀ। ਔਰ ਫਿਰ ਕਹਾਣੀ ਤਾਂ ਬੜੇ ਵਿਸਤਾਰ ਨਾਲ ਲਿਖੀ, ਪਰ ਫਿਰ ਦੱਸਾਂਗੇ ਕਿ ਆ ਗਿਆ 12ਵਾਂ ਸਾਲ। ਕੋਸ਼ਿਸ਼ ਕਰਦੇ ਕਰਦੇ ਐਸੀ ਮਾਂ ਦੇ ਪਿਆਰ ਔਰ ਵਿਸ਼ਵਾਸ ਦੀ ਜਿੱਤ ਹੋਈ ਕਿ ਜਦੋਂ 12 ਸਾਲ ਦਾ ਹੋਇਆ ਤਾਂ ਦੁਬਾਰਾ ਆਪਣੇ ਪੈਰਾਂ ਤੇ ਖੜਾ ਹੋ ਗਿਆ, ਤੁਰਨਾ ਸ਼ੁਰੂ ਕਰ ਦਿੱਤਾ ਉਹਨੇ। 12 ਸਾਲ ਦੀ ਉਮਰ 'ਚ ਦੁਬਾਰਾ ਤੁਰਨਾ ਸ਼ੁਰੂ ਕਰ ਦਿੱਤਾ। ਔਰ ਫਿਰ ਸਿਰਫ ਤੁਰਿਆ ਨਹੀਂ, ਦੌੜਨਾ ਸ਼ੁਰੂ ਕੀਤਾ। ਔਰ ਦੌੜਦਾ ਦੌੜਦਾ ਫਿਰ ਨਿਊਯਾਰਕ ਦੇ ਵਿੱਚ ਜਦੋਂ ਇੱਕ ਮੈਦਾਨ ਵਿੱਚ ਓਲੰਪਿਕ ਦੀ ਰਨਿੰਗ ਸੀ ਤਾਂ ਉਹਦੇ ਵਿੱਚ ਦੌੜਿਆ ਵੀ, ਔਰ 100 ਮੀਟਰ ਦਾ ਵਰਲਡ ਰਿਕਾਰਡ ਵੀ ਤੋੜਿਆ ਉਸਨੇ, ਔਰ 골ਡ ਮੈਡਲ ਵੀ ਜਿੱਤਿਆ। ਜਿਹਨੂੰ ਬੱਚੇ ਨੂੰ ਕਹਿੰਦੇ ਸੀ ਤੁਰ ਨਹੀਂ ਸਕਦਾ, ਵਰਲਡ ਰਿਕਾਰਡ ਕਹਿੰਦੇ 100 ਮੀਟਰ ਦਾ ਰਿਕਾਰਡ, ਵਰਲਡ ਰਿਕਾਰਡ ਤੋੜਿਆ ਉਸਨੇ। ਹੁਣ ਇੱਥੋਂ ਕੀ ਹੈ, ਜੇ ਮਾਂ ਵਿਸ਼ਵਾਸ ਨਾ ਕਰਦੀ, ਰੱਬ ਤੇ ਯਕੀਨ ਨਾ ਕਰਦੀ, ਉਹਦੇ ਦੀ ਹਿੰਮਤ ਨਾ ਭਰਦੀ, ਤਾਂ ਬੱਚਾ ਲੱਤਾਂ ਗਵਾ ਕੇ ਵੀਲ ਚੇਅਰ ਤੇ ਧੜਦਾ ਧੜ ਹੀ ਬੈਠਾ ਹੋਣਾ ਸੀ। ਪਰ ਇੱਕ ਮਾਂ ਦੇ ਵਿਸ਼ਵਾਸ ਨੇ, ਇੱਕ ਮਾਂ ਦੇ ਯਕੀਨ ਨੇ, ਇੱਕ ਮਾਂ ਦੀ ਦਿੱਤੀ ਹੋਈ ਹਿੰਮਤ ਨੇ ਉਹ ਬੱਚੇ ਨੂੰ ਦੁਬਾਰਾ ਪੈਰਾਂ ਤੇ ਖੜਾ ਹੀ ਨਹੀਂ ਕੀਤਾ, ਬਲਕਿ ਵਰਲਡ ਚੈਂਪੀਅਨ ਬਣਾ ਦਿੱਤਾ। ਜਰਾ ਸੋਚੋ, ਇੱਥੋਂ ਪਤਾ ਲੱਗਦਾ ਵਿਸ਼ਵਾਸ ਕੀ ਕਰ ਸਕਦਾ ਹੈ, ਯਕੀਨ ਕੀ ਕਰ ਸਕਦਾ ਹੈ। ਉਹ ਸਮਾਂ ਜ਼ਰੂਰ ਲੱਗਦਾ ਹੈ, ਜਿੱਦਾਂ ਹੀ ਕਈ ਵਾਰ ਦੱਸੀਦਾ ਹੈ, ਯਕੀਨ ਰੱਖ, ਵਿਸ਼ਵਾਸ ਰੱਖ, ਕਾਲਾ ਨਾ ਪੈ, ਧੈर्य ਸਬਰ ਰੱਖ, ਕਿਉਂਕਿ ਰੱਬ ਅੱਗੇ ਕੀਤੀ ਗਈ ਦੁਆ ਕਦੀ ਵਿਅਰਥ। ਬਸ ਤੈਨੂੰ ਪਿਆਰ, ਯਕੀਨ ਰੱਖਣਾ ਪੈਂਦਾ ਹੈ। ਤਾਂ ਜੇ ਘਬਰਾ ਜਾਵੇ ਇਨਸਾਨ ਤਾਂ ਉਹਦੀ ਘਬਰਾਹਟ, ਉਹਦੀ ਚਿੰਤਾ, ਫਿਰ ਜਾਨ ਵੀ। ਤਾਂ ਹੀ ਤਾਂ ਕਹਿੰਦੇ ਚਿੰਤਾ ਔਰ ਚਿਤਾ 'ਚ ਫਰਕ ਕੀ ਹੈ। ਕਦੀ ਲਿਖ ਕੇ ਦੇਖੋ, ਚਾਹੇ ਹਿੰਦੀ 'ਚ ਲਿਖ ਲਓ, ਪੰਜਾਬੀ 'ਚ ਲਿਖ ਲਓ। ਚਿੰਤਾ ਲਿਖਦੇ, ਚਿਤਾ ਲਿਖਦੇ, ਤਾਂ ਫਰਕ ਸਿਰਫ ਇੱਕ ਕਾਹਦਾ ਹੈ, ਲਾ ਦਿਓ ਤਾਂ ਚਿੰਤਾ,
ਲਾ ਦਿਓ, ਹਟਾ ਦਿਓ ਤਾਂ ਕੀ ਬਣ ਗਈ? ਬਸ ਫਰਕ ਬਿੰਦੀ ਦਾ ਹੀ ਹੈ। ਜਿੱਦਾਂ ਚਿਤਾ ਇਨਸਾਨ ਨੂੰ ਸਾੜਦੀ ਹੈ ਨਾ, ਇਸ ਤਰ੍ਹਾਂ ਚਿਤਾ ਬਾਹਰੋਂ ਸਾੜਦੀ ਹੈ ਸਰੀਰ ਨੂੰ, ਤਾਂ ਚਿੰਤਾ ਅੰਦਰੋਂ ਅੰਦਰ ਬੰਦੇ ਦੀਆਂ ਖੁਸ਼ੀਆਂ ਨੂੰ, ਬੰਦੇ ਦੇ ਸਕੂਨ ਨੂੰ, ਬੰਦੇ ਦੇ ਚੈਨ ਨੂੰ, ਬੰਦੇ ਦੇ ਆਰਾਮ ਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ। ਤੁਸੀਂ ਆਪਣੀਆਂ ਖੁਸ਼ੀਆਂ ਸਾੜਨਾ ਚਾਹੁੰਦੇ ਹੋ ਤਾਂ ਫਿਰ ਅੱਜ ਤੋਂ ਕੀ ਕਰਨਾ? ਚਿੰਤਾ ਬੰਦ, ਤਾਂ ਆਪਣੇ ਮਾਲਿਕ ਤੇ ਵਿਸ਼ਵਾਸ ਕਰਨਾ, ਆਪਣੇ ਮਾਲਿਕ ਤੇ ਯਕੀਨ ਕਰਨਾ। ਕਿਉਂਕਿ ਜੇ ਇੱਕ ਮਾਂ ਦੇ ਯਕੀਨ ਨਾਲ ਗਲਿੰਡ ਵਰਗਾ ਬੱਚਾ, ਜਿਹਨੂੰ ਡਾਕਟਰ ਕਹਿੰਦੇ ਲੱਤਾਂ ਕੱਟਣੀਆਂ ਪੈਣੀਆਂ ਹੈ, ਉਹ ਖੜਾ ਵੀ ਹੁੰਦਾ ਹੈ, ਤੁਰਦਾ ਵੀ ਹੈ, ਦੌੜਦਾ ਵੀ ਹੈ, ਵਰਲਡ ਚੈਂਪੀਅਨ ਵੀ ਬਣਦਾ ਹੈ, ਵਰਲਡ ਰਿਕਾਰਡ ਵੀ ਤੋੜਦਾ ਹੈ, ਵਿਸ਼ਵ ਚੈਂਪੀਅਨ ਵੀ ਬਣਦਾ ਹੈ, ਤਾਂ ਇਹ ਜੇ ਉਹ ਬੱਚੇ ਨਾ ਹੋ ਸਕਦਾ, ਸੱਚੀ ਘਟਨਾ ਹੈ, ਕੋਈ ਕਹਾਣੀ ਨਹੀਂ ਹੈ। ਸਮਝਦੇ ਹੋ ਕਿ ਨਹੀਂ? ਕਿਉਂਕਿ ਕੁਝ ਘਟਨਾਵਾਂ ਐਸੀਆਂ ਹੈ ਕਿ ਜਿਹਨਾਂ ਨੂੰ ਜਦੋਂ ਬੰਦਾ ਪੜ੍ਹਦਾ ਹੈ ਨਾ, ਫਿਰ ਇਹ ਹੁੰਦਾ ਜੇ ਉਦੋਂ ਹੋ ਸਕਦਾ ਹੈ, ਉਹ ਇਦਾਂ ਕਰ ਸਕਦਾ, ਆਪਣੇ ਵਿਸ਼ਵਾਸ ਨਾਲ ਉਹ ਲੰਗੜਾ ਚੱਲ ਸਕਦਾ ਹੈ, ਅਪਾਹਿਜ ਵੀ ਆਪਣੇ ਪੈਰਾਂ ਤੇ ਖੜਾ ਹੋ ਸਕਦਾ ਹੈ, ਵਰਲਡ ਰਿਕਾਰਡ ਬਣਾ ਸਕਦਾ, ਤਾਂ ਫਿਰ ਮੈਂ ਕਿਉਂ ਨਹੀਂ? ਮੇਰੇ ਤਾਂ ਅੰਗ ਫਿਰ ਵੀ ਹੱਥ ਲਾ ਕੇ ਦੇਖੋ, ਹਿਲਦੇ ਆ ਕਿ ਨਹੀਂ? ਪੈਰਾਂ ਨਾਲ ਚੱਲ ਕੇ ਆਇਓ ਕਿ ਨਹੀਂ? ਜਵਾਬ ਦੇ ਦਿਓ। ਤਾਂ ਹੁਣ ਜੇ ਉਹ ਜਿਹਦੇ ਪੈਰ ਨਹੀਂ ਸੀ, ਲੱਕੜ ਵਾਂਗੂ ਸਖਤ, ਉਹ ਇੰਨਾ ਕਾਮਯਾਬ ਹੋ ਸਕਦਾ ਹੈ, ਤਾਂ ਤੁਹਾਡੇ ਤਾਂ ਹੱਥ ਪੈਰ ਫਿਰ ਵੀ। ਪਰ ਇੱਥੇ ਇੱਕ ਗੱਲ ਕਹਾਂਗੇ, ਕਮੀ ਪਤਾ ਕਿੱਥੇ ਆ ਜਾਂਦੀ ਹੈ? ਉਹ ਬੱਚੇ ਦੇ ਪੈਰ ਨਹੀਂ ਸਲਾਮਤ ਸੀ, ਉਹਦੇ ਪੈਰ ਨਹੀਂ ਚੱਲਦੇ ਸੀ, ਪੈਰ ਨਹੀਂ ਮਜ਼ਬੂਤ ਸੀ, ਪੈਰ ਸੁੱਕ ਚੁੱਕੇ ਸੀ, ਅੱਗ ਨਾਲ ਸੜ ਚੁੱਕੇ ਸੀ, ਪਰ ਉਹਦਾ ਵਿਸ਼ਵਾਸ, ਉਹਦਾ ਯਕੀਨ, ਉਹਦਾ ਹੌਸਲਾ ਬਹੁਤ ਬੜਾ ਸੀ, ਜਿਹਨੇ ਦੁਬਾਰਾ ਉਹਨੂੰ ਪੈਰਾਂ ਤੇ ਖੜਾ ਕਰਤਾ। ਅੱਜ ਇਨਸਾਨ ਅੰਦਰ ਕੀ? ਇਨਸਾਨ ਦੇ ਪੈਰ ਤਾਂ ਹੈ, ਹੱਥ ਤਾਂ ਹੈ, ਅੰਗ ਤਾਂ ਹੈ, ਪਰ ਇਨਸਾਨ ਅੰਦਰ ਹਿੰਮਤ ਔਰ ਵਿਸ਼ਵਾਸ, ਇਹਦੀ ਕਮੀ ਹੈ। ਇਸ ਲਈ ਅਸੀਂ ਫੇਰ ਕਹਾਂਗੇ, ਕੋਈ ਵੀ ਜੰਗ ਜਿੱਤਣ ਵਾਸਤੇ ਹਥਿਆਰਾਂ ਦੀ ਨਹੀਂ, ਹਿੰਮਤ, ਹੌਸਲੇ ਦੀ, ਵਿਸ਼ਵਾਸ ਦੀ। ਹੁਣ ਤੁਸੀਂ ਜੇ ਦੁੱਖਾਂ ਤੋਂ ਜੰਗ ਜਿੱਤਣੀ ਹੈ, ਗਰੀਬੀ ਤੋਂ ਜੰਗ ਜਿੱਤਣੀ ਹੈ, ਮੁਸ਼ਕਿਲਾਂ ਤੋਂ ਜੰਗ ਜਿੱਤਣੀ ਹੈ, ਪਰੇਸ਼ਾਨੀਆਂ ਤੋਂ ਜੰਗ ਜਿੱਤਣੀ ਹੈ, ਤਾਂ ਤੁਹਾਨੂੰ ਵੀ ਕਾਹਦੀ ਲੋੜ ਹੈ? ਕਿਸੇ ਹਥਿਆਰ ਦੀ ਨਹੀਂ ਕਿ ਕੋਈ ਬੰਦੂਕ ਲੈ ਕੇ ਲੜਨ ਜਾਵਾਂ ਮੈਂ। ਤੁਹਾਨੂੰ ਵੀ ਲੋੜ ਹੈ ਹਿੰਮਤ ਦੀ, ਹੌਸਲੇ ਦੀ, ਔਰ ਆਪਣੇ ਮਾਲਿਕ ਤੇ। ਇਸ ਲਈ ਕਹਿ ਦਿਓ, ਮੈਨੂੰ ਆਪਣੇ ਮਾਲਿਕ ਤੇ ਪੂਰਾ, ਮੇਰੀ ਹਰ ਮੁਸ਼ਕਿਲ ਦਾ ਹੱਲ ਹੋਏਗਾ, ਕਿਉਂਕਿ ਮੇਰਾ ਮਾਲਿਕ ਮੇਰੇ ਸਾਰੇ ਦੁੱਖ ਦੂਰ, ਕਿਉਂਕਿ ਮੇਰਾ ਮਾਲਿਕ ਮੈਨੂੰ ਕਾਮਯਾਬੀ ਜ਼ਰੂਰ, ਕਿਉਂਕਿ ਮੇਰਾ ਮਾਲਿਕ ਇਦਾਂ ਦੀ ਸੋਚ ਲੈ ਕੇ ਤੁਰਿਆ ਕਰੋ। ਦੁੱਖਾਂ ਦੇ ਰੋਣੇ ਅੱਜ ਤੋਂ ਬੰਦ ਕਰੋ। ਪਹਿਲਾਂ ਆ ਰੋ ਕੇ ਤੁਸੀਂ ਆਪ ਵੀ ਕਮਜ਼ੋਰ ਹੋ ਜਾਂਦੇ ਹੋ, ਤਾਂ ਜਿਹੜਾ ਇਨਸਾਨ ਬਿਮਾਰ ਹੈ ਉਹਨੂੰ ਹੋਰ ਜ਼ਿਆਦਾ ਕਮਜ਼ੋਰ ਕਰ ਦਿੰਦੇ ਹੋ। ਹੁਣ ਜਦੋਂ ਵੀ ਕੋਈ ਦੁੱਖ ਆਵੇ ਨਾ, ਇਹ ਗਲੇਨ ਦੀ ਕਹਾਣੀ ਔਰ ਉਹਦੀ ਮਾਂ ਦੀ ਹਿੰਮਤ ਯਾਦ ਕਰਿਓ। ਨਹੀਂ ਤਾਂ 8 ਸਾਲ ਦਾ ਬੱਚਾ, ਇੱਕ ਮਰਿਆ ਔਰ ਦੂਜਾ ਸੜ ਗਿਆ, ਮਾਂ ਦਾ ਕੀ ਹਾਲ ਹੋਏਗਾ? ਕੋਈ ਹੋਰ ਮਾਂ ਹੁੰਦੀ ਤਾਂ ਸਿਆਪਾ ਜਿਹਾ ਪਾ ਕੇ ਨਾ ਬਹਿਣ ਪਾਣੇ ਸ਼ੁਰੂ ਕਰ ਦੇਣੀ ਸੀ, ਹਾਏ ਇੱਕ ਮਰ ਗਿਆ, ਇਹ ਕਿੱਦਾਂ ਹੋ ਗਿਆ, ਮੈਂ ਗਈ, ਮੈਂ ਮਰ ਗਈ, ਹੁਣ ਮੈਂ ਵੀ ਮਰ ਜਾਣਾ, ਮੇਰਾ ਬੱਚਾ ਇਦਾਂ। ਉਹ ਕੀ ਕਰਦੇ ਆ ਅਸੀਂ? ਇਦਾਂ ਖੁਸ਼ੀਆਂ ਨਹੀਂ ਮਿਲਦੀਆਂ। ਦੁੱਖਾਂ ਦੇ ਰੋਣੇ ਰੋਣ ਨਾ ਕਾਮਯਾਬੀ, ਬਲਕਿ ਉਹਨੇ ਹਿੰਮਤ ਰੱਖੀ, ਇੱਕ ਤਾਂ ਗਿਆ, ਪਰ ਜਿਹੜਾ ਹੈ ਇਹਨੂੰ ਤਾਂ ਸੰਭਾਲਾਂ। ਇੱਕ ਤਾਂ ਗਿਆ, ਉਹਨੂੰ ਬਚਾ ਨਹੀਂ ਸਕੀ, ਪਰ ਜੋ ਮੈਂ ਹੁਣ ਕਰ ਸਕਦੀ ਹਾਂ ਉਹ ਤਾਂ ਕਰਾਂ। ਉਹ ਜੋ ਮੈਂ ਬਚਾ ਸਕਦੀ ਉਹ ਤਾਂ ਬਚਾਵਾਂ, ਜੋ ਮੈਂ ਸੰਭਾਲ ਸਕਦੀ ਉਹ ਤਾਂ, ਜਿਹਨੂੰ ਮੈਂ ਠੀਕ ਕਰ ਸਕਦੀ ਹਾਂ, ਹੁਣ ਵਿਸ਼ਵਾਸ ਨਾਲ ਉਹਨੂੰ ਠੀਕ ਕਰਨ ਦੀ ਕੋਸ਼ਿਸ਼। ਏਦਾਂ ਤੁਸੀਂ ਵੀ ਜ਼ਿੰਦਗੀ 'ਚ ਗੱਲ ਯਾਦ ਰੱਖੋ, ਜੋ ਚਲਾ ਗਿਆ ਉਹ ਰੋਣਾ ਬੰਦ ਕਰੀਏ। ਜੋ ਨੁਕਸਾਨ ਹੋ ਗਿਆ, ਪਰ ਜਦੋਂ ਬੰਦਾ ਕਹਿੰਦਾ ਮੇਰੇ ਆਹ ਚੀਜ਼ ਚਲੀ ਗਈ, ਮੇਰਾ ਸੋਨਾ ਗਵਾਚ ਗਿਆ, ਮੇਰਾ ਪੈਸਾ ਚਲਾ ਗਿਆ, ਮੈਨੂੰ ਘਾਟਾ ਪੈ ਗਿਆ, ਜੋ ਚਲਾ ਗਿਆ ਉਹਨੂੰ ਛੱਡੀਏ। ਹੁਣ ਮੈਂ ਜੋ ਸੰਭਾਲ ਸਕਦਾ ਆ ਉਹ ਸੰਭਾਲਾਂ, ਜੋ ਮਿਹਨਤ ਕਰ ਸਕਦਾ ਉਹ ਕਰਾਂ, ਤਾਂ ਕਿ ਜੋ ਗਿਆ ਹੈ ਉਹਦੇ ਨਾਲੋਂ 100 ਗੁਣਾ ਜ਼ਿਆਦਾ ਪਾ ਸਕਾਂ। ਔਰ ਉਹ ਫੇਰ ਹੀ ਹੋਏਗਾ ਅਗਰ ਮੈਂ ਪਿਛਲੇ ਰੋਣੇ ਬੰਦ ਕਰਕੇ ਹਿੰਮਤ ਨਾਲ ਕਦਮ, ਕਿਉਂਕਿ ਜ਼ਿੰਦਗੀ ਹਮੇਸ਼ਾ ਅੱਗੇ ਹੈ, ਪਿੱਛੇ ਨਹੀਂ ਹੈ। ਸਮਝ ਰਹੇ ਹੋ ਕਿ ਨਹੀਂ? ਅਗਲੀ ਤਿਆਰੀ ਕਰੋ। ਇਸ ਲਈ ਅੱਜ ਤੋਂ ਅਗਲੀ ਤਿਆਰੀ ਕਰੋ। ਕਿਉਂ? ਕਿਉਂਕਿ ਅਸੀਂ ਤੁਹਾਡੀ ਬਾਹ ਫੜੀ, ਅੱਗੇ ਬਹੁਤ ਕੁਝ ਅੱਗੇ ਲੈ ਕੇ ਜਾਣਾ, ਤੁਹਾਨੂੰ ਬਹੁਤ ਖੁਸ਼ੀਆਂ ਦੇਣੀਆਂ ਤੁਹਾਨੂੰ, ਔਰ ਉਹ ਫੇਰ ਹੀ ਦੇ ਪਾਵਾਂਗੇ। ਹੁਣ ਜਰਾ ਸੋਚੋ, ਜਰਾ ਸੋਚ ਕੇ ਦੇਖੋ, ਕੋਈ ਤੁਹਾਡੀ ਬਾਹ ਫੜ ਕੇ ਤੁਰਿਆ ਹੋਵੇ, ਤੁਸੀਂ ਐ ਪਿੱਛੇ ਦੇਖੀ ਜਾਓ, ਤਾਂ ਫਿਰ ਕੀ ਹੋਣਾ? ਉਹ ਕਹਿਣਾ ਭਰਾਵਾ ਹੁਣ ਅੱਗੇ ਜਾ ਰਿਹਾ, ਅੱਗੇ ਦੇਖ, ਪਿੱਛੇ ਤਾਂ ਚਲਾ ਗਿਆ। ਸਮਝਦੇ ਹੋ ਕਿ ਨਹੀਂ? ਕਿਉਂਕਿ ਜ਼ਿੰਦਗੀ ਵੀ ਹੁਣ ਪਿੱਛੇ। ਅੱਜ ਕਿੰਨੀ ਤਰੀਕ ਹੈ? ਕੱਲ ਕਿੰਨੀ ਸੀ? ਹੁਣ 2 ਵਾਰੇ ਸੋਚੀ ਜਾਓਗੇ, 2 ਆਣੀ ਦੁਬਾਰਾ, ਯਾਨੀ ਆ ਜਿਹੜੀ 2 ਜੂਨ ਗਈ ਹੈ ਆ ਜਾਣੀ ਹੈ, ਤਾਂ ਜਿਹੜੀ ਆਣੀ ਨਹੀਂ ਉਹਦੇ ਬਾਰੇ ਸੋਚਣਾ ਕੀ? ਹੁਣ ਇਹ ਸੋਚੋ, ਕੱਲ ਨੂੰ 4 ਤਰੀਕ ਹੈ, ਮੈਂ ਐਸਾ ਕੀ ਕਰਾਂ ਕਿ ਕੱਲ ਨੂੰ ਆਨੰਦ ਲਵਾਂ।
ਐਸਾ ਕਿਹੜਾ ਅੱਜ ਕਰਮ ਕਰਾਂ ਜਿਹੜਾ ਕੱਲ ਨੂੰ ਮੇਰੇ ਵਾਸਤੇ ਖੁਸ਼ੀ ਲੈ ਕੇ ਆਵੇ। ਕਿਉਂਕਿ ਅੱਜ ਜਿੱਦਾਂ ਕਿਹਾ ਗਿਆ ਨਾ, ਇਹ ਗੱਲ याद रखना कि अगर कर्म बदल दोगे तो तुम्हारी किस्मत बदल जाएगी। अगर अपने कर्म बदल दोगे तो तुम्हारी किस्मत बदल जाएगी। अगर अपनी आदतें बदल दोगे तो तुम्हारी सेहत बदल जाएगी। ये गल याद रखना। हुण बंदा कहता कर्मां नूं बदलना मेरे हत्थ 'च नहीं है। इत्थे ही बंदा सब तो बड़ी गलती कर दिंदा है। कर्म किहनूं कहंदे है? कर्म कोई है नहीं, कर्म तो कहते रब ने लिखे हुए है। वो नहीं, ये रब ने लिखिया सी। तुसीं इत्थे बैठे हो, इत्थों उठ के तुसीं ठेके भी जा सकते हो, इत्थों उठ के तुसीं घर भी जा सकते हो। ये रब ने नहीं लिखिया कि तुसीं ठेके जाना या कित्थे जाना। ये तुहाडा चुनाव है। कर्म कहंदे मैं काम की करदा आ, इहनूं कहंदे कर्म। पर कर्म नूं असीं गलत पासे लै जांदे आ। कर्म दा मतलब हुंदा मैं कर्म किहड़े कर रहा, मैं काम की कर रहा। इसलिए तुसीं सत्संग 'च बैठे हो, ये कर्म है तुहाडा। इसलिए कोई ठेके ते बैठा ओहदा कर्म है। तुसीं किहड़ी चीज़ खा रहे हो, कर्म यानी जो काम तुसी कर रहे हो वो कर्म है तुहाडा। इसलिए चेक करो कि अगर मैं अपने कर्म बदल दिंदा है तो मेरी किस्मत भी। हुण एक बंदा शराब पीण वाला शराब पीण दा काम करदा है, अगर वो शराब ही पींदा रहे तो उसदी किस्मत की होना? बीमारी, गरीबी, तंगी। पर जे वो अज सोच लवे अपना कर्म बदलिया, अपना काम बदलिया, मैं शराब छड्डी और अज तो मैं सत्संग जाना शुरू कर दिता, अज तो मैं एक्सरसाइज करनी शुरू करती, तो फिर वो किस्मत भी, क्योंकि किस्मत कहते आने वाला कल की होना वो भी बदल गई। क्योंकि जिथे पहला शराब ने उन्होंने बर्बाद करना सी, हुण ओदी मेहनत ने, ओदी अच्छाई ने उन्होंने किथे तो किथे ले जाना है। इसलिए कर्म बदल दे तो किस्मत भी। वो मूर्ख है ਜਿਹੜੇ ਕਹਿੰਦੇ कर्म नहीं बदले जा सकते। कई सानू सिखाते इदा है, भाई तेरे कर्मां दा फल है, भुगना ही पैना तैनूं, ये कर्म नहीं तू बदल सकता। ये कहते अज ही बदल सकते, हुणे ही तुसीं सोच बदलो। समझते हो कि नहीं? हुणे ही सोचो मेरी किहड़ी बुरी आदत है, मैं बदला, अच्छी आदत अपनावा। जिद्दे बुरी आदत छड्ड के अच्छी आदत अपनाई उसदा फल भी मिलना। समझते हो कि नहीं? जिद्दां हुण फर्ज करो बंदे कोल एक गिलास में जहर है और दूजे गिलास में जूस है। हुण बंदा सोच रहा जहर पी के मैं मर जावां। हुण वो किहड़ा काम कर रहा है? जहर पीण दा। हुण जहर पिएगा तो उसदी किस्मत च की है? अगे जवाब दे दिओ, मौत। पक्की गल है ना कि इधर जहर गया, अगे कहना किस्मत च मौत। ये किस्मत च मौत नहीं है, ये तेरा कर्म इदां दा आ, वो मौत लैके आया। पर हुणे ही तेरी सोच बदल जाती है। वो नहीं यार, जिद्दां इहनूं इदां कहानी नूं समझ लईए कि एक नौजवान सी, किसी नाल प्यार करदा सी, उन्हें दिल तोड़ दिता, मैं तेरे नालों ब्रेकअप किया, छड्डिया। नौजवान कहता हुण तां मर जाना। समझदे हो कि नहीं? जहर पा के बह गया, हाले पीने लगा सी कि जद नूं फोन आ गया, सॉरी मैं तेनों बहुत प्यार करदी या करदा। वो कहता है छड्डिया जहर, जूस पीण लग पिया। हुण देखो बदलिया की, गिलास का जूस बदलिया तो जिंदगी भी। हुण कर्म बदलदे आ तो जिंदगी। जे जहर पी ला तो मरना सी, हुण जूस पी रहा, होर फिट हो रहा है कि अपने प्यारे नूं खुशी तां ही दे पाऊंगा जे मैं फिट होऊंगा। जे मैं ही मर गया तो अपने प्यारे नूं किहड़ा खुशी देनी। सो इहनूं कहंदे मैं कर्म जिद्दां दे करने मैनूं फल भी। इसलिए कर्म बदलते हैं तो किस्मत बदल जाती है, आदतें बदलती है तो सेहत। अज जे बीमार है ना बंदा, कहता बीमार है तो मतलब कि गलत खान पान की आदत है। समझते हो कि नहीं? तो जे असीं अपनी आदत बदल लीए, ये मिठियां तलियां बेकार दी चीज़ां खानियां बंद कर दईए, अच्छियां चीज़ां खाइए, तो साडी सेहत भी दिन प्रति दिन अच्छी हो जानी कि नहीं? समझते हो कि नहीं? इस करके अपनी सेहत नूं बदलण वास्ते आदतां नूं बदलना पैना है। अपनी किस्मत बदलण वास्ते अपने कर्म सो अज तो बदलण नूं तैयार हो जाओ। और हुण टाइम बहुत हो गया है, भुख भी लग गई होनी तुहानूं। सो हुण आखिरले वचनां की तरफ चलीए, सत्संग की समाप्ति की तरफ। कि अगर अपनी जीवन च खुशी चाहते हो, कामयाबी चाहते हो, सफलता चाहते हो, तो फिर सफलता जरूर मिलेगी। पर शर्त एक ही है, वो केड़ी है कि मेहनत करनी है और अपने मालिक ते पूरा विश्वास रखना है, यकीन रखना है कि मैनू कामयाबी जरूर मिलेगी, क्योंकि मैनू कामयाबी देने वाला मेरा मालिक मेरे, मैनू सफलता देने वाला मेरा मालिक मेरे दुखों को दूर करने वाला मेरा मालिक मैनू खुशियां देने वाला मेरा मालिक मेरा मालिक मेरे। ये विश्वास है कि नहीं?
ਤਾਂ ਫਿਰ ਯਾਦ ਰੱਖੋ, ਜੀਵਨ 'ਚ ਕੋਈ ਦੁੱਖ ਆਵੇ, ਕੋਈ ਮੁਸੀਬਤ ਆਵੇ ਤਾਂ ਕੀ ਕਰਨਾ, ਰੋਣਾ ਨਹੀਂ। ਸਮਝਦੇ ਹੋ, ਚਿੰਤਾ ਨਹੀਂ ਕਰਨੀ, ਬਲਕਿ ਮੁਸ਼ਕਿਲ ਵਿੱਚ ਹੀ ਪਤਾ ਲੱਗਦਾ ਹੈ ਕਿ ਬੰਦੇ ਅੰਦਰ ਵਿਸ਼ਵਾਸ ਕਿੰਨਾ ਕੁ ਹੈ। ਇਸ ਲਈ ਦੁੱਖ ਆਵੇ ਵੀ ਤਾਂ ਤਾਨਾ ਮਿਹਣਾ ਨਾ ਮਾਰੋ, ਮੇਰੇ ਨਾਲ ਕਿਉਂ ਹੋ ਰਿਹਾ, ਕਾਹਤੇ ਹੋ ਰਿਹਾ। ਇਦਾਂ ਦੇ ਬੰਦੇ ਦੁੱਖ ਵੱਧਦੇ ਚਲੇ ਜਾਂਦੇ। ਜਿਹੜਾ ਕਹਿੰਦਾ ਕੋਈ ਨਹੀਂ, ਜੇ ਦੁੱਖ ਆਇਆ ਹੈ ਤਾਂ ਮੈਨੂੰ ਯਕੀਨ ਹੈ ਇਹਦਾ ਹੱਲ ਵੀ ਮੇਰਾ ਮਾਲਿਕ ਜ਼ਰੂਰ, ਇਹ ਮੁਸ਼ਕਿਲ ਚੋਂ ਮੈਨੂੰ ਕੱਢੇਗਾ ਵੀ। ਇਹ ਹਿੰਮਤ ਹੀ ਸਾਨੂੰ ਬੜੀ ਤੋਂ ਬੜੀ ਮੁਸੀਬਤ ਚੋਂ ਬਾਹਰ ਲੈ ਜਾਂਦੀ ਹੈ। ਸਮਝਦੇ ਹੋ ਕਿ ਨਹੀਂ। ਔਰ ਇੱਕ ਜਾਂਦੇ ਜਾਂਦੇ ਗੱਲ ਕਵਾਂਗੇ, ਕਿਉਂਕਿ ਕਈ ਜੀਵ ਆ ਬੇਨਤੀ ਕਰਦੇ, ਮਾਲਕੋ ਕਿਸੇ ਨੇ ਦੀਵਾ ਰੱਖ ਦਿੱਤਾ ਸਾਡੇ ਘਰ ਮੋਰੇ, ਆ ਕਿਸੇ ਨੇ ਜੀ ਆ ਟੂਣਾ ਜਿਹਾ ਕਰਤਾ। ਹੁਣ ਉਹਨਾਂ ਨੂੰ ਇੱਕ ਗੱਲ ਕਹਿਣੀ ਚਾਹਾਂਗੇ ਅਸੀਂ कि क्या जादू टूना, क्या बुरी नजर, मुझ पर सब बेअसर है, क्योंकि मुझ पर हर वक्त मेरे मालिक की रहमत की नजर है। ਇਹਨੇ ਨਾ ਚੀਜ਼ਾਂ ਦੀ ਪਰਵਾਹ ਨਾ ਕਰਿਆ ਕਰੋ। ਕੌਣ ਦੀਵਾ ਰੱਖ ਗਿਆ, ਕੌਣ ਨਿੰਬੂ ਰੱਖ ਗਿਆ, ਅੱਜ ਹੀ ਫਲਾਨਾ ਉੱਥੇ ਗਿਆ ਸੀ, ਉਹ ਆਇਆ ਮੁੜ ਕੇ ਤਾਂ ਮੇਰਾ ਪਰਿਵਾਰ ਬਿਮਾਰ ਹੋ ਗਿਆ। ਇਦਾਂ ਦੇ ਵਹਿਮਾਂ ਚੋਂ ਨਿਕਲੀਏ ਅਸੀਂ। ਸਮਝਦੇ ਹੋ ਕਿ ਨਹੀਂ। ਇਹ ਜਾਦੂ ਟੂਣੇ, ਇਹ ਬੁਰੀਆਂ ਨਜ਼ਰਾਂ, ਇਹ ਸਾਰੀਆਂ ਬੇਅਸਰ ਹੋ ਜਾਂਦੀਆਂ ਹੈ ਜਿਹਨੂੰ ਯਕੀਨ ਹੈ ਕਿ ਮੁਝ ਪਰ ਹਰ ਵਕਤ ਮੇਰੇ ਮਾਲਿਕ ਕੀ ਰਹਿਮਤ ਕੀ। ਹੁਣ ਜਰਾ ਸੋਚੋ, ਹੁਣ ਸਾਡੀ ਨਜ਼ਰ ਪੈ ਰਹੀ ਹੈ ਨਾ, ਹੁਣ ਇਹ ਸੋਚੋ ਮੈਨੂੰ ਰਹਿਮਤ ਦੀ ਨਜ਼ਰ ਲੱਗ ਗਈ, ਹੁਣ ਬੁਰੀ ਨਜ਼ਰ ਕਦੀ ਲੱਗਣੀ ਨਹੀਂ। ਪਰ ਸਾਨੂੰ ਇੱਕ ਸਮਝ ਨਹੀਂ ਆਉਂਦੀ, ਬੰਦਾ ਇਹ ਯਕੀਨ ਨਹੀਂ ਕਰਦਾ, ਅੱਜ ਉਹ ਫਲਾਣੇ ਨੇ ਦੇਖਿਆ ਬੁਰੀ ਨਜ਼ਰ ਲੱਗ ਗਈ, ਉਹ ਫਲਾਣੇ ਨੇ ਦੇਖਿਆ ਬੁਰੀ ਨਜ਼ਰ ਲੱਗ ਗਈ, ਮੇਰਾ ਕੰਮ ਇਦਾਂ ਹੋ ਗਿਆ, ਮੇਰੀ ਸਿਹਤ ਇਦਾਂ ਹੋ ਗਈ। ਤਾਂ ਫਲਾਣੇ ਦੀਆਂ ਬੁਰੀਆਂ ਨਜ਼ਰਾਂ ਦਾ ਯਕੀਨ ਹੈ, ਉਹ ਰਹਿਮਤ ਦੀਆਂ ਨਜ਼ਰਾਂ ਯਕੀਨ ਹੈ ਨਹੀਂ। ਸਮਝੋ ਕਿ ਜਦੋਂ ਵੀ ਗੁਰੂਆਂ ਰਹਿਬਰਾਂ ਫਕੀਰਾਂ ਦੇ ਦਰ ਤੇ ਆਓ, ਇੱਕ ਵਿਸ਼ਵਾਸ ਰੱਖੋ ਕਿ ਮੇਤੇ ਨਜ਼ਰ ਪੈ ਗਈ ਹੈ, ਹੁਣ ਸਾਰੀਆਂ ਬੁਰੀਆਂ ਨਜ਼ਰਾਂ ਬੇਅਸਰ, ਕਿਉਂਕਿ ਉਹਦੀ ਰਹਿਮਤ ਤੋਂ ਬੜੀ ਕੋਈ ਹੋਰ ਚੀਜ਼ ਹੈ ਹੀ ਨਹੀਂ। ਕੋਈ ਜਾਦੂ ਕਰੇ, ਕੋਈ ਟੂਣਾ ਕਰੇ, ਮੁਝ ਪਰ ਸਭ ਜਿੱਦਾਂ ਬੰਦਾ ਕਹਿੰਦਾ ਚੀਜ਼ ਦਾ ਅਸਰ ਹੀ ਨਹੀਂ ਇੱਥੇ। ਔਰ ਜੇ ਵਿਸ਼ਵਾਸ ਰੱਖੋਗੇ ਤਾਂ ਸਾਡਾ ਵਚਨ ਹੈ ਕਦੀ ਅਸਰ ਹੋਏਗਾ ਵੀ ਨਹੀਂ। ਪਰ ਯਕੀਨ ਪੂਰਾ ਚਾਹੀਦਾ ਤੁਹਾਨੂੰ। ਜੇ ਇਨਸਾਨ ਆਪੇ ਆਪਣੇ ਯਕੀਨ ਨੂੰ ਤੋੜ ਕੇ, ਜਿੱਦਾਂ ਸਮਝ ਲਓ ਵਿਸ਼ਵਾਸ ਇੱਕ ਉਹ ਸੁਰੱਖਿਆ ਕਵਚ ਹੈ ਕਿ ਜਿਹੜਾ ਕਿਸੇ ਬੁਰੀ ਚੀਜ਼ ਨੂੰ ਸਾਡੇ ਤੱਕ, ਤਾਂ ਜੇ ਆਪ ਹੀ ਕਵਚ ਕੁਵਚ ਹਟਾ ਦਈਏ, ਜੇ ਸੀਤਾ ਆਪ ਹੀ ਲਾਈਨ ਤੋਂ ਬਾਹਰ ਆ ਗਈ ਤਾਂ ਲక్ష్మణ ਕੀ ਕਰੇ। ਸਮਝਦੇ ਹੋ ਕਿ ਨਹੀਂ। ਹੁਣ ਅੱਜ ਤੁਹਾਡੇ ਤੇ ਨਾ ਲక్ష్మణ ਰੇਖਾ ਨਹੀਂ, ਇਹ ਸਾਹਿਬ ਰੇਖਾ ਮਾਰ ਦਿੱਤੀ ਰਹਿਮਤ ਦੀ। ਹੁਣ ਤੁਸੀਂ ਨੇ ਇਹ ਤੋਂ ਬਾਹਰ ਆਏ ਹੋ, ਯਕੀਨ ਰੱਖਿਓ ਤਾਂ ਕੋਈ ਬੁਰੀ ਨਜ਼ਰ, ਕੋਈ ਜਾਦੂ ਟੂਣਾ ਦੇ ਅੰਦਰ ਆ ਹੀ ਨਹੀਂ ਸਕਦਾ। ਇਹ ਯਕੀਨ ਰੱਖਣਾ ਹੈ ਤੁਸੀਂ ਕਿ ਮੈਨੂੰ ਆਪਣੇ ਮਾਲਿਕ ਤੇ ਪੂਰਾ, ਕਿਉਂਕਿ ਮੇਰਾ ਮਾਲਿਕ ਮੇਰੇ, ਤੂੰ ਮੇਰਾ ਰਾਖਾ। ਬਸ ਇਹ ਯਕੀਨ ਰੱਖੋ ਤਾਂ ਫਿਰ ਕਵਾਂਗੇ ਕਿਆ ਜਾਦੂ ਟੂਣਾ, ਕਿਆ ਬੁਰੀ ਨਜ਼ਰ। ਉਹ ਕਹਿੰਦੇ ਕਿਹੜੀਆਂ ਨਜ਼ਰਾਂ, ਕਿਹੜੇ ਜਾਦੂ ਟੂਣਿਆਂ ਦੀ ਗੱਲ ਕਰਦਾ ਹੈ। ਇਹ ਤੇਰੇ ਵਾਸਤੇ ਹੋਣਗੇ, ਮੁਝ ਪਰ ਸਭ ਇਹ ਮੇਰੇ ਵਾਸਤੇ ਬੇਅਸਰ ਹੀ ਹੈ। ਜਿੱਦਾਂ ਬੰਦਾ ਕਹਿੰਦਾ ਮੈਂ ਤਾਂ ਭਾਈ ਇੰਨੇ ਕੁ ਆ ਨਾ ਆਹ ਚੀਜ਼ ਖਾਧੀ ਤਾਂ ਮੈਨੂੰ ਚੱਕਰ ਆ ਗਏ। ਉਹ ਭਾਈ ਮੈਂ ਤੈਨੂੰ ਆਂਦੇ, ਮੈਨੂੰ ਨਹੀਂ ਆਂਦੇ, ਕਿਉਂਕਿ ਇਹਨਾਂ ਚੀਜ਼ਾਂ ਦਾ ਮੇਤੇ ਕੋਈ ਅਸਰ ਹੁੰਦਾ ਹੀ ਨਹੀਂ ਹੈ। ਸਮਝਦੇ ਹੋ ਕਿ ਨਹੀਂ। ਉਹ ਕਈਆਂ ਨੂੰ ਤਾਂ ਖਾਣ ਦੀ ਲੋੜ ਨਹੀਂ, ਦੇਖ ਕੇ ਚੱਕਰ ਆ ਜਾਂਦੇ। ਉਹ ਨਿੰਬੂ ਦੇਖ ਲਿਆ, ਉਹ ਸੰਧੂਰ ਦੇਖ ਲਿਆ, ਮੈਂ ਮਰ ਗਿਆ। ਇੰਨੇ ਕਮਜ਼ੋਰ, ਇੰਨੇ ਡਰੇ ਹੋਏ। ਹੁਣ ਸੱਪ ਡੰਗ ਮਾਰੇ ਤਾਂ ਸਮਝ ਆਉਂਦੀ ਹੈ, ਪਰ ਸੱਪ ਨੂੰ ਦੇਖ ਕੇ ਮਰ ਜਾਣਾ ਇਹ ਤਾਂ ਬੜੀ ਬੁਜ਼ਦਲੀ ਹੈ। ਸਮਝਦੇ ਹੋ ਕਿ ਨਹੀਂ। ਹੁਣ ਅਰਜੁਨ ਨੇ ਯੁੱਧ ਲੜਿਆ, ਜਿੱਤਿਆ, ਤਾਂ ਜੇ ਸੈਨਾ ਦੇਖ ਕੇ ਅਰਜੁਨ ਨੂੰ ਅਟੈਕ ਹੀ ਹੋ ਜਾਂਦਾ, ਹਾਰਟ ਅਟੈਕ ਹੀ, ਮੈਂ ਮਰ ਗਿਆ, ਤਾਂ ਕ੍ਰਿਸ਼ਨ ਨੇ ਕੀ ਕਰ ਲੈਣਾ ਸੀ ਉੱਥੇ। ਸ਼੍ਰੀ ਕ੍ਰਿਸ਼ਨ ਨੇ ਤਾਂ ਹਿੰਮਤ ਉਦੋਂ ਹੀ ਦੇਣੀ ਸੀ ਜਦੋਂ ਬੰਦਾ ਲੜਨ ਨੂੰ। ਇਸ ਲਈ ਇਹ ਮਜ਼ਬੂਤ ਬਣਾਓ ਆਪਣੇ ਆਪ ਨੂੰ। ਸਮਝਦੇ ਹੋ ਕਿ ਨਹੀਂ। ਉਹ ਮਾਲਿਕ ਦੀ ਰਹਿਮਤ ਤੁਹਾਡੀ ਸਹਾਇਤਾ ਕਰਨ ਨੂੰ ਤਿਆਰ ਹੈ, ਪਰ ਯੁੱਧ ਲੜਨ ਵਾਸਤੇ ਖੜੇ ਤਾਂ ਤੁਹਾਨੂੰ ਹਿੰਮਤ ਆ। ਤੁਹਾਨੂੰ ਹਿੰਮਤ ਮਰਦਾ ਮਦਦੇ, ਬੰਦਾ ਹਿੰਮਤ ਕਰੇਗਾ ਰੱਬ ਵੀ ਫੇਰ ਹੀ ਮਦਦ ਕਰਦਾ। ਤੇ ਬੰਦਾ ਹੀ ਕਹੇ ਮੈਂ ਮਰ ਗਿਆ ਤਾਂ ਫਿਰ ਰੱਬ ਨੇ ਬੰਦੂਕ ਇਹਦੇ ਕੰਧੇ ਤੇ ਰੱਖ ਕੇ ਚਲਾਣੀ ਹੈ। ਸੋ ਕੰਧੇ ਆਪਣੇ ਮਜ਼ਬੂਤ ਕਰਨੇ ਪੈਣੇ ਆ, ਬਾਕੀ ਰਹਿਮਤ ਦੀ ਬੰਦੂਕ ਉਹਦੀ ਚੱਲਣੀ ਹੈ। ਮੁਸ਼ਕਿਲਾਂ ਦਾ ਹੱਲ ਉਹਨੇ ਆਪ ਹੀ ਕਰ ਦੇਣਾ, ਬਸ ਖੜੇ ਰਹੋ ਤੁਸੀਂ, ਯਕੀਨ ਰੱਖੋ ਆਪਣੇ ਮਾਲਿਕ ਤੇ। तो आज तो की करना है, विश्वास रखना है, यकीन रखना है कि क्या जादू टूना, क्या बुरी नजर, मुझ पर सब बेअसर है, क्योंकि मुझ पर हर वक्त मेरे मालिक की रहमत की बस ये नजर नजर मिल गई, फिर ये नजर ही है। तो आज तो विश्वास रखो, किसी चीज तो डरन की लोड़ नहीं, क्योंकि जिहदे नाल ओह होवे फिर उत्थे रहमत ही रहमत है। की है? रहमत रहमत। कह दो रहमत आ गई, आ गई, आ गई, आ गई, खुशियां आ गई, आ गई, आ गई, आ गई। बस इतना रखना, रहमत आ रही है, खुशियां आ रही हैं।
ਕੋਈ ਬੁਰੀ ਚੀਜ਼ ਮੇਰੇ ਨੇੜੇ ਇਦਾਂ ਦੀ ਹਿੰਮਤ ਰੱਖੋ, ਹੌਸਲਾ ਰੱਖੋ, ਤਾਂ ਮਾਲਿਕ ਹਰ ਵਕਤ ਤੁਹਾਡੇ ਸੋ ਹੁਣ ਆਖਰਲੇ ਵਚਨਾਂ 'ਚ ਕਹਿ ਦਈਏ, ਮੈਨੂੰ ਆਪਣੇ ਮਾਲਿਕ ਤੇ ਪੂਰਾ, ਮੈਨੂੰ ਆਪਣੇ ਮਾਲਿਕ ਤੇ ਪੂਰਾ, ਮੈਨੂੰ ਆਪਣੇ ਮਾਲਿਕ ਤੇ ਪੂਰਾ, ਮੇਰੀਆਂ ਝੋਲੀਆਂ ਖੁਸ਼ੀਆਂ ਨਾਲ, ਮੇਰੀਆਂ ਝੋਲੀਆਂ ਖੁਸ਼ੀਆਂ ਨਾਲ, ਮੇਰੀਆਂ ਝੋਲੀਆਂ ਖੁਸ਼ੀਆਂ ਨਾਲ, ਮੇਰੇ ਸਾਰੇ ਦੁੱਖ ਦੂਰ, ਮੇਰੇ ਸਾਰੇ ਦੁੱਖ ਦੂਰ, ਮੇਰੇ ਸਾਰੇ ਦੁੱਖ ਦੂਰ, ਮੇਰਾ ਮਾਲਿਕ ਮੇਰੇ, ਮੇਰਾ ਮਾਲਿਕ ਮੇਰੇ, ਮੇਰਾ ਮਾਲਿਕ ਮੇਰੇ, ਮੇਰਾ ਮਾਲਿਕ ਮੇਰੇ। ਮੈਂ ਵਿਸ਼ਵਾਸ ਨਾ ਗਿਆ ਤਾਂ ਹੁਣ ਨਾਲ ਹੀ ਹਮੇਸ਼ਾ। ਸੋ ਖੁਸ਼ ਰਹੋ, ਆਉਣ ਵਾਲਾ ਹਰ ਪਲ ਤੁਹਾਡੇ ਵਾਸਤੇ ਖੁਸ਼ੀਆਂ, ਰਹਿਮਤਾਂ, ਬਰਕਤਾਂ ਭਰਿਆ ਆਵੇ। ਔਰ ਜਿਸ ਤਰ੍ਹਾਂ ਪ੍ਰੋਗਰਾਮਾਂ ਬਾਰੇ ਦੱਸਿਆ ਤੁਹਾਨੂੰ, 11 ਤਰੀਕ ਸਰਬ ਸਾਂਝਾ ਦਰਬਾਰ ਹੁਸ਼ਿਆਰਪੁਰ, ਉੱਥੇ ਤੁਹਾਨੂੰ ਪਤਾ ਹੀ ਹੈ ਕਿ 13 ਜੂਨ 1992 'ਚ ਬੜੇ ਮਾਲਕ ਦੁਨੀਆ ਤੋਂ ਪਰਦਾ ਕਰ ਗਏ ਸੀ। ਉਹਨਾਂ ਦੀ ਸਾਲਾਨਾ ਬਰਸੀ ਇਸ ਵਾਰ 13 ਤਰੀਕ ਦੀ ਜਗ੍ਹਾ 11 ਜੂਨ ਦਿਨ ਐਤਵਾਰ ਨੂੰ ਦਰਬਾਰ ਤੇ ਮਨਾਈ ਜਾ ਰਹੀ ਹੈ। ਔਰ ਉਸ ਦੇ ਨਿਸ਼ਾਨ ਸਾਹਿਬ ਦੀ ਚੜ੍ਹਾਈ ਵੀ ਹੈ, ਸਾਲਾਨਾ ਮੇਲਾ ਵੀ ਹੈ। ਸੋ ਜਦੋਂ ਅੱਜ ਇੱਥੇ ਪਹੁੰਚੇ ਹੋ, ਕੋਈ ਜ਼ਿਆਦਾ ਦੂਰ ਨਹੀਂ ਹੈ। ਜਦੋਂ ਇੱਥੇ ਪਹੁੰਚੇ ਹੋ ਨਾ, ਇਸੇ ਤਰ੍ਹਾਂ ਚੱਲ ਕੇ ਪ੍ਰੇਮ ਨਾਲ 11 ਤਰੀਕ ਨੂੰ ਐਤਵਾਰ ਵਾਲੇ ਦਿਨ ਮਾਲਕ ਦੇ ਦਰਬਾਰ 'ਚ ਹਾਜ਼ਰੀ ਲਗਾਓ। ਤੇ ਇੱਕੋ ਗੱਲ ਕਹਾਂਗੇ, ਜੇ ਪ੍ਰੇਮ ਨਾਲ ਆਉਂਗੇ ਤਾਂ ਝੋਲੀਆਂ ਭਰ ਕੇ ਜਾਓਗੇ, ਫਿਰ ਕਿਸੇ ਚੀਜ਼ ਦੀ ਕਮੀ ਨਹੀਂ ਮਾਲਕ ਨੇ ਆਉਣੀ। ਕਿਉਂਕਿ ਜਿਹੜਾ ਮਾਲਕ ਦੇ ਘਰ ਤੱਕ ਪਹੁੰਚਦਾ ਹੈ, ਜਿਹੜਾ ਸਮੁੰਦਰ ਤੱਕ ਪਹੁੰਚਦਾ ਹੈ, ਉਹ ਚੁੱਭੀਆਂ ਦਾ ਆਨੰਦ ਵੀ ਉਹੀ ਲੈਂਦਾ ਹੈ। ਘਰ ਬੈਠੇ ਨਹੀਂ ਅਸੀਂ ਤੈਰਨ ਦਾ ਆਨੰਦ ਲੈ ਸਕਦੇ। ਸੋ ਅਗਰ ਮਾਲਕ ਦੀਆਂ ਰਹਿਮਤਾਂ ਦੇ ਵਿੱਚ ਚੁੱਭੀਆਂ ਲਾਣੀਆਂ ਨਾ, ਯਾਨੀ ਉਹ ਆਨੰਦ ਲੈਣਾ ਹੈ, ਫਿਰ ਸਮਾਂ ਕੱਢੋ, ਰਹਿਮਤ ਦਾ ਦਰਿਆ ਮਾਲਕ ਦੇ ਘਰ 'ਚ ਵਗ ਰਿਹਾ, ਪਹੁੰਚੋ, ਇੱਦਾਂ ਦੇ ਗੋਤੇ ਲਾਓ ਔਰ ਖੁਸ਼ੀਆਂ ਦੇ ਮੋਤੀ ਲੈ ਕੇ ਘਰਾਂ ਨੂੰ ਆਓ। ਇਸ ਲਈ ਪਹੁੰਚ ਜਾਣਾ ਸਾਰਿਆਂ ਨੇ। 11 ਤਰੀਕ ਸਵੇਰੇ 11 ਵਜੇ ਨਿਸ਼ਾਨ ਸਾਹਿਬ ਦੀ ਚੜ੍ਹਾਈ ਹੋਣੀ ਹੈ। ਸੋ ਅਸੀਂ ਚਾਹੁੰਦੇ ਹਾਂ ਕਿ ਉਸ ਦਿਨ 11 ਤੋਂ ਪਹਿਲਾਂ ਤੁਸੀਂ ਸਾਰੇ ਜੀ ਪਹੁੰਚੋ, ਤਾਂ ਕਿ ਜਦੋਂ ਨਿਸ਼ਾਨ ਸਾਹਿਬ ਦੀ ਚੜ੍ਹਾਈ ਹੋਵੇ ਤਾਂ ਤੁਸੀਂ ਉੱਥੇ ਸ਼ਾਮਿਲ ਹੋਵੋ। ਔਰ ਉਹ ਬੜਾ ਰਹਿਮਤਾਂ ਦਾ ਦਿਨ ਹੈ, ਬੜਾ ਖੁਸ਼ੀਆਂ ਦਾ ਦਿਨ ਹੈ। ਅਗਰ ਤੁਸੀਂ ਪਹੁੰਚੋਗੇ ਤਾਂ ਮਾਲਕ ਦੇ ਘਰ 'ਚੋਂ ਬੜੀਆਂ ਰਹਿਮਤਾਂ ਲੈ ਕੇ ਆਓਗੇ। ਔਰ ਉਸ ਦੇ ਨਾਲ ਨਾਲ ਫਿਰ 18 ਤਰੀਕ ਦਾ ਹੀ ਪਤਾ ਲੱਗ ਗਿਆ ਤੁਹਾਨੂੰ, ਅੰਬ ਦਰਬਾਰ ਹੈ ਤੁਹਾਡੇ ਨੇੜੇ ਹੀ, ਉੱਥੇ ਵੀ ਸਤਸੰਗ ਹੈ। ਜਦ ਅੱਜ ਪਹੁੰਚੇ ਹੋ, ਉਸ ਤੋਂ ਪਹਿਲਾਂ 11 ਉੱਥੇ ਪਹੁੰਚਣਾ, ਵੀ 18 ਅੰਬ ਦਰਬਾਰ ਤੇ ਪਹੁੰਚ ਕੇ ਸਤਸੰਗ ਦਾ ਆਨੰਦ ਲੈਣਾ ਹੈ। ਔਰ ਹੁਣ ਇਹੀ ਆਪਣੇ ਮਾਲਕ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਾਂਗੇ ਕਿ ਮਾਲਕ ਤੁਹਾਨੂੰ ਸਭ ਨੂੰ ਨਾਮ ਨਾਲ ਜੁੜਨ ਦੀ ਤਾਕਤ ਦੇਣ, ਨਾਮ ਜਪਣ ਦੀ ਤਾਕਤ ਦੇਣ, ਸੇਵਾ ਸਿਮਰਨ ਕਰਨ ਦਾ, ਨੇਕ ਮਾਰਗ ਤੇ ਚੱਲਣ ਦਾ ਬਲ ਬਖਸ਼ਣ। ਔਰ ਤੁਹਾਡੇ ਸਭ ਦੇ ਦੁੱਖਾਂ, ਦਰਦਾਂ, ਪਰੇਸ਼ਾਨੀਆਂ ਨੂੰ ਮਾਲਕ ਦੂਰ ਕਰਨ, ਤੁਹਾਨੂੰ ਸਭ ਨੂੰ ਖੁਸ਼ੀਆਂ ਨਾਲ ਮਾਲਕ ਭਰਪੂਰ ਕਰਨ। ਆਉਣ ਵਾਲਾ ਹਰ ਪਲ ਤੁਹਾਡੇ ਵਾਸਤੇ ਖੁਸ਼ੀਆਂ, ਕਾਮਯਾਬੀ, ਸਫਲਤਾ ਭਰਿਆ ਹੋਵੇ। ਇਹੀ ਸਾਡੀ ਉਸ ਮਾਲਕ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ। ਔਰ ਅੰਤ ਵਿੱਚ ਤੁਹਾਡੇ ਸਭ ਦੇ ਅੰਦਰ ਵਸਦੇ ਉਸ ਮਾਲਕ ਨੂੰ ਪ੍ਰਣਾਮ ਕਰਦੇ ਹਾਂ। ਸਾਡਾ ਪ੍ਰਣਾਮ ਸਵੀਕਾਰ ਕਰੋ। ਜੈ ਮਾਲਕਾ ਦੀ। वीडियो अच्छी लगी हो तो कृपया इसे शेयर जरूर करें। आपके शेयर करने से अगर किसी की जिंदगी में अच्छा बदलाव आता है, पॉजिटिव चेंज आती है, तो ये भी आपकी तरफ से किया गया एक नेक कर्म होगा, एक सेवा होगी। तो वीडियो को शेयर जरूर करें और वीडियो देखने के लिए सर्व संजय दरबार कांटियां शरीफ यूट्यूब चैनल को सब्सक्राइब करें और फेसबुक पेज को फॉलो करना ना भूलें। जय माता दी।